ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਵਿਚਾਰਾਂ ਵਿੱਚ ਅੱਜ ਅੰਕ ਨੰਬਰ 1057 ਤੋਂ ਅੱਗੇ ਪਾਠ ਕਰਨਾ। ਮਾਰੂ ਰਾਗ ਵਿੱਚ ਮਹਿਲਾ ਤੀਜਾ ਦੇ 16 ਦੇ ਪਾਠ ਚੱਲ ਰਹੇ ਹਨ, ਜਿਸ ਵਿੱਚ 14ਵੇਂ ਸੋਹਲੇ ਦੇ 3 ਪਦਿਆਂ ਤੱਕ ਦੇ ਪਾਠ ਹੋ ਗਏ। ਅੱਜ ਅੱਗੋਂ ਪਾਠ ਕਰਨਾ। 16 ਜਿਹੜਾ ਹੈ ਉਹ 16 ਪਦਿਆਂ ਵਾਲਾ ਸ਼ਬਦ ਹੈ। ਇੱਕ ਸੋਹੇਲਾ ਸਾਹਿਬ ਦਾ ਅਸੀਂ ਪਾਠ ਕਰਦੇ ਹਾਂ ਰੋਜ਼ਾਨਾ। ਉਸ ਪ੍ਰਮਾਤਮਾ ਦੀ ਸਿਫਤ, ਉਹ ਸੋਹਲਾ ਸਿਫਤ ਬਣਦਾ ਹੈ। ਗਿਣਤੀ ਦਾ 16 ਪਦਿਆਂ ਨੇ, ਇਸ ਲਈ 16 ਦਾ ਪਾਠ ਚੱਲਦਾ। ਆਵਣ ਜਾਣਾ ਰੱਖੈ ਨ ਕੋਈ, ਜੰਮਣ ਮਰਨ ਤਿਸੈ ਤੇ ਹੋਈ। ਗੁਰਮੁਖ ਸਾਚਾ ਸਦਾ ਧਿਆਵੋ, ਗਤ ਮੁਕਤ ਤਿਸੈ ਤੇ ਪਾਹੇ। ਆਵਣ ਜਾਣਾ ਰੱਖੈ ਨ ਕੋਈ, ਜੰਮਣ ਮਰਨ ਤਿਸੈ ਤੇ ਹੋਈ। ਗੁਰਮੁਖ ਸਾਚਾ ਸਦਾ ਧਿਆਵੋ, ਗਤ ਮੁਕਤ ਤਿਸੈ ਤੇ ਪਾਹੇ। ਆਵਣ ਜਾਣਾ, ਫਿਰ ਗੁਰੂ ਸਾਹਿਬ ਜ਼ਿਕਰ ਕਰ ਰਹੇ ਨੇ ਆਵਣ ਜਾਣਾ, ਬਾਰ-ਬਾਰ ਦੇ ਜਨਮ, ਬਾਰ-ਬਾਰ ਦੇ ਮਰਨ ਦਾ ਜ਼ਿਕਰ ਕਰ ਰਹੇ ਹਨ। ਮਨ ਇੱਕ ਥਾਂ ਤੇ ਟਿਕਦਾ ਨਹੀਂ ਹੈ। ਮਨ ਮਾਇਆ ਦੇ ਮੋਹ ਦੇ ਵਿੱਚ ਫਸਿਆ ਹੋਇਆ, ਵਿਕਾਰਾਂ ਦੇ ਪ੍ਰਭਾਵ ਹੇਠ ਆਇਆ ਹੋਇਆ, ਰੱਖੇ ਨਾ ਕੋਈ। ਅਸੀਂ ਧਿਆਨ ਦਈਏ ਨਾ, ਕਈ ਵਾਰੀ ਸਾਨੂੰ ਲੱਗਦਾ ਗੁਰੂ ਸਾਹਿਬ ਇੱਕੋ ਗੱਲ ਬਾਰ-ਬਾਰ ਕਰ ਰਹੇ ਨੇ, ਪਰ ਗੁਰੂ ਸਾਹਿਬ ਵੱਖ-ਵੱਖ ਅੱਖਰਾਂ ਵਿੱਚ, ਮਾਨੋ ਵੱਖ-ਵੱਖ ਰੂਪਾਂ ਵਿੱਚ ਸਾਨੂੰ ਸਮਝਾਣਾ ਕਰ ਰਹੇ ਨੇ। ਹਰ ਤਰੀਕੇ ਦੇ ਨਾਲ ਹੁਣ ਇੱਥੇ ਅੱਖਰ ਆਇਆ ਰੱਖੇ ਨਾ ਕੋਈ। ਕੌਣ ਨਹੀਂ ਰੱਖਦਾ, ਕੌਣ ਨਹੀਂ ਰੱਖਦਾ ਤਾਂ ਭਾਵੇਂ ਕਿਧਰੇ ਟਿਕਾਣਾ ਨਹੀਂ ਬਣਦਾ। ਝੂਠ ਦੇ ਰਸ ਵਿੱਚ ਮਨ ਮੋਹਿਤ ਹੋਇਆ, ਮਨ ਇੱਕ ਥਾਂ ਤੇ ਟਿਕਦਾ ਨਹੀਂ। ਕਿਉਂ ਨਹੀਂ ਟਿਕ ਰਿਹਾ? ਕਿਉਂਕਿ ਝੂਠ ਬਹੁਤੇ ਹਨ। ਸੱਚ ਇੱਕ ਹੁੰਦਾ ਗਿਣਤੀ ਵਿੱਚ, ਸੱਚ ਹਮੇਸ਼ਾ ਇੱਕ ਹੁੰਦਾ, ਲੇਕਿਨ ਝੂਠ ਬਹੁਤੇ ਹਨ। ਮਨੁੱਖ ਦਾ ਮਨ ਕਈ ਰਸਾਂ ਵਿੱਚ ਮੋਹਿਤ ਹੋਇਆ, ਕਦੀ ਇੱਕ ਰਸ ਤੋਂ ਪ੍ਰਭਾਵਿਤ ਹੋ ਜਾਂਦਾ ਹੈ, ਕਦੀ ਦੂਜੇ ਰਸ ਤੇ ਪ੍ਰਭਾਵਿਤ ਹੋ ਜਾਂਦਾ ਹੈ, ਕਦੀ ਇੱਕ ਰੰਗ ਨੂੰ ਮਾਣ ਰਿਹਾ ਹੁੰਦਾ ਹੈ। ਜਦੋਂ ਇੱਕ ਰੰਗ ਤੋਂ ਹਟਿਆ ਹੈ, ਦੂਜੇ ਰੰਗ ਤੋਂ ਮਾਣਨ ਲੱਗ ਪੈਂਦਾ ਹੈ। ਪਹਿਲੇ ਰੰਗ ਨੇ ਰੱਖਿਆ ਨਹੀਂ, ਪਹਿਲੇ ਰੰਗ ਤੇ ਰਸ ਤੋਂ ਸੁਰਤ ਟੁੱਟ ਗਈ ਹੈ। ਗੁਰੂ ਸਾਹਿਬ ਕਹਿ ਰਹੇ ਆਵਣ ਜਾਣਾ ਰੱਖੇ ਨਾ ਕੋਈ। ਆਵਣ ਜਾਵਣ ਦੇ ਗੇੜ ਵਿੱਚ ਪਿਆ ਹੋਇਆ ਹੈ, ਕਿਉਂਕਿ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਹੈ। ਹੁਣ ਸੱਚ ਇੱਕ ਹੁੰਦਾ ਹੈ। ਜਦੋਂ ਮਨੁੱਖ ਦੀ ਸੁਰਤ ਸੱਚ ਨਾਲ ਜੁੜ ਪੈਂਦੀ ਹੈ ਨਾ, ਸੱਚ ਇੱਕ ਹੈ, ਤੇ ਸੱਚ ਦੇ ਨਾਲ ਜਦੋਂ ਮਨੁੱਖ ਦਾ ਮਨ ਮੰਨ ਗਿਆ ਹੈ ਤੇ ਸੱਚ ਇੱਕ ਹੀ ਹੈ, ਤੇ ਇਸ ਵਜ੍ਹਾ ਕਰਕੇ ਕਦੀ ਇੱਧਰ ਉੱਧਰ ਨਹੀਂ ਭਟਕਦਾ। ਹੁਣ ਮਨ ਦੀ ਅਵਸਥਾ ਬਦਲ ਗਈ ਹੈ। ਹੁਣ ਹਰ ਪਾਸੇ ਵਰਤਦਾ ਸੱਚ ਨਜ਼ਰ ਆਉਣ ਲੱਗ ਪਿਆ। ਪਹਿਲੇ ਮਾਇਆ ਦੇ ਮੋਹ ਵਿੱਚ ਹਰ ਪਾਸੇ ਝੂਠ ਨਜ਼ਰ ਆਉਂਦਾ ਸੀਗਾ। ਵਿਕਾਰਾਂ ਵਾਲੀ ਨਿਗਾਹ ਨਾਲ ਤੱਕਦਾ ਸੀ, ਵਿਕਾਰਾਂ ਵਾਲੇ ਕੰਨਾਂ ਨਾਲ ਸੁਣਦਾ ਸੀ, ਵਿਕਾਰਾਂ ਵਾਲੇ ਬੋਲ ਬੋਲਦਾ ਸੀਗਾ। ਹੁਣ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ, ਜਦੋਂ ਨਾਮ ਨਾਲ ਸਾਂਝ ਬਣੀ, ਪਦ ਜਿਹੜਾ ਹੈ ਮਾਨੋ ਸੱਚ ਦਾ ਚਸ਼ਮਾ ਪਾ ਲਿਆ। ਹੁਣ ਹਰ ਪਾਸੇ ਸੱਚ ਵਰਤਦਾ ਨਜ਼ਰ ਆਉਂਦਾ ਹੈ। ਇੱਥੇ ਗੁਰੂ ਸਾਹਿਬ ਆਵਣ ਜਾਣਾ ਰੱਖੇ ਨਾ ਕੋਈ, ਜੰਮਣ ਮਰਨ ਕਿਸੇ ਤੇ ਹੋਈ। ਮਾਇਆ ਦੇ ਮੋਹ ਕਾਰਨ ਹੀ ਜੰਮਣ ਤੇ ਮਰਨ, ਆਣਾ ਜਾਣਾ ਬਣਿਆ ਰਹਿੰਦਾ ਹੈ। ਜੰਮਣ ਮਰਨ ਕਿਸੇ ਤੇ ਹੋਈ, ਕਿਉਂਕਿ ਝੂਠ ਦੇ ਪ੍ਰਭਾਵ ਹੇਠ ਹੈ। ਐਸੀ ਵਜ੍ਹਾ ਕਰਕੇ ਕਿਸੇ ਤੇ ਹੋਈ, ਐਸੀ ਵਜ੍ਹਾ ਕਰਕੇ ਬਾਰ-ਬਾਰ ਆਵਣ ਗਵਣ ਦਾ ਗੇੜ ਬਣਿਆ ਹੋਇਆ ਹੈ। ਮਨ ਦਾ ਆਵਣ ਜਾਣ ਦਾ ਗੇੜ ਬਣਿਆ ਹੋਇਆ, ਜੰਮਣ ਮਰਨ ਦਾ ਜਿਹੜਾ ਗੇੜ ਬਣਿਆ ਮਨ ਦਾ ਬਣਿਆ। ਗੁਰਮੁਖ ਸਾਚਾ ਸਦਾ ਧਿਆਵੋ, ਗਤ ਮੁਕਤ ਕਿਸੇ ਤੇ ਪਾਹਾ ਹੈ। ਕਹਿੰਦੇ ਗੁਰੂ ਦੀ ਸ਼ਰਨ ਵਿੱਚ ਬੈਠ ਕੇ ਗੁਰਮੁਖ ਸਾਚਾ ਸਦਾ ਥਿਰ ਪ੍ਰਮਾਤਮਾ ਦੇ ਹੁਕਮ ਨਾਲ ਸਾਂਝ ਬਣਾ ਲਓ। ਸਦਾ ਧਿਆਵੋ, ਹਮੇਸ਼ਾ ਸ਼ਬਦ ਨਾਲ ਸਾਂਝ ਬਣੀ ਰਵੇ। ਗੁਰਮੁਖ ਸਾਚਾ ਸਦਾ ਧਿਆਵੋ, ਸਦਾ ਸੁਚੇਤ ਰਹੋ, ਸੁਰਤ ਵਿੱਚ ਸੱਚ ਟਿਕਿਆ ਰਹੇ। ਗਤ ਮੁਕਤ ਕਿਸੇ ਤੇ ਪਾਹਾ ਹੈ। ਗਤੀ मने की गत कही ना जाए। उच्ची आत्मक अवस्था, गुरु साहब कह रहे हैं उच्ची आत्मक अवस्था ते मुकत, मुकत तो पावे विकारा तो मुक्ति। गत मुकत किसे ते पाहा है,
ਕਹਿੰਦੇ ਉਸੇ ਤੋਂ ਪ੍ਰਾਪਤ ਹੁੰਦੀ ਹੈ। ਸ਼ਬਦ ਨਾਲ ਸਾਂਝ ਬਣਿਆ ਹੀ ਉੱਚੀ ਆਤਮਕ ਅਵਸਥਾ ਤੇ ਵਿਕਾਰਾਂ ਤੋਂ ਮੁਕਤ। ਜਮ ਦੀ ਰਾਹ ਤੇ ਜਿਹੜਾ ਅਸੀਂ ਟੁਰਦੇ ਰਹਿੰਦੇ ਹਾਂ ਨਾ, ਮਨ ਜਿਹੜਾ ਵਿਕਾਰਾਂ ਵਿੱਚ ਉਲਝਿਆ ਰਹਿੰਦਾ ਹੈ, ਜਮਾਂ ਦੀ ਰਾਹ ਤੇ ਤੁਰਦਾ ਰਹਿੰਦਾ ਹੈ, ਕਹਿੰਦੇ ਨੇ ਉਸ ਰਾਹ ਤੋਂ ਅਗਰ ਮੁਕਤੀ ਪਾਣੀ ਹੈ, ਉਸ ਰਾਹ ਦੇ ਦੁੱਖਾਂ ਤੋਂ ਮੁਕਤੀ ਪਾਣੀ ਹੈ, ਤੇ ਉਹ ਮੁਕਤੀ ਗੁਰੂ ਦੇ ਸ਼ਬਦ ਦੇ ਰਾਹੀਂ ਪ੍ਰਾਪਤ ਹੋਣੀ ਹੈ। ਗੁਰਮੁਖ ਸਾਚਾ ਸਦਾ ਧਿਆਵੋ, ਗਤ ਮੁਕਤ ਕਿਸੇ ਤੇ ਪਾਹਾ ਹੈ। ਜੀ ਅਰਵਿੰਦ ਵੀ ਜੀ। ਇੱਥੇ ਪੰਕਤੀ ਆ ਰਹੀ ਹੈ, ਆਵਣ ਜਾਣਾ ਰਖੇ ਨਾ ਕੋਈ। ਵੀ ਇੱਥੇ ਜੇ ਆਵਾਗਮਨ ਜਿਹਨੂੰ ਅਸੀਂ ਕਹਿੰਦੇ ਪਏ ਹਾਂ, ਉਹਨੂੰ ਵੀ ਜੇ ਗੁਰੂ ਗ੍ਰੰਥ ਸਾਹਿਬ ਤੋਂ ਤਾਂ ਡੈਫੀਨੇਸ਼ਨ ਲੈ ਲਈਏ ਵੀ ਆਣਾ ਜਾਣਾ ਹੈ ਕੀ। ਕਹਿੰਦਾ ਮਨ ਤਨ ਥਾਪ ਕੀਆ ਸਭ ਆਪਣਾ, ਇਹੋ ਆਵਣ ਜਾਣਾ। ਜਦੋਂ ਤੱਕ ਅਸੀਂ ਆਪਣੀ ਹੋਂਦ ਬਰਕਰਾਰ ਰੱਖੀ ਹੋਈ ਹੈ, ਮੈਂ ਕੁਝ ਹਾਂ, ਕਹਿੰਦਾ ਮਨ ਤਨ ਥਾਪ ਕੀਆ ਸਭ ਆਪਣਾ, ਕਹਿੰਦਾ ਇਹੋ ਆਵਣ ਜਾਣਾ। ਇਹ ਹੀ ਤੇਰਾ ਆਣਾ ਜਾਣੇ ਦਾ ਕਾਰਨ ਜਿਹੜਾ ਹੈ ਨਾ। ਤੂੰ ਆਪਣੀ, ਕਹਿੰਦਾ ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਇਹ ਆਣਾ ਜਿਹੜਾ ਆਣਾ ਜਾਣਾ ਹੈ ਨਾ, ਇਹ ਕਿਹਦੇ ਕਾਰਨ? ਅਸੀਂ ਆਪਣੀ ਰੱਬ ਤੋਂ ਇੱਕ ਵੱਖਰੀ ਹੋਂਦ, ਅਸੀਂ ਇੱਕ ਆਪਣੀ ਆਈਡੈਂਟੀਟੀ ਜਿਹੜੀ ਹੈ ਨਾ ਉਹ ਵੱਖਰੀ ਰੱਖੀ ਹੋਈ ਹੈ। ਤੇ ਰੱਖੇ ਨਾ ਕੋਈ, ਅਸੀਂ ਕਹਾਂਗੇ ਉਹ ਤਾਂ ਇਸ ਤੋਂ ਬਚਾ ਨਹੀਂ ਸਕਦਾ ਤੈਨੂੰ ਕੋਈ। ਜਿਹੜਾ ਆਵਾਗਮਨ ਦਾ ਚੱਕਰ ਕੀ ਹੈ, ਅਸੀਂ ਕਹਿੰਦੇ ਪਿਆ ਇਸ ਤੋਂ ਬਚਾ ਨਹੀਂ ਸਕਦਾ ਤੈਨੂੰ। ਤੋਂ ਇਹ ਜਿਹੜਾ ਚੱਕਰ ਜਿਹੜਾ ਹੈ ਨਾ, ਇੱਕ ਉਹ ਕਬੀਰ ਸਾਹਿਬ ਦੇ ਸ਼ਲੋਕ ਆਉਂਦੇ ਨੇ, ਉਹ ਕਬੀਰ ਕਹਿੰਦੇ ਨੇ, ਕਬੀਰ ਲੇਖਾ ਦੇਣਾ ਸੋਹਿਲਾ ਜੋ ਦਿਲ ਸੂਚੀ ਹੋਏ। ਅੱਗੇ ਕਹਿੰਦੇ ਨੇ ਉਸ ਸੱਚੇ ਦਰਬਾਰ ਦੀ ਬਾਣ ਮੈਂ ਪੱਲਾ ਨਾ ਪਕੜਾ ਕੋਈ। ਉਹ ਉੱਥੇ ਕੋਈ ਤੇਰੀ ਬਾਂਹ ਨਹੀਂ ਪਾ ਸਕਦਾ। ਇੱਥੇ ਤੂੰ ਕੁਛ ਇੱਥੇ ਕੁਛ ਚਲਾਕੀਆਂ, ਪੈਸਾ, ਰਿਸ਼ਵਤ, ਪੁਲਿਸ ਕੁਛ ਵੀ ਲਗਾ ਕੇ ਤੂੰ ਇੱਥੋਂ ਛੁੱਟ ਸਕਣਾ। ਕਹਿੰਦੇ ਉੱਥੇ, ਕਹਿੰਦੇ ਉਸ ਸੱਚੇ ਦੀ ਬਾਣ ਮੈਂ ਪੱਲਾ ਨਾ ਪਕੜੇ ਕੋਈ। ਹਾਂ, ਹੁਣ ਇਸ ਤੋਂ ਬੱਚਾ ਕਿਵੇਂ ਜਾ ਸਕਦਾ, ਜਾਂ ਕੌਣ ਬਚਦੇ ਨੇ? ਵੀ ਉਹ ਕਹਿੰਦਾ ਵੀ ਗੁਰਮੁਖ ਮਰੈ ਨਾ ਜਨਮੈ ਗੁਰਮੁਖ, ਗੁਰਮੁਖ ਸ਼ਬਦ ਸਮਾਹਾ ਹੈ। ਜਿਹੜਾ ਗੁਰੂ ਦੇ ਗਿਆਨ ਵਾਲੇ ਪਾਸੇ ਦਿੱਤੇ ਹੋਏ ਨਾਮ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲਵੇ ਨਾ, ਕਹਿੰਦਾ ਉਹਦਾ ਫਿਰ ਜਨਮ ਮਰਨ ਦਾ ਗੇੜ ਨਹੀਂ ਹੁੰਦਾ ਉਹਦਾ। ਉਹ ਕਹਿੰਦਾ ਆਵਣ ਜਾਣਾ ਰਹਿ ਗਏ ਆਪ ਹੋਆ ਮਿਹਰਵਾਨ। ਸਾਡੇ ਜੀਵਨ ਤੋਂ ਗੁਰੂ ਕਹਿੰਦੇ ਵੀ ਅਦਰਵਾਈਜ਼ ਕੋਈ ਰੱਖ ਨਹੀਂ ਸਕਦਾ। ਹਾਂ, ਇਹਦੇ ਕਿਉਂਕਿ ਵੱਖ-ਵੱਖ ਪਰਸਪੈਕਟਿਵ ਤੋਂ ਗੁਰੂ ਦੱਸਦੇ ਨੇ। ਬੋਲੋ ਮਤਾ ਤੂੰ ਸਮਝੇ ਕਿ ਹੋਰ ਕੋਈ ਚਤਰਾਈ, ਚਲਾਕੀ, ਸਿਆਣਪ, ਪੈਸਾ, ਕਿਸੇ ਕਰਮ ਕਾਂਡ ਦੇ ਨਾਲ ਤੂੰ ਬਚ ਸਕੇ। ਹਾਂ, ਨਹੀਂ, ਇਹ ਤੂੰ ਬਚ ਸਕਣਾ। ਵੀ ਕਹਿੰਦਾ ਗੁਰਮੁਖ ਮਰੇ ਨਾ ਜਨਮੇ ਗੁਰਮੁਖ, ਗੁਰਮੁਖ ਸ਼ਬਦ ਸਮਾਹ ਹੈ। ਤੋਂ ਭਾਵ ਉਹਨੇ ਆਪਣਾ ਜੀਵਨ ਸ਼ਬਦ ਨੂੰ ਸਮਰਪਿਤ ਕਰ ਦਿੱਤਾ। ਜੋ ਸ਼ਬਦ ਦੀ ਅਗਵਾਈ ਹੈ ਉਹਦੇ ਹਿਸਾਬ ਤੇ ਹੀ ਜਿਹੜਾ ਨਾ ਉਹ ਜੀਵਨ ਚੱਲਦਾ ਹੈ। ਉਹਨੇ ਆਵਾਗਮਨ ਦਾ ਚੱਕਰ ਬਣਾਇਆ ਕਿਸਨੇ? ਜੇ ਅਸੀਂ ਕਹਿੰਦੇ ਵੀ ਇਹ ਆਵਾਗਮਨ ਦਾ ਚੱਕਰ ਹੈ, ਇਹ ਬਣਾਇਆ ਕਿਸਨੇ? ਫਿਰ ਗੁਰੂ ਸਾਹਿਬ ਸਾਨੂੰ ਕਹਿੰਦੇ ਨੇ ਆਵਣ ਜਾਣਾ ਤਿਸ ਹੀ ਕੀਆ। ਆਵਣ ਜਾਣਾ ਇਹ ਖੇਡ ਕਿਸੇ ਨੇ ਬਣਾਇਆ। ਕਹਿੰਦੇ ਆਵਣ ਜਾਣਾ ਤਿਸ ਹੀ ਕੀਆ। ਫਿਰ ਅੱਗੇ ਇੱਕ ਹੋਰ ਗੱਲ ਸਪਸ਼ਟ ਕਰਦੇ ਨੇ, ਜਿਸ ਤੂੰ ਰਾਖੈ ਤਿਸ ਦੁੱਖ ਨਾ ਥੀਆ। ਇਹਦਾ ਆਵਾਗਮਨ ਦਾ ਚੱਕਰ ਬਣਾਉਣ ਵਾਲਾ ਉਹ ਪਰਮਾਤਮਾ ਆਪ ਹੈ। ਲੇਕਿਨ ਉਹ ਜਿਹਨੂੰ ਉਹ ਰੱਖ ਲੈਂਦਾ। ਅੱਛਾ, ਇਹ ਖੇਡ ਜਿੱਤੀ ਕਿਵੇਂ ਜਾ ਸਕਦੀ? ਅਸੀਂ ਵਿਸ਼ਕਾਰ ਵਿਚਾਰ ਕਰਕੇ ਆਏ ਹਾਂ ਵੀ ਜਿਹੜਾ ਮਾਲਕ ਨੇ ਸਾਰੀ ਖੇਡ ਬਣਾਈ ਹੋਈ ਹੈ। ਉਹ ਕਹਿੰਦੇ ਵੀ ਉਹ ਕਹਿੰਦੇ ਆਵਣ ਜਾਣਾ ਇੱਕ ਸਵਾਲ ਜਵਾਬ ਆਉਂਦਾ ਪਿਆ ਵੀ ਇਹ ਆਵਾਗਮਨ ਦੇ ਚੱਕਰ ਤੋਂ ਬਚਿਆ ਕਿਵੇਂ ਜਾਵੇ? ਜੇ ਗੁਰੂ ਕਹਿੰਦੇ ਵੀ ਇਸ ਤੋਂ ਰੱਖਿਆ ਨਹੀਂ ਜਾ ਸਕਦਾ। ਵੀ ਗੁਰੂ ਦੇਖੋ, ਗੁਰੂ ਜਿੱਥੇ ਸਵਾਲ ਖੜਾ ਕਰੇਗਾ ਨਾ, ਵੀ ਉਹ ਕਹਿੰਦੇ ਵੀ ਉਹ ਕਹਿੰਦਾ ਹਉਮੈ ਦੀਰਘ ਰੋਗ ਹੈ, ਲੇਕਿਨ ਅੱਗੇ ਫਿਰ ਨਿਰਾਸ਼ ਨਹੀਂ ਕਰਦਾ। ਕਿਉਂਕਿ ਜੇ ਕੋਈ ਸੋਲੂਸ਼ਨ ਨਾ ਦੇ ਸਕੇ ਫਿਰ ਉਹ ਗੁਰੂ ਕਾਹਦਾ ਹੋਇਆ? ਉਦੋਂ ਕਹਿੰਦੇ ਹਉਮੈ ਦੀਰਘ ਰੋਗ ਹੈ, ਅੱਗੇ ਕਹਿੰਦੇ ਚਿੰਤਾ ਨਾ ਕਰ, ਕਹਿੰਦਾ ਦਾਰੂ ਵੀ ਇਸਮਾਇਲ, ਲੇਕਿਨ ਉਹਦਾ ਇਲਾਜ ਹੈ। ਭਾਵੇਂ ਦੀਰਘ ਰੋਗ ਹੈ, ਕਹਿੰਦਾ ਕਿਰਪਾ ਇਲਾਜ ਕੀ? ਕਹਿੰਦਾ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਨਾਨਕ ਕਹੇ ਸੁਨੋ ਜਨੋ ਇਤ ਸੰਜਮ, ਦੁੱਖ ਜਾਏ। ਹਉਮੈ ਦੇ ਦੁੱਖ ਤੋਂ ਬਚਿਆ ਜਾ ਸਕਦਾ। ਇੱਥੇ ਜਿਹੜਾ ਕਹਿੰਦੇ ਵੀ ਇਹ ਕਹਿੰਦੇ ਵੀ ਇੱਕ ਸਵਾਲ ਜਵਾਬ ਫਿਰ ਇੱਥੇ ਗੁਰੂ ਸਾਹਿਬ ਕਰਦੇ ਪਏ ਨੇ। ਕਹਿੰਦੇ ਨੇ ਆਵਣ ਜਾਣਾ ਕਿਉਂ ਰਹੇ, ਕਿਉਂ ਮੇਲਾ ਹੋਈ। ਜਿਹੜਾ ਤੂੰ ਰੱਬ ਤੋਂ ਘੜੀ ਘੜੀ ਟੁੱਟ ਜਾਂਦਾ ਨਾ, ਤੇਰਾ ਆਵਾਗਮਨ ਹੋਤ ਹੈ ਪੁਨ ਪੁਨ, ਇਹ ਪ੍ਰਸੰਗ ਨਾ ਟੁੱਟੇ। ਇਹ ਟੁੱਟਦਾ ਨਹੀਂ ਪਿਆ। ਕਹਿੰਦੇ ਇਸ ਤੋਂ ਕਿਵੇਂ ਬਚਿਆ ਜਾਏ? ਆਵਣ ਜਾਣਾ ਕਿਉਂ ਰਹੇ, ਕਿਉਂ ਮੇਲਾ ਹੋਈ। ਫਿਰ ਨਾਲ ਜਵਾਬ ਦਿੰਦੇ ਨੇ ਆਵਣ ਜਾਣਾ ਤੋ ਰਹੇ। ਦੋ ਤਿੰਨ ਹੋਰ ਵਿਸ਼ਕਾਰ ਪੰਕਤੀਆਂ ਨੇ ਇਸ ਸ਼ਬਦ ਦੇ ਅੰਦਰ। ਪੇਜ ਨੰਬਰ 422 ਦਾ ਸ਼ਬਦ ਹੈ। ਕਹਿੰਦਾ ਆਵਣ ਜਾਣਾ ਤੋ ਰਹੇ ਪਾਈਏ ਗੁਰ ਪੂਰਾ।
पूरा राम नाम तन रास दे बिन से भ्रम पूरा। इस आवागमन के चक्कर तो जे सानू पूरा गुरु मिल जाए तो सानू पहला लाइन भावें कहते पे ने कि इस तो बचिया नहीं जा सकता, बेड़ा आवन जाना रखे ना कोई, लेकिन फिर नाल तुहानू निराश नहीं करते। हुण एक उल्टा असीं कई वार शब्द देखने पे ना भी जिथे गुरु साहब भी कहते हैं भी वो कबीर साहब के शब्द असीं कहते जब तक साडी हौं दी दीवार सी हौं हौं भीत भयो है बीचो, साडे होर रब दे विचकार कहते भी एका सेज विछी धन कंता धन सूती फिर सद जागंता पीओ मदरो। असी मदरा शराब असी माया दे नशे विच मस्त होकर सुते हाँ, है रब साडे नाल कहते ने भांबीरी के पाठ पारदे वो तेरे और रब दे विचकार दीवार कितनी है, कहते भी वो जिस तरह बंबल बी दी जितनी वो पंख होंगे ना उस तरह भी पतली ते दीवार है तेरे विचकार। ते जेड़ा जीवन असी तो गुरु ने सारी जांच भी देनी है ना भी साडा जीवन कैसा हो जावे। एक वो कबीर साहब जेड़ा श्लोकां विच आंदा है कहते ना मोहे छान ना छापरी ना मोहे घर नहीं गाँव मत हर पूछे कौन है मेरे जात ना नाव। तो साडी अवस्था कैसी हो जावे कि ना मेरा कोई कहते मोहे मरने का चाव है मरो तो हर के द्वार मत हर पूछे कौन है परा हमारे बार। मता रब मैनू पुछ ही लवे जे मैं रब दे दर ते पहुंच गया मता मैनू रब पुछ लवे कौन है, वो कहते नहीं, कहते ना मोहे छान ना छापरी ना मेरा कोई घर है ना मेरी कोई छप्पर है ना मोहे घर नहीं गाँव। कहते मत हर पूछे कौन है, कहते मेरे जात ना नाव ना मेरी कोई जात। मैं जदों मैं क्या मैं कबीर फिर किथे वाला कबीर बनारस ही रहने वाला वो सारा जिहड़ा चक्कर गुरु कहंदा भी तू कहंदा कबीरा तू कबीर तू तेरो नाम कबीर राम रतन तब पाइए जो पहले तजे शरीर का मतलब है नहीं कि तू अपने प्राण छोड़ दे तू अपनी जिंदगी खत्म कर ले। पहले तजे शरीर का मतलब है नहीं है तू जेड़ा देह दे आस है ना जो पकड़ के बैठे हैं तू अपने आप नू एक वखरी होंद हस्ती का मालक समझ के बैठा हुआ है। तो विशकार भी कहते सोई फिर के तू हुआ जाको कहता और तू रब नू होर अपने आप नू वख वख समझदा सी, कहते नहीं फिर तू ओदा ही कहते तू करता तू हुआ मुझ में रहा ना हूं जब आपा परका मिट गया जद देखा तद तू। तो उस परमात्मा का स्वरूप ही हो जाएगा। आवन जाना रखे ना कोई जमन मरण तिसे ते होई ए रब दे नियम ने रब ने ए परमात्मा ने ए हुक्म के अनुकूल ही सारी सृष्टि जिहड़ी ना उन्हें पैदा की हुई है। कहते भाई गुरमुख साचा सदा त्यावो गत मुक्त तिसे ते पाहे। गुरमुख बन के उस सच्चे परमात्मा नूं उहदे नियमां नूं उहदे हुक्मां नूं हमेशा ध्याव तो बहुत चेते रखना चाहिए। गुरमुख साचा सदा ध्यावो कहंदे गत मुक्त तिसे ते पाहा है। जीवन में एक उच्ची आत्मक अवस्था गत मुक्त वो स्टार्ट किते करते पे ने भी आवन जाना रखे ना कोई। इत्थे की कहंदे ने गत मुक्त आवागमन के चक्कर तो मुक्ति किवें मिल सकती है भी कहंदे गत मुक्त तिसे ते पाहा है। पहले कहंदे आवन जाना पावे आवन जान के चक्कर तो मुक्ति मिल सकती है उच्ची आत्मक अवस्था जी मिल सकती है उस परमात्मा। कबीर साहब का शब्द आंदा है वो कहंदे बौर हम काहे आवेंगे अगे कहंदे आवन जाना हुक्म तिसे का हुक्मे बुझ समावेंगे। जदों सानू इस रब की खेड़ का होर सानू इहदे भरोसा आ जाए गुरु जो कहंदा उस ते प्रतीत आ जाए तो फिर असीं उहदी खेड़ समझ के जीत हार की सोची परी तो जो सानू पता लग जाएगा कि साडा जीवन कितना बेमुल्ला जीवन सानू भी असीं वो कांच बादरे लाल खोईए करने पे हाँ फिर अवसर कतल है असीं फिर आवागमन के चक्कर तो जिहड़ा ना असीं बच सकने हैं। गुरु सानू पहला कहते भी अदरवाइज कोई चीज नहीं बचा सकती। मता तू समझे कि किसी कर्म कांड के राही मैं गुरुद्वारे अच्छा जी मैं गुरुद्वारे जी सोना दिता इतना मैं वो कहना ना तू आवे बस बहुता दान दे ना तू आवे बस बहुत के नामने ना तू आवे बस वेद पढ़ावने ना तू आवे बस तीरथ नहाइए ना तू आवे बस धरती का सारा शब्द ही करी जाता पिया। इन्हां तरीकों के नाल बच नहीं सकेगा। हाँ बचन का तरीका की है गुरमुख बन जा गुरु की दिती हुई अगवाई नू अपने जीवन में एक्सेप्ट कर ले। हाँ जी 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 बाणी दे उदाहरण दे के आप जी बड़ी खूबसूरती नाल शब्द में कोलना कर दो इस दे नाल बिल्कुल रलदा शब्द जिहड़ा है ना कुछ दिन पहला भी असी पढ़ के आया मन मुख भूला ठौर ना पाए। कुछ दिन पहले ही असी शब्द जिहड़ा असी पाठ करके आए
ਉਧਰ ਵੀ ਇਹੋ ਜ਼ਿਕਰਨ ਮਨਮੁਖ ਭੁੱਲਾ ਠੌਰ, ਉਹਨੂੰ ਵੀ ਟਿਕਾਣਾ ਨਹੀਂ ਮਿਲ ਰਿਹਾ। ਇੱਥੇ ਵੀ ਗੁਰੂ ਸਾਹਿਬ ਸਲਾਹ ਕਰ ਰਹੇ ਨੇ ਜੀ। ਵਿੰਦਰੀ ਭੂਆ ਜੀ। ਹਾਂਜੀ, ਪਹਿਲੀ ਦੋ ਤੁਕਾਂ ਜੋ ਹੈ ਨਾ ਉਹ ਮਨਮੁਖ ਦੀ ਗੱਲ ਕਰ ਰਹੇ ਨੇ, ਉਸ ਮਨ ਨੂੰ ਕਹਿ ਰਹੇ ਨੇ, ਸੰਬੋਧਨ ਕਰ ਰਹੇ ਨੇ ਕਿ ਬਈ ਉਸਦਾ ਇੱਕ ਲॉ ਹੈ, ਉਸਦਾ ਇੱਕ ਸਿਧਾਂਤ ਹੈ ਕਿ ਬਈ ਅਗਰ ਤੂੰ ਆਪਣੇ ਮਨ ਦੇ ਵਿੱਚ ਪੂਰੀ ਤਰ੍ਹਾਂ ਖਚਤ ਹੋ ਜਾਂਦਾ ਉਹਨਾਂ ਅਵਗੁਣਾਂ ਦੇ ਨਾਲ, ਉਹਨਾਂ ਸਿੱਖਿਆ ਦੇ ਨਾਲ ਜੋ ਗੁਰੂ ਦੇ ਅਗੇਂਸਟ ਹੈ, ਉਹਦਾ ਉਲਟ ਹੈ, ਤੇ ਫਿਰ ਤੇਰਾ ਮਨ ਜਿਹੜਾ ਹੈ ਉਹ ਆਵਣ ਜਾਵਣ ਤੇ ਜਨਮ ਮਰਨ ਵਿੱਚ ਹੀ ਰਹਿ ਜਾਏਗਾ। ਕਿੰਜ ਕਿ ਇੱਕ ਬਿਰਥੀ ਤੋਂ ਨਿਕਲੇਗਾ ਤੇ ਦੂਸਰੀ ਬਿਰਥੀ ਦਾ ਜਨਮ ਹੋ ਜਾਏਗਾ, ਦੂਸਰੀ ਤੋਂ ਨਿਕਲੇਗਾ ਤੇ ਤੀਸਰੀ ਦੇ ਵਿੱਚ ਚਲਾ ਜਾਏ, ਤੇਰਾ ਜਨਮ ਮਰਨ ਚੱਲਦਾ ਹੀ ਰਹੇਗਾ ਕਿਉਂਕਿ ਤੇਰਾ ਮਨ ਮਨਮੁਖੀ ਹੋਇਆ। ਹੁਣ ਇਸ ਨੂੰ ਬਣਨਾ ਕਿੰਜ ਹੈਗਾ, ਉਸ ਉਲਟ ਕੰਮ ਕਿੰਜ ਕਰਨਾ, ਅਸੀਂ ਗੁਰਮੁਖ ਕਿੰਜ ਬਣਨਾ ਹੈ। ਉਸ ਮਨ ਨੂੰ ਸਿੱਖਿਆ ਦੇ ਕਿ ਤੂੰ ਗੁਰਮੁਖ ਕਿੰਜ ਬਣੇਗਾ, ਜਦੋਂ ਤੂੰ ਉਸ ਇੱਕ ਨੂੰ ਧਿਆਏਂਗਾ। ਉਸ ਇੱਕ ਨੂੰ ਧਿਆਨ ਦਾ ਮਤਲਬ ਜਦੋਂ ਤੂੰ ਉਸਦੀ ਸਿੱਖਿਆ ਪੂਰੀ ਤਰ੍ਹਾਂ ਲੈ ਕੇ, ਸਤਿਗੁਰੂ ਦਾ ਗਿਆਨ ਲੈ ਕੇ, ਉਸ ਦੇ ਗੁਣਾਂ ਦੇ ਨਾਲ ਪੂਰੀ ਤਰ੍ਹਾਂ ਆਪਣਾ ਅਮਲੀ ਜੀਵਨ ਬਣਾਏਗਾ ਤੇ ਤੂੰ ਫਿਰ ਜਿੰਦਿਆਂ ਜੀ ਮੁਕਤ ਹੋ ਜਾਏਗਾ। ਗਤ ਮੁਕਤ ਹੋ ਕਿਸੇ ਤੇ ਪਾਏ, ਉਹ ਤੂੰ ਜਿੰਦਿਆਂ ਜੀ ਮੁਕਤ ਹੋ ਜਾਏਗਾ। ਕਿੰਨਾ ਚੀਜ਼ਾਂ ਤੋਂ, ਉਹਨਾਂ ਅਵਗੁਣਾਂ ਤੋਂ। ਤੂੰ ਫਿਰ ਉਹ ਜਨਮ ਮਰਨ ਦੇ ਅੰਦਰ ਦੇ ਗੇੜ ਵਿੱਚੋਂ ਤੂੰ ਨਿਕਲ ਜਾਏਗਾ। ਹਾਂਜੀ ਜੀ ਜੀ ਭੂਆ ਜੀ। ਸੁਖਵਿੰਦਰ ਵੀਰ ਜੀ। ਹਾਂਜੀ ਵੀਰ ਜੀ। ਹਾਂਜੀ ਵੀਰ ਜੀ, आवाज आ रही है ना? आ रही जी है, आ रही है। हाँ रवि जी ऑन हो गया ये। आवाज आ रही है ਵੀਰ ਜੀ? ਜੀ ਸੁਖਵਿੰਦਰ ਵੀਰ ਜੀ, ਪਲੀਜ਼ ਕੰਟੀਨਿਊ ਕਰੋ। ਹਾਂਜੀ ਵੀਰ ਜੀ, ਪਿਛਲੇ ਬੰਦ ਦੇ ਵਿੱਚ ਨਾ ਸਤਿਗੁਰੂ ਜੀ ਸਾਨੂੰ ਦੱਸ ਕੇ ਆ ਰਹੇ ਸਨ ਕਿ ਰਈਅਤ ਰਾਜੇ ਦੁਰਮਤ ਦੋਈ, ਤੇ ਨਾਲ ਹੀ ਗੱਲ ਕਰ ਰਹੇ ਸਨ ਬਿਨ ਸਤਿਗੁਰ ਸੇਵੇ ਏਕ ਨਾ ਹੋਈ। ਇੱਕ ਤਾਂ ਦੁਰਮਤ ਦੇ ਵਿੱਚ ਕੀ ਹੋ ਰਿਹਾ ਸੀ ਤੇ ਇੱਕ ਬਿਨ ਸਤਿਗੁਰ ਸੇਵੇ, ਦੋਨੋਂ ਇੱਕੋ ਭਾਵਾਂ ਦੇ ਵਿੱਚ ਸਤਿਗੁਰੂ ਜੀ ਸਾਨੂੰ ਪਿੱਛੇ ਸਮਝਾ ਕੇ ਆਏ ਹਨ। ਇਹ ਜਿਹੜੀ ਸਾਡੇ ਰਾਜੇ ਵੀ ਸਨ ਅੰਦਰਲੇ, ਸਾਰੇ ਜਿਹੜੇ ਰਾਜ ਕਰ ਰਹੇ ਸਨ ਰਈਅਤ ਤੇ, ਇਹ ਸਾਰਾ ਕੁਝ ਹੀ ਦੁਰਮਤ ਦੇ ਵਿੱਚ ਸੀ ਤੇ ਬਿਨ ਸਤਿਗੁਰੂ ਸੇਵੇ ਵਾਲੀ ਅਵਸਥਾ ਵਿੱਚ ਜੀ ਰਹੇ ਸਨ। ਸਤਿਗੁਰੂ ਦੀ ਸਤਿਗੁਰੂ ਸੱਚ ਰੂਪੀ ਸਤਿਗੁਰੂ ਜੀ ਨੂੰ ਇਹ ਨਹੀਂ ਧਿਆ ਰਹੇ ਸਨ। ਇਹਨਾਂ ਨੂੰ ਪਿਛਲੇ ਦੱਸਿਆ ਜਾ ਰਿਹਾ ਸੀ ਕਿ ਏਕ ਧਿਆਵਨ ਤਾਂ ਸੁਖ ਪਾਵੋਗੇ। ਪੂਰੇ ਵੀ ਉਸੇ ਗੱਲ ਨੂੰ ਸਤਿਗੁਰੂ ਦੱਸ ਰਹੇ ਨੇ, ਕਹਿੰਦੇ ਨੇ ਗੁਰਮੁਖ ਸਾਚਾ ਸਦਾ ਧਿਆਵੋ। ਗੁਰਮੁਖ ਨੂੰ ਹੀ, ਸੱਚ ਨੂੰ ਹੀ ਗੁਰਮੁਖ ਆਖਦੇ ਨੇ ਸਤਿਗੁਰੂ ਜੀ, ਗੁਰਮੁਖ ਨੂੰ ਹੀ ਨਾਦ ਆਖਦੇ ਨੇ, ਗੁਰਮੁਖ ਨੂੰ ਹੀ ਈਸ਼ਰ ਆਖਦੇ ਨੇ, ਗੁਰਮੁਖ ਨੂੰ ਹੀ ਵੇਦ ਆਖਦੇ ਨੇ, ਤੇ ਗੁਰਮੁਖ ਨੂੰ ਹੀ ਆਪਾਂ ਇੱਥੇ ਜਿਹੜੀ ਸੱਚ ਆਖ ਰਹੇ ਨੇ ਸਤਿਗੁਰੂ ਜੀ। ਮਨ ਦੇ ਅੰਦਰ ਦੁਰਮਤ ਵਸੀ ਹੋਈ ਹੈ, ਮਨ ਦੇ ਅੰਦਰ ਵੀ ਦੁਰਮਤ ਵਸੀ ਹੋਈ ਹੈ। ਦੁਰਮਤ ਤੋਂ ਇਸ ਨੂੰ ਕੋਈ, ਦੁਰਮਤ ਦੇ ਨਾਲ ਇਹਦੇ ਅੰਦਰ ਵਿਕਾਰ, ਇਹਦੇ ਅੰਦਰ ਦੁੱਖ ਸੁੱਖ ਤੋਂ ਇਹਨੂੰ ਕੋਈ ਬਚਾ ਨਹੀਂ ਪਾ ਰਿਹਾ, ਕਿਉਂਕਿ ਆਵਣ ਜਾਣਾ ਰੱਖਿਆ ਨਾ ਕੋਈ ਦੀ ਜਿਹੜੀ ਆਵਣ ਜਾਣਾ ਵਾਲਾ ਸਿਧਾਂਤ ਹੈ, ਸਤਿਗੁਰੂ ਜੀ ਨੇ 2-3 ਸ਼ਬਦਾਂ ਵਿੱਚ ਸਾਨੂੰ ਦੱਸਿਆ ਹੋਇਆ ਕਿ ਆਵਣ ਜਾਣਾ ਆਖਦੇ ਸਤਿਗੁਰੂ ਜੀ ਕਿਸ ਨੂੰ ਕਹਿੰਦੇ, ਜਦੋਂ ਮਨ ਤਨ ਥਾਪ ਕੀਆ ਸਭ ਆਪਣਾ ਇਹ ਆਵਣ ਜਾਣਾ। ਜਦੋਂ ਅਸੀਂ ਮਨ ਦੇ ਵਿੱਚ, ਸਾਡੇ ਤਨ ਦੇ ਵਿੱਚ ਮਨ ਆਪਣੀ ਦੁਰਮਤ, ਆਪਣੀ ਮਤ ਵਰਤਾ ਕੇ ਰੱਖਦਾ ਹੈ, ਆਪਣੀ ਮਤ ਦੇ ਨਾਲ ਹੀ ਅੰਦਰ ਸਾਰਾ ਕੁਝ ਸਾਜ ਕੇ ਰੱਖਦਾ ਹੈ। ਥਾਪ ਕੀਆ ਸਭ ਆਪਣਾ, ਆਪਣੀ ਮਤ ਨੂੰ ਹੀ ਥਾਪ ਕੇ ਰੱਖਦਾ ਹੈ ਅੰਦਰ, ਭਾਵ ਸੰਦਲੇ ਸਾਰ ਹਰ ਇੱਕ ਤੇ, ਤਨ ਤੇ, ਮਨ ਤੇ। ਮਨ ਦੀ ਮਤ ਜਿਸ ਨੂੰ ਉੱਪਰ ਸਤਿਗੁਰੂ ਜੀ ਦੁਰਮਤ ਆਖ ਰਹੇ ਨੇ, ਜਿਸ ਨੂੰ ਕਹਿ ਰਹੇ ਨੇ ਬਿਨ ਸਤਿਗੁਰ ਸੇਵੇ, ਬਿਨ ਸਤਿਗੁਰੂ ਦੀ ਸੇਵਾ ਤੋਂ ਅਜੇ ਮਤ ਨਹੀਂ ਲਿੱਤੀ, ਮਨ ਦੀ ਆਪਣੀ ਮਤ ਨਾਲ ਜੋ ਇਹ ਮਤ ਪ੍ਰਾਪਤ ਹੋਈ ਹੈ, ਉਹਦੇ ਨਾਲ ਕੀ ਹੁੰਦਾ ਨਾ, ਇਹਦਾ ਆਵਣ ਜਾਣਾ ਬਣਿਆ ਰਹਿੰਦਾ। ਅੱਗੇ ਕਹਿੰਦੇ ਨੇ ਜੰਮਣ ਮਰਨ ਤਿਸੈ ਤੇ ਹੋਈ। ਜੰਮਣ ਮਰਨ ਕੀ ਹੁੰਦਾ, ਸਤਿਗੁਰੂ ਜੀ ਕਹਿੰਦੇ ਜੰਮਣ ਮਰਨ ਨਾਲ ਹੁੰਦਾ ਕੀ ਹੈ, ਕਹਿੰਦੇ ਨੇ ਸੁਖ ਦੁੱਖ ਸੁਖ ਕਰਤ ਜਨਮ ਫੁਨ ਮੂਆ। ਦੁੱਖ ਸੁਖ ਕਰਤ, ਉਹਦੇ ਨਾਲ ਕੀ ਫਰਕ ਪੈਂਦਾ, ਜਦੋਂ ਬੰਦਾ ਦੁਰਮਤ ਨੂੰ ਧਾਰਦਾ ਹੈ, ਅੰਦਰ ਸਾਚਾ ਨਹੀਂ ਟਿਕਿਆ, ਸੱਚ ਨੂੰ ਨਹੀਂ ਧਿਆਉਂਦਾ, ਤਾਂ ਬੰਧਨਾਂ ਤੋਂ ਮੁਕਤ ਨਹੀਂ ਹੋ ਪਾਉਂਦਾ। ਇਸ ਨੂੰ ਕਹਿੰਦੇ ਨੇ ਗਤ ਮੁਕਤ ਤਿਸੈ ਤੇ ਪਾਹਾ ਹੈ, ਤਾਂ ਪਾਉਂਦਾ ਜਦੋਂ ਸੱਚੇ ਨੂੰ ਸਦਾ ਧਿਆਉਂਦਾ ਹੈ। ਲੇਕਿਨ ਜਦੋਂ ਮਨ ਸਾਡਾ ਸੱਚ ਨੂੰ ਨਹੀਂ ਧਿਆਉਂਦਾ, ਭਾਵ ਅੰਦਰ ਸੱਚਾ ਨੂੰ ਨਹੀਂ ਵਸਾਉਂਦਾ, ਜਦੋਂ ਗੁਰਮੁਖ ਅੰਦਰ ਵਸ ਜਾਂਦਾ ਹੈ, ਭਾਵ ਸੱਚ ਅੰਦਰ ਵਸ ਜਾਂਦਾ ਹੈ, ਤੇ ਮਨ ਦੇ ਵਿੱਚ ਮਨ ਹੀ ਗੁਰਮੁਖ ਭਾਵ ਸੱਚ ਸਰੂਪ ਬਣ ਜਾਂਦਾ ਹੈ। ਫਿਰ ਇਹਦੇ ਅੰਦਰ ਆਵਣ ਜਾਣਾ ਨਹੀਂ ਟਿਕਦਾ, ਜਿਸ ਨੂੰ ਕਹਿੰਦੇ ਨੇ ਪਰ ਧਨ, ਪਰ ਤਨ, ਪਰਤੀ ਨਿੰਦਾ, ਪਰ ਅਪਵਾਦ ਨਾ ਛੂਟੈ, ਆਵਾਗਮਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਟੂਟੈ। ਪਰਾਏ ਤਨ ਵੱਲ, ਪਰਾਈਆਂ ਸਿੱਖਿਆਵਾਂ ਵੱਲ, ਪਰਾਈ ਮਤ ਵੱਲ
ਜਮਾ ਵਾਲੀ ਮੱਤ ਵੱਲ, ਪਰਾਏ ਵਿਕਾਰਾਂ ਵੱਲ ਹੀ ਇਹਦਾ ਮਨ ਤੇ ਤਨ ਰੱਤਿਆ ਰਹਿੰਦਾ ਹੈ। ਇਸ ਨੂੰ ਆਵਣ ਜਾਣਾ ਕਹਿੰਦੇ ਨੇ। ਸਤਿਗੁਰੂ ਜੀ ਤੋਂ ਕਦੀ ਮੱਤ ਲੈ ਲਈ, ਕਦੀ ਫੇਰ ਉੱਥੋਂ ਚਲੇ ਗਏ, ਉੱਥੇ ਟਿਕੇ ਹੀ ਨਹੀਂ। ਸਤਿਗੁਰੂ ਜੀ ਮੱਤ ਲੈ ਕੇ ਫੇਰ ਛੋੜ ਦਿੱਤਾ, ਫੇਰ ਪਰਾਏ ਤਨ ਵੱਲ ਚਲੇ ਗਏ, ਪਰਾਈ ਮੱਤ ਵੱਲ ਚਲੇ ਗਏ। ਸਤਿਗੁਰੂ ਜੀ ਕਹਿੰਦੇ ਨੇ ਇਹ ਜਿਹੜਾ ਕੰਮ ਹੈ ਨਾ, ਇਹ ਤੈਨੂੰ ਇਸ ਤੋਂ ਆਵਣ ਜਾਣਾ ਤੋਂ ਕੋਈ ਰੱਖ ਨਹੀਂ ਸਕਦਾ। ਇਹਦੇ ਨਾਲ ਹੀ ਤੇਰਾ ਜੰਮਣ ਮਰਨ ਹੁੰਦਾ ਰਹਿੰਦਾ। ਜੰਮਣ ਮਰਨ ਪਾਪ, ਜਿਸ ਤਰ੍ਹਾਂ ਬਿੰਦੀ ਭੂਆ ਜੀ ਨੇ ਦੱਸਿਆ ਨਾ, ਬਹੁਤ ਅੱਛਾ ਉਹਨਾਂ ਨੇ ਦੱਸਿਆ, ਐਕਸਪਲੇਨ ਕੀਤਾ ਹੈ ਕਿ ਅਸੀਂ ਆਪਣੀ ਬਿਰਤੀ ਬਦਲਦੇ ਰਹਿੰਦੇ ਹਾਂ। ਅਸੀਂ ਪਲ ਪਲ ਸਾਡਾ ਜਨਮ ਮਰਨ ਹੁੰਦਾ ਰਹਿੰਦਾ ਹੈ। ਅਸੀਂ ਆਪਣੀ ਬਿਰਤੀ ਕਦੀ ਮਨੁੱਖਾ ਜਨਮ ਵਿੱਚ ਹੋ ਜਾਂਦੇ ਹਾਂ, ਤੇ ਨਾਲ ਦੀ ਨਾਲ ਹੀ ਕਦੀ ਅਸੀਂ ਪਸ਼ੂਆਂ ਦੇ ਵਿੱਚ, ਪਸ਼ੂਤਾ ਕਰਮਾਂ ਦੇ ਵਿੱਚ ਸਾਡਾ ਸੁਭਾਅ, ਸਾਡੀ ਬਿਰਤੀ ਭਾਵ ਸਾਡਾ ਜਨਮ ਮਰਨ ਹੁੰਦਾ ਰਹਿੰਦਾ ਹੈ। ਪਰ ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਇਹ ਹੈ ਕਿ ਮਨ ਨੇ ਦੁਰਮਤ ਨੂੰ ਧਾਰਨ ਕੀਤਾ ਹੋਇਆ ਹੈ। ਜਦੋਂ ਸਾਡੇ ਮਨ ਦੇ ਵਿੱਚ ਸੱਚ ਵਸ ਜਾਂਦਾ ਹੈ, ਭਾਵ ਗੁਰਮੁਖ, ਗੁਰੂ ਦੇ ਮੁਖ ਤੋਂ ਨਿਕਲਿਆ ਹੋਇਆ ਸੱਚ ਵਸ ਜਾਂਦਾ ਹੈ, ਤਾਂ ਮਨ ਗੁਰਮੁਖ ਭਾਵ ਸੱਚਾ ਸਰੂਪ ਬਣ ਜਾਂਦਾ ਹੈ। ਫਿਰ ਇਹਦਾ ਆਵਣ ਜਾਣਾ ਨਹੀਂ ਹੁੰਦਾ, ਕਿਉਂਕਿ ਆਵਣ ਜਾਣਾ ਜਦੋਂ ਇਹਨੂੰ ਫਿਰ ਸਮਝ ਆ ਜਾਂਦਾ ਹੈ। ਕੀ ਕਹਿੰਦਾ ਸ਼ਬਦ ਹੈ ਨਾ ਸਤਿਗੁਰੂ ਜੀ ਦਾ, ਬਹੁਰ ਹਮ ਕਾਹੇ ਆਵੇਂਗੇ, ਆਵਣ ਜਾਣਾ ਹੁਕਮ ਤਿਸੇ ਕਾ ਹੁਕਮ ਹੈ ਬੂਝ ਸਮਾ। ਹੁਣ ਅਸੀਂ ਹੁਕਮ ਨੂੰ ਬੂਝ ਲਿਆ, ਹੁਣ ਅਸੀਂ ਹੁਕਮ ਵਿੱਚ ਸਮਾ ਗਏ ਹਾਂ, ਹੁਣ ਅਸੀਂ ਹੁਕਮ ਤੋਂ ਬਾਹਰ ਸਾਡਾ ਆਉਣਾ ਜਾਣਾ ਹੁਣ ਮੁੱਕ ਗਿਆ ਹੈ। ਇਸੇ ਨੂੰ ਸਤਿਗੁਰੂ ਜੀ ਸਮਝਾ ਰਹੇ ਨੇ। ਜਦੋਂ ਮਨ ਸੱਚ ਆਪਣੇ ਅੰਦਰ ਵਸਾਉਂਦਾ ਤੇ ਸੱਚ ਨੂੰ ਧਿਆਉਂਦਾ ਹੈ, ਇਸ ਨੂੰ ਵਿਕਾਰਾਂ ਤੋਂ, ਦੁਰਮਤ ਤੋਂ ਮੁਕਤ ਪ੍ਰਾਪਤ ਹੁੰਦੀ ਹੈ, ਤੇ ਇਹ ਅੰਦਰ ਆਪਣੇ ਘਰ ਦੇ ਵਿੱਚ ਟਿਕ ਜਾਂਦਾ ਹੈ। ਸਤਿਗੁਰੂ ਜੀ ਮਹਿਲ ਇਸ ਨੂੰ ਪ੍ਰਾਪਤ ਹੋ ਜਾਂਦਾ ਹੈ। ਹਾਂਜੀ ਜੀ ਵੀਰ ਜੀ, ਆਪ ਜੀ ਸਿਧਾਂਤਕ ਤੌਰ ਤੇ ਅੰਦਰ ਦੀ ਰਚਨਾ ਬਾਰੇ ਵੀ ਸਾਂਝ ਬਣਾ ਦਿੰਦੇ ਹੋ ਜੀ। ਭੁਪਿੰਦਰ ਵੀਰ ਜੀ ਨੇ ਵੀ ਜੁਆਇਨ ਕੀਤਾ। ਭੁਪਿੰਦਰ ਵੀਰ ਜੀ, ਆਪ ਜੀ ਵੀ ਵਿਚਾਰ ਦੇ ਦਿਓ ਜੀ। ਹਾਂਜੀ, ਬੜਾ ਸੋਹਣਾ ਖੁੱਲ ਗਿਆ, ਸਿੰਪਲ। ਇਹਦੇ ਵਿਚਕਾਰ ਦੋ ਤਿੰਨ ਟਰਮਸ ਅਸੀਂ ਸਮਝ ਲਏ। ਤਿਸੈ ਕੌਣ ਹੈ? ਇਸ ਜਿਹੜੀ ਆਖਰੀ ਪੰਕਤੀ ਨਾ, ਗੁਰਮੁਖ ਸਾਚਾ ਸਦਾ ਧਿਆਵੋ, ਗਤ ਮੁਕਤ ਤਿਸੈ ਤੇ ਪਾਹਾ ਹੈ। ਇਹ ਤੀਸਰਾ ਕੋਈ ਮਨ ਹੈ ਜਿਹੜਾ ਸਤਿਗੁਰੂ ਦੇ ਨਾਲ ਮਰਜ ਹੋ ਚੁੱਕਾ ਹੋਇਆ ਹੈ, ਜਿਹਦਾ ਪਹਿਲੀ ਪੰਕਤੀ ਤੋਂ ਉੱਪਰ ਗੱਲ ਸ਼ੁਰੂ ਹੋਈ ਹੈ, ਜਿਹਨੂੰ ਨੇਚਲ ਆਸਨ ਪ੍ਰਾਪਤ ਹੋ ਚੁੱਕਾ ਹੋਇਆ ਹੈ। ਉਹ ਨਾ ਹੁਣ ਆਪ ਭਟਕਦਾ ਹੈ ਤੇ ਨਾ ਦੂਜਿਆਂ ਨੂੰ ਭਟਕਣਾ ਚ ਪਾਉਂਦਾ ਹੈ। ਤੇ ਇਹਦੇ ਅੰਦਰ ਜਿਹੜਾ ਪਹਿਲੀ ਪੰਕਤੀ ਚ ਆਵਣ ਜਾਣਾ ਲਫ਼ਜ਼ ਹੈ ਨਾ, ਆਵਣ ਜਾਣਾ ਭਟਕਣਾ ਨੂੰ ਕਹਿੰਦੇ ਨੇ। ਔਰ ਭਟਕਣਾ ਅਸੀਂ ਤਾਂ ਹੀ ਭਟਕਦੇ ਹਾਂ ਜਦੋਂ ਅਸੀਂ ਦੂਜੀਆਂ ਜੂਨਾਂ ਵਾਲਾ ਦੇਖਣ ਵਿੱਚ ਸਰੀਰਕ ਤੌਰ ਤੇ ਭੁਪਿੰਦਰ ਸਿੰਘ, ਪਰ ਦੂਜੀਆਂ ਜੂਨਾਂ ਵਾਲਾ ਜੀਵਨ ਜਦੋਂ ਉਹਨੂੰ ਅਸੀਂ ਕਹਿੰਦੇ ਬਹੁਤ ਜਨਮ ਵਿਛੜੇ ਸੀ, ਮੈਂ ਚਾਰੇ ਕੁੰਡਾਂ ਪਾਲੀਆਂ, ਸਭ ਜਗ੍ਹਾ ਭਟਕਣਾ ਦੁਆਰੇ ਦੁਆਰ ਸਵਾਨ ਜੋ ਡੋਲਤ। ਸੋ ਆਵਣ ਜਾਣਾ ਰੱਖੇ ਨਾ ਕੋਈ, ਇਸ ਭਟਕਣਾ ਤੋਂ ਸਾਨੂੰ ਕੋਈ ਨਹੀਂ ਰੋਕ ਸਕਦਾ, ਕੋਈ ਬਚਾ ਨਹੀਂ ਸਕਦਾ। ਕੌਣ ਕਹਿੰਦੇ ਪਏ ਨੇ? ਉਹੀ ਇੰਦਰੇ ਗਿਆਨ ਇੰਦਰੇ ਜਿਨ੍ਹਾਂ ਨੇ ਪਿੱਛੇ ਰਿਅਲਾਈਜ਼ ਕਰ ਲਿਆ, ਜਿਨ੍ਹਾਂ ਦੇ ਮੰਦੇ ਖਿਆਲਾਂ ਵਾਲੇ ਬਾਦਸ਼ਾਹ ਅਤੇ ਈਚ ਰਾਜ ਕਰਨ ਵਾਲੇ ਅੰਗ ਤੇ ਸ਼ਾਹ, ਬਾਦਸ਼ਾਹ ਸ਼ਾਹ ਸਭ ਵਸ ਕਰਦੀ ਨੇ, ਕਿਉਂਕਿ ਹੁਣ ਟਿਕ ਚੁੱਕਾ ਹੋਇਆ ਨਾ ਥਿਰ ਕਰ ਬੈਸੋ ਅਰਜਨ ਪਿਆਰੇ, ਉਹ ਨੇਚਲ ਆਸਨ ਉਹਨੂੰ ਪ੍ਰਾਪਤ ਹੋ ਚੁੱਕਾ ਹੋਇਆ। ਸੋ ਉਹ ਜਿਹੜੇ ਪਿੱਛੇ ਕਹਿ ਰਹੇ ਨੇ ਨਾ ਅੰਗ ਸਾਰੇ ਇੰਦਰੇ ਗਿਆਨ ਦੇ ਬਿਨ ਸਤਿਗੁਰ ਸੇਮ ਇੱਕ ਨਾ ਹੋਈ, ਇੱਕ ਧਿਆਨ ਸਦਾ ਸੁਖ ਪਾਇਨ। ਇਹ ਇੱਕ ਧਿਆਨ ਸਦਾ ਸੁਖ ਪਾਇਨ ਪਲੂਰਲ ਹੈ, ਉਹ ਸਾਰੇ ਨੇਚਲ ਰਾਜ ਦੇ ਕਾਰਨ ਪ੍ਰਾਪਤ ਕਰਦੇ ਨੇ। ਆਵਣ ਜਾਣਾ ਰੱਖੇ ਨਾ ਕੋਈ, ਇਹਦੇ ਤੋਂ ਸਾਨੂੰ ਕੋਈ ਬਚਾ ਨਹੀਂ ਸਕਦਾ। ਅਸੀਂ ਭਟਕਾਂਗੇ ਜੇ ਅਸੀਂ ਉਹਦੇ ਨਾਲ ਜੁੜੇ ਰਹੀਏ। ਜੰਮਣ ਮਰਨਾ ਤਿਸੈ ਤੇ ਹੋਈ, ਜੇ ਉਹ ਜੰਮਣ ਮਰਨ ਵਿੱਚ ਪਏਗਾ ਨਾ ਪਲ ਪਲ ਆਤਮਕ ਮੌਤ, ਤਾਂ ਫਿਰ ਅਸੀਂ ਸਾਰੇ ਫਸ ਜਾਵਾਂਗੇ। ਪਰ ਉਹਨੂੰ ਨੇਚਲ ਆਸਨ ਪ੍ਰਾਪਤ ਹੋ ਚੁੱਕਾ ਹੋਇਆ। ਉਹਨੂੰ ਕਿੱਥੋਂ ਪ੍ਰਾਪਤ ਹੋਇਆ? ਉਹਦੀ ਤੇ ਮਨ ਕੀ ਮਤ ਸੀ, ਉਹਨੂੰ ਤੇ ਅਕਲ ਹੀ ਨਹੀਂ ਸੀ, ਉਹਨੂੰ ਪ੍ਰਾਪਤ ਹੋਇਆ। ਉਹ ਨਿਜ ਘਰ ਦੇ ਮਹਿਲ ਦੇ ਅੰਦਰ ਗਿਆ, ਉੱਥੇ ਉਹਨੇ ਗੁਰੂ ਦੇ ਮੁਖ ਤੋਂ ਨਿਕਲੀ ਹੋਈ ਬਾਤ ਨੂੰ ਸੁਣਿਆ, ਗੁਰਮੁਖ ਸਾਚਾ ਸਦਾ ਧਿਆਵੋ। ਉਹ ਉੱਥੇ ਮਰਜ ਹੋ ਚੁੱਕਾ ਹੋਇਆ। ਗੁਰਮੁਖ ਸਾਚਾ ਸੱਚ ਦੀ ਮਤ ਲੈ ਕੇ ਗੁਣ ਕਹਿ ਗੁਣੀ ਸਮਾਵਣਿਆਂ ਚ ਮਰਜ ਹੋ ਚੁੱਕਾ ਹੋਇਆ। ਉਹਨੂੰ ਅਸੀਂ ਆਓ ਸਾਰੇ ਰਲ ਕੇ ਉਹਨੂੰ ਹੀ ਫੋਲੋ ਕਰੀਏ, ਉਹਨੂੰ ਹੀ ਆਪਣੀ ਜ਼ਿੰਦਗੀ ਦਾ ਲਕਸ਼ ਗੋਲ ਬਣਾਈਏ। ਗਤ ਮੁਕਤ ਤਿਸੈ ਤੇ ਪਾਹਾ ਹੈ। ਸੋ ਸਾਨੂੰ ਆਵਣ ਜਾਣਾ ਦੀ ਭਟਕਣਾ ਤੋਂ ਅਤੇ ਪਲ ਪਲ ਤੇ ਜੰਮਣ ਮਰਨ ਦੀ ਸਾਰੀ ਖੇਡ ਤੋਂ ਸਾਨੂੰ ਉਹ ਹੀ ਬਚਾ ਸਕਦਾ ਹੈ। ਜਿਸ ਦੀ ਪੰਕਤੀ ਹੈ ਸੁਖਿੰਦਰ ਜੀ ਨੇ ਇੱਕ ਕੋਟ ਕੀਤੀ ਨਾ, ਬਹੁਤ ਸੋਹਣੀ ਪੰਕਤੀ ਕੋਟ ਕੀਤੀ।
कि मन तन थाप किया सब अपना एहो आवण जाना। जे मेरा मन डके डोले खांदा है ना तो यह भटकना च है, और डके डोले खाण वेले पल पल आत्मक मौत मरदा है। इसी मन नूं ते क्या है, मन तो जो स्वरूप है अपना मूल पछाण, मन हर जी तेरे नाल है गुरमति रंग मान। अगे चल कहते हैं मूल पछाण है ताशो जान है मरण जीवन की सोची हुई। ਇਹਨੂੰ ਸੋਝੀ ਹੋ ਜਾਂਦੀ ਹੈ ਜਦੋਂ ਇਹ ਅੰਦਰ ਵਾਲੇ ਰੱਬ ਜੀ ਨਾਲ ਮਰਜ ਹੋਇਆ ਨਾ, ਇਹਨੂੰ ਪਤਾ ਲੱਗ ਗਿਆ ਮੈਂ ਪਲ ਪਲ ਮਰਦਾ ਕਿਸ ਤਰ੍ਹਾਂ ਸੀ। ਇਸ ਆਵਾਗਮਨ ਤੋਂ ਗੁਰਮਤ ਸਾਨੂੰ ਬਚਾਉਂਦੀ ਹੈ, ਸਾਨੂੰ ਦੁਬਾਰਾ ਸਰੀਰਕ ਜਨਮ ਨਾ ਲੈਣਾ ਪਵੇ। ਉਸ ਆਵਾਗਮਨ ਦੀ ਗੱਲ ਨਹੀਂ ਚੱਲ ਰਹੀ। ਜਿਹੜਾ ਮੈਂ ਪਲ ਪਲ ਮਰਦਾ ਨਾ, ਆਵਨਾਏ ਸ੍ਰਿਸ਼ਟ में बिन बूझे पशु ढोर, मैं पशु ढोर हाँ। गुरमंत्र हीनस जो प्राणी त्रिगंत जोन प्रश्न है, कूकरे सूकरे काके गर्दबे सरपन तुल खले। ये तो मेरा जीवन हुने ही आवण जाना वाला जम्मण मरण वाला बन जाता है। उस पल पल दे जम्मण मरण तो मनु गुरु दा मंत्र सतगुरु दी मत दिती जाती है। मेरे उस मन दे सारे अंग धन्यवाद करते हुए अलर्ट होके आपस विच रल के ये मता पका रहे ने कि सानू उसी कोलों ही ये मत प्राप्त करनी चाहिए है, ताकि असी सारे स्टेबल हो जाइए। जी 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 धन्यवाद है आप जी का भी, बहुत सोहने तरीके नाल आप जी समझाना कर दो। सच संजम सतगुरु द्वारे, हऊँ मैं क्रोध शब्द निवारै। सतगुर सेव सदा सुख पाइयै, शील संतोख सब ताहा है। सच संजम सतगुरु द्वारे, सतगुरु तो सतगुरु द्वारे, द्वार दरवाजे ਨੂੰ ਵੀ ਕਿਹਾ ਜਾਂਦਾ ਹੈ, ਦੁਆਰਾ ਸਤਿਗੁਰੂ ਕੋਲੋਂ ਪ੍ਰਾਪਤ ਹੁੰਦਾ ਹੈ। ਗੁਰੂ ਸਾਹਿਬ ਕਹਿ ਰਹੇ ਨੇ ਸੱਚ ਤੇ ਸੰਜਮ ਜਿਹੜਾ ਅਟਲ ਆਤਮਿਕ ਜੀਵਨ ਹੈ ਤੇ ਸੰਜਮ ਵਾਲਾ ਜੀਵਨ ਹੈ, ਸਤਿਗੁਰੂ ਦੇ ਕੋਲੋਂ ਹੀ ਪ੍ਰਾਪਤ ਹੋਣਾ ਹੈ, ਸਤਿਗੁਰ ਦੇ ਦਵਾਰ ਤੋਂ ਹੀ ਪ੍ਰਾਪਤ ਹੋਣਾ ਹੈ। ਅਸੀਂ ਗੁਰਬਾਣੀ ਪੜ੍ਹ ਰਹੇ ਹਾਂ, ਸਤਿਗੁਰ ਦੇ ਕੋਲ ਬੈਠੇ ਹਾਂ ਕਿ ਸਾਨੂੰ ਸੱਚ ਦੀ ਪ੍ਰਾਪਤੀ ਹੋ ਜਾਏ। गुरु साहब समझाना कर रहे हैं सच संजम सतगुरु द्वारे, हऊँ में क्रोध शब्द निवारे। हऊँ में दीर्घ रोग है। पहला तो सानू यह समझ ही नहीं आता कि असी बीमार हाँ। जदों सानू समझ आ जाए ना असी बीमार हाँ, ताइयों असी डॉक्टर कोल जाते हैं। शरीरिक तौर पर असी बीमार होंदे हां, सानू पता लग जाता है, पर मन करके असी बीमार हाँ सानू पता ही नहीं लगता। तो गुरु साहब कह रहे हैं जे तेनू समझ आ गई है कि तू बीमार है तो सतगुरु को आ जा। सच संजम सतगुरु द्वारे, सतगुरु तेरे इलाज कर देंगे। तेनू हऊमे क्रोध शब्द निवारे, शब्द की दवाई दे के तेनू ठीक कर देंगे। हऊमे क्रोध शब्द निवारे, शब्द मानो दवाई है, उदे राही रोग दूर हो जाना। हऊमे दा रोग क्रोध का रोग दूर हो जाना, नाश हो जाना। सतगुर सेव सदा सुख पाइए, शील संतोख सब ताहा है। सतगुर सेव सेव कर पहला भी कई बार डिस्कस हो चुका है। गुरु दे कोलों गुरु नूं बुझ के डॉक्टर कोल भी जाइए ना तो डॉक्टर भी समझाता है केड़ी दवाई खानी है, किस तरह खानी है, केड़ा परहेज करना है। जेकर असी डॉक्टर कोलों दवाई तो पूछ लईए, दवाई खाइए ना, परहेज करिए ना, फिर कहिए कि साडा रोग ठीक नहीं हो रहे। गुरु साहब कह रहे हैं सतगुर सेव, गुरु नूं पुछ लै, समझ लै, परहेज भी पुछ लै ते दवाई भी पुछ लै। सतगुर सेव सदा सुख पाइए, कहते हैं फिर सदी वाला आत्मक आनंद की प्राप्ति हो जाएगी। सदा सुख पाइए, शील संतोख सब ताहा है। कहते हैं फिर शील उच्चा आचरण ते संतोख सब ताहा है, सब उसनों प्राप्त हो जाएगा जो सतगुरु नु सेव के सतगुरु दी दसी राह ते टुरन लग पेगा, उन्नू आत्मक आनंद की प्राप्ति हो जाएगी। ਅਸੀਂ ਧਿਆਨ ਦਈਏ ਨਾ ਪਿਛਲੇ ਪਦੇ ਦੇ ਵਿੱਚ ਝੂਠ ਦਾ ਜ਼ਿਕਰ ਵੀ ਆਇਆ। ਗੁਰੂ ਸਾਹਿਬ ਨੇ ਉਸ ਮਨ ਦਾ ਵੀ ਜ਼ਿਕਰ ਕੀਤਾ ਜਿਹੜਾ ਝੂਠ ਨਾਲ ਜੁੜਿਆ ਬੈਠਾ ਹੈ, ਔਰ ਉਸ ਮਨ ਦਾ ਵੀ ਸੱਚ ਨਾਲ ਕਿਸ ਤਰ੍ਹਾਂ ਜੁੜਨਾ ਹੈ ਉਸ ਦਾ ਵੀ ਜ਼ਿਕਰ ਕੀਤਾ। ਅਸੀਂ ਧਿਆਨ ਦਈਏ ਅਗਰ ਜਦੋਂ ਤੱਕ ਮਨ ਝੂਠ ਨਾਲ ਜੁੜਿਆ ਹੈ, ਝੂਠ ਨਾਲ ਭਾਵੇਂ ਉਹ ਰਸ ਮਾਨ ਰਿਹਾ ਹੈ, ਖੁਸ਼ੀਆਂ ਮਾਨ ਰਿਹਾ, ਉਹਨੂੰ ਲੱਗ ਰਿਹਾ ਮੈਂ ਖੁਸ਼ੀਆਂ ਪ੍ਰਾਪਤ ਕਰ ਰਿਹਾ,
ਪਰ ਝੂਠ ਦੇ ਵਿੱਚ ਜੁੜਿਆ ਮਨ ਦੀ ਜਿਹੜੀ ਮੰਜ਼ਿਲ ਹੈ ਨਾ ਉਹ ਆਤਮਕ ਮੌਤ ਹੈ। ਝੂਠ ਨਾਲ ਜੁੜਿਆ ਮਨ ਦੀ ਮੰਜ਼ਿਲ ਆਤਮਕ ਮੌਤ ਹੈ। ਔਰ ਜਦੋਂ ਉਹੀਓ ਮਨ ਸੱਚ ਨਾਲ ਜੁੜ ਪੈਂਦਾ ਹੈ, ਭਾਵੇਂ ਉਹ ਉਨ ਸੰਸਾਰੀ ਪਦਾਰਥਾਂ ਦੇ ਰਸਾਂ ਤੋਂ ਸ਼ਾਇਦ ਕਿਧਰੇ ਵਾਂਝਾ ਰਹਿ ਰਿਹਾ ਹੈ, ਕਿਧਰੇ ਅਗਰ ਤਕਲੀਫ ਵੀ ਹੈ, ਪਰ ਉਹਦੀ ਮੰਜ਼ਿਲ ਜਿਹੜੀ ਹੈ ਆਤਮਕ ਜੀਵਨ ਹੈ। ਸੱਚ ਨਾਲ ਜੁੜਿਆ ਮੰਜ਼ਿਲ ਆਤਮਕ ਜੀਵਨ ਹੈ, ਝੂਠ ਨਾਲ ਜੁੜਿਆ ਆਤਮਕ ਮੌਤ ਹੈ। ਅਸੀਂ ਇਸ ਭੇਦ ਨੂੰ ਸਮਝ ਲਈਏ ਤੇ ਗੁਰੂ ਸਾਹਿਬ ਬਾਰ-ਬਾਰ ਸਾਨੂੰ ਆਤਮਕ ਜੀਵਨ ਦੇ ਰਹੇ ਹਨ, ਸਦੀਵ ਵਾਲਾ ਜੀਵਨ ਦੇ ਰਹੇ ਹਨ। ਗੁਰੂ ਨੂੰ ਪੁੱਛ ਕੇ ਅਸੀਂ ਸੱਚ ਦੀ ਰਾਹ ਨੂੰ ਅਪਣਾਣਾ ਕਰੀਏ ਕਿ ਸਦੀਵ ਵਾਲੇ ਜੀਵਨ ਦੀ ਸਾਨੂੰ ਪ੍ਰਾਪਤੀ ਹੋ ਜਾਏ। ਜੀ ਹਰਵਿੰਦਰ ਵੀਰ ਜੀ। ਇੱਥੇ ਸੱਚ ਤੇ ਸੰਜਮ ਦੋਨੋਂ ਨੂੰ ਔਂਕੜ ਆ ਰਿਹਾ। ਉਹ ਸੱਚੇ ਸੰਜਮ ਵਾਲੀ ਗੱਲ ਨਹੀਂ ਹੁੰਦੀ ਵੀ ਸੱਚ ਹੋਰ ਸੰਜਮ ਦੋਵੇਂ। ਸਤਿਗੁਰੂ ਜੀ ਨੇ ਬਿਲਕੁਲ ਠੀਕ ਉਸੇ ਤਰੀਕੇ ਨਾਲ ਹੀ ਉਹ ਮੈਨੂੰ ਪੁੱਟਾ ਵੀ ਕੀਤਾ ਸੀ ਵੀ ਤੇਰੀ ਸੱਚ ਦੇ ਨਾਲ ਸਾਂਝ ਕਿਵੇਂ ਪਏਗੀ। ਜੋ ਜਗਤ ਦਾ ਸੱਚ ਹੈ, ਪਰਮਾਤਮਾ ਹੈ, ਉਹਦੇ ਨਾਲ ਉਹਨੂੰ ਚੰਗਾ ਕੀ ਲੱਗਦਾ ਹੈ, ਮਾੜਾ ਕੀ ਲੱਗਦਾ ਹੈ, ਉਹਦੇ ਨਾਲ ਤੇਰੀ ਸਾਂਝ ਕਿਵੇਂ ਪਵੇ। ਫਿਰ ਸੰਜਮ ਜਿਹੜਾ ਹੈ ਨਾ, ਸੰਜਮ ਤੋਂ ਪਾਓ ਇੱਥੇ ਕਹ ਲਓ ਵੀ ਉਹ ਪਰਹੇਜ ਜਾਂ ਵਿਕਾਰਾਂ ਤੋਂ ਬੱਚੇ ਰਹਿਣ ਦੇ ਜੋ ਉਦਮ ਤੂਨੇ ਕਰਨੇ ਨੇ। ਸੰਜਮ ਜਿਹੜਾ ਹੈ ਵੀ ਕਿਸ ਗੱਲ ਤੋਂ ਸੰਕੋਚਣਾ ਹੈ ਆਪਣੇ ਆਪ ਨੂੰ। ਕਹਿੰਦੇ ਇਹਦੇ ਬਾਰੇ ਜਾਣਕਾਰੀ ਕਿੱਥੋਂ ਮਿਲੇਗੀ। ਕਹਿੰਦਾ ਸਤਿਗੁਰੂ ਦੁਆਰਾ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਅੱਛਾ ਹੋਏ ਸੀ। ਸੱਚ ਦੇ ਨਾਲ ਸਾਂਝ ਤੇ ਸੰਜਮ ਹੈ ਕੀ ਸੰਜਮ ਪਾਲਾਂ। ਕਈਆਂ ਨੇ ਨਾ ਸਾਡੇ ਵਿੱਚੋਂ ਅੱਛਾ ਜੀ ਮੈਂ ਉੱਥੇ ਗਿਆ ਸੀ ਨਾ ਫਲਾਣੀ ਜਗ੍ਹਾ ਤੇ, ਮੈਂ ਹੁਣ ਇਹ ਚੀਜ਼ ਛੱਡ ਆਇਆ। ਕੀ ਛੱਡ ਆਇਆ? ਠੀਕ ਅਸੀਂ ਮੈਂ ਜੀ ਕੱਦੂ ਦੀ ਸਬਜ਼ੀ ਨਹੀਂ ਖਾਵਾਂਗਾ, ਮੈਂ ਜੀ ਬਿਸਤਰੇ ਤੇ ਨਹੀਂ ਸੋਵਾਂਗਾ, ਮੈਂ ਜੀ ਉਹ ਕੋਈ ਨਾ ਕੋਈ ਅਜੀ ਗੁਰੂ ਤੈਨੂੰ ਪੁੱਛਦਾ ਪਿਆ। ਉਹ ਗੁਰੂ ਨਾ ਹਰ ਚੀਜ਼ ਨੂੰ ਡਿਫਾਈਨ ਕਰਦਾ ਪਿਆ। ਉਹ ਜਦੋਂ ਜਪ ਦੀ ਗੱਲ ਆਏਗੀ ਕਹਿੰਦਾ ਸੋ ਜਪ ਸੋ ਤਪ ਜੋ ਸਤਿਗੁਰ ਪਾਵੇ। ਤੂੰ ਆਪਣੇ ਵੱਲੋਂ ਤੂੰ ਜਪ ਲੱਗੀ ਹੋਇਆ ਹੈ ਬਈ ਤੂੰ ਕਿਸੇ ਚੀਜ਼ ਨੂੰ ਇੱਕ ਅੱਖਰ ਨੂੰ ਰਿਪੀਟ ਕਰਨਾ ਜਿਹੜਾ ਨਾ ਉਹਨੂੰ ਤੂੰ ਜਪ ਸਮਝਣਾ ਪਿਆ। ਗੁਰੂ ਕਹਿੰਦਾ ਨਹੀਂ, ਜੋ ਚੀਜ਼ ਗੁਰੂ ਨੂੰ ਪਾਉਂਦੀ ਹੈ ਨਾ ਉਹ ਹੀ ਜਪ ਹੈ, ਉਹ ਹੀ ਸਹੀ ਮਾਇਨੇ ਵਿੱਚ ਤਪੱਸਿਆ ਹੈ। ਜਿਹੜਾ ਸੰਜਮ ਹੈ ਨਾ ਵੀ ਕਿਹੜਾ ਸੰਜਮ ਜ਼ਿੰਦਗੀ ਵਿੱਚ, ਸੰਜਮ ਕਿਹੜਾ ਪਾਲਣਾ ਹੈ ਤੂਨੇ, ਕਿਸ ਚੀਜ਼ ਤੋਂ ਪਰਹੇਜ਼ ਕਰਨਾ ਹੈ। ਮੈਂ ਠੰਡੀ ਵਿੱਚ ਠੰਡੀ ਬਰਦਾਸ਼ਤ ਕਰਾਂਗਾ ਜਾਂ ਮੈਂ ਜੀ ਉਹ ਇਹ ਚੀਜ਼ ਇਤਨੀ ਵਾਰ ਪੜਾਂਗਾ, ਉਹ ਨਹੀਂ। ਗੁਰੂ ਕਹਿੰਦਾ ਵੀ ਇਸ ਮਨ ਕੋ ਹੋਰ ਸੰਜਮ ਕੋ ਨਹੀਂ। ਕਹਿੰਦਾ ਵਿਣ ਸਤਿਗੁਰ ਕੀ ਸ਼ਰਨ ਆਈ। ਇੱਕ ਹੋਰ ਥਾਂ ਤੇ ਕਹਿੰਦੇ ਨੇ ਵੀ ਜਪ ਤਪ ਸੰਜਮ ਹੋਰ ਕਿਛ ਨਹੀਂ, ਜਬ ਲਗ ਗੁਰ ਕਾ ਸ਼ਬਦ ਨਾ ਕਮਾਈ। ਜੇ ਤੂੰ ਗੁਰੂ ਦਾ ਸ਼ਬਦ ਨਹੀਂ ਕਮਾਉਂਦਾ ਪਿਆ ਨਾ, ਹੋਰ ਕੋਈ ਸੰਜਮ ਤੂੰ ਅਸੀਂ ਜਿਹਨੂੰ ਕਰਮ ਕਾਂਡ ਕਹਿੰਦੇ ਪਏ ਉਹ ਕੀ ਨੇ? ਸੰਜਮ ਹੀ ਨੇ ਨਾ ਇੱਕ ਕਿਸਮ ਦੇ। ਸੈਲਫ ਇੰਪੋਜ਼ਡ ਡਿਸਪਲਿਨ। ਗੁਰੂ ਨੂੰ ਪੁੱਛੇ ਬਿਨਾ ਅਸੀਂ ਸਾਡੇ ਜੀਵਨ ਵਿੱਚ ਉਹ ਵੀ ਡਿਸਪਲਿਨ ਫੋਲੋ ਕਰਦੇ। ਜਿਹੜੇ ਬੰਦੇ ਨੰਗੇ ਪੈਰੀ ਜਾਂਦੇ ਨੇ ਉਹ ਕਿੰਨੀ ਪਰੇਸ਼ਾਨੀ ਉਹ ਸਹਿੜਦੇ ਨੇ। ਉਹ ਠੰਡੀਆਂ ਗਰਮੀਆਂ ਦੇ ਧੁੱਪ ਦੇ ਦਿਨਾਂ ਵਿੱਚ ਜਿਹੜੀ ਸੜਕ ਤੇ ਪਤਾ ਸਾਡੇ ਜਗ੍ਹਾ ਜਾਂ ਬੰਦਾ ਚੱਲ ਕੇ ਦੇਖੇ, ਸਾਨੂੰ ਉਹ 10-20 ਫੁੱਟ ਵੀ ਕਦੀ ਕਿਸੇ ਗੁਰਦੁਆਰੇ ਜਾਓ ਮਾਰਬਲ ਤੇ ਚੱਲਣਾ ਪੈ ਜਾਵੇ, ਧੁੱਪ ਹੋਵੇ। ਲੇਕਿਨ ਕਈ ਬੰਦੇ ਨੇ ਕਹਿੰਦੇ ਗੁਰੂ ਕਹਿੰਦੇ ਕਿ ਉਹ ਸੰਜਮ ਗੁਰੂ ਨੂੰ ਪ੍ਰਵਾਨ ਨਹੀਂ ਹੈ। ਇਹਨਾਂ ਦੀ ਸੰਜਮਾਂ ਦੀ ਵੀ ਤੈਨੂੰ ਵੀ ਸੱਚ ਦੇ ਨਾਲ ਸਾਂਝ ਤੇ ਸੰਜਮ ਕੀ ਹੈ, ਉਹ ਸੰਜਮ ਕਿਹੜੇ ਨੇ, ਉਹਦੀ ਜਾਣਕਾਰੀ ਕਿੱਥੋਂ ਮਿਲੇਗੀ। ਕਹਿੰਦਾ ਗੁਰੂ ਸਤਿਗੁਰੂ ਦੁਆਰਾ। ਗੁਰੂ ਤੈਨੂੰ ਦੱਸੇਗਾ ਕਿ ਇਹ ਜਿਹੜਾ ਵੀ ਇਹ ਵਾਲਾ ਸੰਜਮ ਜਿਹੜਾ ਨਾ ਉਹ ਗੁਰੂ ਨੂੰ ਪ੍ਰਵਾਨ ਹੈ। ਕਹਿੰਦੇ ਵੀ ਹਉਮੈ ਕ੍ਰੋਧ ਸ਼ਬਦ ਨਿਵਾਰੈ। ਤੇਰੇ ਜੀਵਨ ਵਿੱਚੋਂ ਹਉਮੈ ਦੀ ਪ੍ਰਵਿਰਤੀ ਵੀ ਜੋ ਹਾਂ ਮੈਂ ਹਉਮੈ ਹੈ ਕਿ ਮੈਂ ਮੈਨੂੰ ਪਤਾ ਹੈ, ਮੈਂ ਜਾਣਨਾ ਵਾ, ਮੈਂ ਕਰ ਦੇਵਾਂਗਾ, ਮੇਰੇ ਕੋਲ ਆਣਾ ਸੀ, ਮੈਂ ਉਹਦਾ ਕੰਮ ਕਰ ਦੇਣਾ ਸੀ, ਮੈਨੂੰ ਪਤਾ ਹੈ, ਮੈਨੂੰ ਅੱਛਾ ਲੱਗਦਾ। ਕਈ ਵਾਰ ਅਸੀਂ ਕੋਈ ਪੰਕਤੀਆਂ ਗੁਰਬਾਣੀ ਹੈ ਕਿ ਅਸੀਂ ਕਰਨੇ ਕੀ ਪਿਆ, ਅਸੀਂ ਕੇਵਲ ਦੇ ਉਹ ਵਿਸ਼ਕਾਰ ਨਾ ਕਿ ਕੋਈ ਪ੍ਰੋਗਰਾਮ ਦੇ ਕਹਿੰਦੇ ਵੀ ਅੱਛਾ ਹੁਣ ਉਹ ਆਪਣੇ ਵਿਚਾਰ ਦੇਣਗੇ। ਉਹ ਕਹਿੰਦੇ ਨੇ ਆਪਣੇ ਵਿਚਾਰ ਦੇਣ ਦੀ ਤੇ ਇੱਥੇ ਕੋਈ ਮਤਲਬ ਇਹ ਕੋਈ ਜਗ੍ਹਾ ਹੈ ਹੀ ਨਹੀਂ। ਗੁਰੂ ਦੁਆਰਾ ਆਪਣੇ ਵਿਚਾਰ ਰੱਖਣ ਦੀ ਜਗ੍ਹਾ ਨਹੀਂ ਹੈ। ਇਹਦੇ ਗੁਰੂ ਦੀ ਗੱਲ, ਗੁਰੂ ਦੇ ਸਿਧਾਂਤ ਖੋਲਣ ਦੀ ਜਗ੍ਹਾ ਹੈ। ਇੱਥੇ ਮੈਨੂੰ ਚੰਗਾ ਲੱਗਦਾ ਹੈ, ਅੱਛਾ ਮੈਂ ਚੋਲਾ ਪਾਣਾ ਵਾ, ਮੈਨੂੰ ਚੰਗਾ ਲੱਗਦਾ ਹੈ। ਜਿਹਨੂੰ ਚੰਗਾ ਲੱਗਦਾ ਗੁਰੂ ਨੂੰ ਪੁੱਛਣਾ। ਮੈਂ ਅਖੰਡ ਪਾਠ ਰਖਾਉਣਾ, ਮੇਰੇ ਮਨ ਨੂੰ ਸ਼ਾਂਤੀ ਮਿਲਦੀ ਹੈ। ਹੁਣ ਗੁਰੂ ਨੂੰ ਪੁੱਛ, ਮੈਂ ਤੀਰਥਾਂ ਤੇ ਜਾਣਾ ਵਾ। ਅਸੀਂ ਇਹ ਸਾਰੇ ਉਹ ਕਹਿੰਦੇ ਸਤਿਗੁਰੂ ਪੁੱਛ ਨਾ ਮਾਰਗ ਚਾਲੀ ਦੀ ਹਉਮੈ ਵਾਲੀ ਬਿਰਤੀ ਹੈ। ਮੈਨੂੰ ਚੰਗਾ ਲੱਗਦਾ, ਮੈਂ ਠੀਕ ਸਮਝਣਾ, ਮੈਂ ਇਸ ਗੱਲ ਨੂੰ ਠੀਕ ਸਮਝਣਾ, ਮੇਰੇ ਹਿਸਾਬ ਨਾਲ ਕੋਈ ਪ੍ਰੋਬਲਮ ਨਹੀਂ ਹੈ, ਬਿਨਾਂ ਗੁਰੂ ਨੂੰ ਪੁੱਛੇ। ਕਹਿੰਦੇ ਇਹ ਵਾਲੀ ਪ੍ਰਵਿਰਤੀ ਔਰ ਕ੍ਰੋਧ ਕਹਿੰਦਾ ਸ਼ਬਦ ਦੇ ਰਾਹੀਂ ਜਿਹੜਾ ਹੈ ਨਾ ਵੀ ਉਹ ਨਿਵਾਰਿਆ ਜਾ ਸਕਦਾ।
ਉਸ ਤੋਂ ਮੁਕਤੀ ਪਾਈ ਜਾ ਸਕਦੀ ਹੈ। ਇਹਦੇ ਵਿੱਚ ਸ਼ਬਦ ਨਾ ਕਮਾਹੀ, ਵੀ ਜਪ ਤਪ ਸੰਜਮ ਹੋਰ ਕੋ ਨਾਹੀ, ਹੋਰ ਕੋਈ ਨਹੀਂ, ਜਬ ਲਗ ਗੁਰ ਕਾ ਸ਼ਬਦ ਨਾ ਕਮਾਹੀ। ਗੁਰੂ ਦੇ ਸ਼ਬਦ ਨੂੰ ਕਮਾਉਣ ਦੇ ਨਾਲ ਇਹ ਹਉਮੈ ਹੋਰ ਕ੍ਰੋਧ ਇਹਨਾਂ ਦੀ ਜੀਵਨ ਵਿੱਚੋਂ ਨਿਵਰਤੀ ਜਿਹੜੀ ਉਹ ਕੀਤੀ ਜਾ ਸਕਦੀ ਹੈ। ਹੋਰ ਅੱਗੇ ਕਹਿੰਦੇ ਨੇ ਸਤਿਗੁਰ ਸੇਵ ਸਦਾ ਸੁਖ ਪਾਈਏ। ਅਸੀਂ ਕਈ ਵਾਰ ਵਿਚਾਰ ਕਰਦੇ ਹਾਂ ਗੁਰੂ ਦੀ ਸੇਵਾ ਹੈ ਕੀ, ਸ਼ਬਦ ਦੀ ਵਿਚਾਰ। ਬਾਣੀ ਇੱਕ ਜੀਵਨ ਜਾਂਚ ਦਿੰਦੀ ਪਈ ਹੈ ਸਾਨੂੰ, ਅਸੀਂ ਜਿਵੇਂ ਜਿਵੇਂ ਉਹਨੂੰ ਵਿਚਾਰਾਂਗੇ ਸਾਡੀ ਉਹ ਹੋਰ ਖੁੱਲਦੀ ਜਾਏਗੀ। ਉਦੋਂ ਇਨ ਡੈਪਥ ਜਿਵੇਂ ਸਾਨੂੰ ਕੁਝ ਐਸਪੈਕਟਸ ਜਿਹੜੇ ਨਾ ਸਾਡੇ, ਕੁਝ ਐਸਪੈਕਟ ਸਾਡੇ ਪਹਿਲਾਂ ਕਲੀਅਰ ਹੋਣਗੇ, ਹੋਰ ਕੁਝ ਦੀ ਕਲੈਰਿਟੀ ਹੋਰ ਵੱਧਦੀ ਜਾਏਗੀ। ਖੋਜ ਮਾਰਗ ਵਾਲਾ ਜਿਹੜਾ ਕੰਮ ਹੈ ਬੇਟ ਇਹ ਮੁਦਾਮਨੀ ਸਤਿਗੁਰੂ ਪਾਈ ਗੁਰਸਿੱਖਾਂ ਲੱਦੀ ਭਾਲ। ਗੁਰੂ ਨੇ ਸਾਨੂੰ ਇਹ ਦੇ ਦਿੱਤੀ ਹੋਈ ਹੈ, ਹੁਣ ਸਾਨੂੰ ਇਹ ਬੁਝਾਰਤ ਬੁੱਝਣੀ ਪਏਗੀ। ਕਹਿੰਦੇ ਸਤਿਗੁਰੂ ਗੁਰੂ ਦੀ ਸੇਵਾ ਕੀਤਿਆਂ, ਸ਼ਬਦ ਦੀ ਵਿਚਾਰ ਕੀਤਿਆਂ, ਸ਼ਬਦ ਦੀ ਅਗਵਾਈ ਨੂੰ ਆਪਣੇ ਜੀਵਨ ਵਿੱਚ ਐਕਸੈਪਟ ਕੀਤਿਆਂ, ਕਹਿੰਦੇ ਸਤਿਗੁਰੂ ਸੇਵ ਸਦਾ ਸੁਖ ਪਾਈਏ। ਜੇ ਇਹ ਹਉਮੈ ਦੀ ਨਿਵਾਰੀ ਹਉਮੈ ਨਿਵਰ ਗਿਆ, ਕ੍ਰੋਧ ਨਿਵਰ ਗਿਆ, ਇਹ ਵਿਕਾਰ ਜੇ ਦੂਰ ਹੋ ਗਏ ਤੇ ਜੀਵਨ ਨੇ ਉਹ ਕਹਿੰਦਾ ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੈ ਥਾਉ, ਵੀ ਤੇਰਾ ਜੀਵਨ ਸੁਖੀ ਹੋ ਜਾਏਗਾ। ਬੇਗਮਪੁਰਾ ਨਾ ਕੋਈ ਜੰਮਪੁਰੀ ਕੋਈ ਫਿਜ਼ੀਕਲ ਸਟੇਟ ਹੈ ਤੇ ਨਾ ਕੋਈ ਬੇਗਮਪੁਰਾ ਕਰਕੇ ਕੋਈ ਐਸਾ ਸ਼ਹਿਰ ਹੈ। ਇਹ ਤੇ ਉਹ ਇੱਕ ਸਾਡਾ ਸਰੀਰ ਕਿਸੇ ਸ਼ਹਿਰ ਵਿੱਚ ਰਹਿੰਦਾ ਪਿਆ, ਇੱਕ ਸਾਡਾ ਮਨ ਵੀ ਕਿਸੇ ਸ਼ਹਿਰ ਵਿੱਚ ਰਹਿੰਦਾ। ਤੇ ਮਨ ਜਿਸ ਸ਼ਹਿਰ ਵਿੱਚ ਰਹਿੰਦਾ ਹੋਵੇ ਨਾ, ਜੇ ਉਹ ਜੋ ਜੰਮਪੁਰੀ ਵਿੱਚ ਵਸਦਾ ਪਿਆ ਤਾਂ, ਜਾਂ ਫਿਰ ਬੇਗਮਪੁਰਾ ਸ਼ਹਿਰ ਕੋ ਨਾਉ, ਕਹਿੰਦੇ ਦੁੱਖ ਅੰਦੋ ਤੋਂ ਪਾਓ ਅੰਦੇਸ਼ਾ, ਡਰ ਫਿਕਰ ਚਿੰਤਾ, ਟੈਕਸ ਨਹੀਂ ਭਰਿਆ ਸੀ, ਹੁਣ ਪਤਾ ਨਹੀਂ, ਹੁਣ ਮਨ ਵਿੱਚੋਂ ਅੰਦੇਸ਼ਾ ਜਾਂਦਾ ਨਹੀਂ। ਦੁੱਖ ਅੰਦੋ ਨਹੀਂ ਤੈ ਠਾਉ, ਨੈ ਤਸਵੀਜ਼ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੋਏ ਖੂਬ ਵਤਨ ਗਹਿ ਪਾਈ, ਹੁਆ ਖੈਰ ਸਦਾ ਮੇਰੇ ਭਾਈ। ਉਹ ਤੇ ਮੈਨੂੰ ਉਹ ਗੁਰੂ ਮੇਰੇ ਮਨ ਨੂੰ ਉਸ ਘਰ ਵਿੱਚ, ਕਹਿੰਦਾ ਜੈ ਘਰ ਕਰਤੇ ਕੀਰਤ, ਮਨ ਨੂੰ ਉੱਥੇ ਟਿਕਾ ਦਿੰਦਾ ਹੈ। ਕਹਿੰਦਾ ਸ਼ੀਲ ਸੰਤੋਖ ਸਭ ਤਾਹਾਂ ਹੈ। ਐਸੇ ਮਨ ਵਿੱਚ ਸ਼ੀਲਤਾ, ਠੰਡਕ, ਸੰਤੋਖ, ਸੈਟਿਸਫੈਕਸ਼ਨ। ਗੁਰੂ ਨਹੀਂ ਕਹਿੰਦਾ ਉਦਮ ਨਾ ਕਰ, ਲੇਕਿਨ ਜਿਹੜਾ ਸੰਤੋਖੀ ਜੀਵਨ, ਰਾਤ ਨੂੰ 11 ਵਜੇ ਵੀ ਤੂੰ ਦੁਕਾਨ ਖੋਲ ਕੇ ਬੈਠਿਆ ਹੋਇਆ ਵੀ ਤੈਨੂੰ ਹਜੇ ਤੇਰੀ ਦੌੜ ਪਾਈ। ਜਿਹੜਾ ਗੁਰਮਤਿ ਦਾ ਸਾਰਾ ਜਿਹੜੀ ਪੜ੍ਹਾਈ ਹੈ ਨਾ, ਉਹ ਬਿਲਕੁਲ ਇੱਕ ਸੰਜਮ, ਇੱਕ ਕਰੈਕਟ ਗੁਰਮਤਿ ਤਿਆਗ ਵਾਲੀ ਗੱਲ ਨਹੀਂ ਕਰਦੀ ਪਈ। ਗੁਰਮਤਿ ਨਹੀਂ ਕਹਿੰਦੀ ਵੀ ਕਿ ਛੱਡ ਦੇ, ਗੁਰਮਤਿ ਨਹੀਂ ਕਹਿੰਦੀ ਵੋਟੀ ਬੱਚਾ ਛੱਡ, ਕਾਰੋਬਾਰ ਛੱਡ, ਕਪੜਾ ਲੱਤਾ ਪਾਣਾ ਛੱਡ। ਗੁਰੂ ਤੈਨੂੰ ਇੱਕ ਬੈਲੈਂਸਡ ਲਾਈਫ ਜਿਹਨੂੰ ਕਹਿੰਦੇ ਆ ਨਾ, ਤੈਨੂੰ ਸਾਰਿਆਂ ਦੇ ਵਿੱਚ ਰਹਿਣਾ ਜ਼ਰੂਰ ਤੂੰ ਇਹਦੇ ਵਿੱਚ, ਲੇਕਿਨ ਇੱਕ ਬੈਲੈਂਸ ਜਿਹੜਾ ਹੈ ਨਾ, ਸਾਡਾ ਬੈਲੈਂਸ ਵਿਗੜਿਆ ਹੋਇਆ। ਪੈਸੇ ਦੀ ਵੀ ਲੋੜ ਹੈ, ਵੀ ਜਿੱਥੇ ਮਾਇਆ ਨੂੰ ਸਰਪਣੀ ਕਿਹਾ ਗਿਆ, ਵੀ ਉਹ ਮਾਇਆ ਹੋਈ ਨਾਗਨੀ, ਵੀ ਉਹ ਇੱਕ ਥਾਂ ਦੇ ਉੱਤੇ ਸ਼ਾਇਦ ਪਹਿਲੇ ਪਾਤਸ਼ਾਹ ਦਾ ਸ਼ਬਦ ਹੈ, ਕਹਿੰਦੇ ਤਿਸ ਦਾ ਖਾਧਾ ਪੈਦਾ ਮਾਇਆ ਸਭ ਸਫਲ ਹੈ। ਹੁਣ ਉੱਥੇ ਮਾਇਆ ਨੂੰ ਵੀ ਗੁਰੂ ਸਾਹਿਬ ਸਹੀ ਕਹਿੰਦੇ ਮੈਨੂੰ, ਤਿਸ ਦਾ ਖਾਧਾ ਪੈਦਾ ਮਾਇਆ ਸਭ ਸਫਲ ਹੈ, ਜੋ ਨਾਮ ਹਰ ਰਾਤੇ। ਮੇਰੇ ਵਰਡ ਸ਼ਾਇਦ ਉੱਤੇ ਹੋ ਸਕਦੇ ਨੇ, ਵੀ ਤਿਨਕੇ ਘਰ ਮੰਦਰ ਸਰਾਏ ਸਭ ਪਵਿੱਤ ਹੈ, ਜਿਨ ਗੁਰਸਿੱਖ ਸੇਵਕ ਸਿੱਖ ਅਭਿਆਗਤ ਜਾਏ ਬਰਸਾਤੇ। ਉੱਥੇ ਉਹਨਾਂ ਦਾ ਉਹ ਪੈਸਾ ਵੀ ਜਿਹੜਾ ਹੈ ਨਾ, ਹੁਣ ਇੱਥੇ ਮਾਇਆ ਸੀ, ਕਹਿੰਦੇ ਮਾਇਆ ਸਿਰਫ ਪੈਸਾ ਨਹੀਂ ਹੈ। ਹੁਣ ਇੱਥੇ ਜਿਹੜੀ ਗੱਲ, ਉਹ ਪੈਸਾ ਵੀ ਹੋ ਸਕਦਾ ਹੈ, ਪੈਸਾ ਵੀ ਮਾਇਆ ਦਾ ਇੱਕ ਵੱਡਾ ਕਾਰਨ, ਪੈਸਾ ਵੀ ਤੇਰੇ ਡਿਸਟਰੈਕਸ਼ਨ ਦਾ ਵੱਡਾ ਕਾਰਨ ਹੋ ਸਕਦਾ ਹੈ। ਕਿ ਗੁਰੂ ਕਹਿੰਦੇ ਨਹੀਂ, ਇਹ ਵੀ ਉਹ ਤੇਰਾ ਸਫਲ ਵੀ ਹੋ ਸਕਦਾ ਹੈ। ਜੇ ਸੰਸਥਾ ਨੇ ਚੱਲਣਾ ਹੈ, ਸੰਸਥਾ ਨੂੰ ਤਾਂ ਪੈਸੇ ਦੀ ਲੋੜ ਹੈ, ਤਿਸ ਦਾ ਖਾਧਾ ਪੈਦਾ ਮਾਇਆ ਸਭ ਪਵਿੱਤ ਹੈ। ਤੇ ਕਹਿੰਦੇ ਵੀ ਇਹ ਕਹਿੰਦੇ ਸ਼ੀਲ ਸੰਤੋਖ ਸਭ, ਉਹਦੇ ਹਿਰਦੇ ਵਿੱਚ ਠੰਡਕ, ਇੱਕ ਜੀਵਨ ਸੜਦਾ ਬਲਦਾ ਜੀਵਨ, ਉਹ ਕਦੀ ਨਾ ਸ਼ਾਂਤੀ ਵਿੱਚ ਆਉਣ ਵਾਲਾ ਜੀਵਨ, ਔਰ ਇੱਕ ਸੰਤੋਖ, ਕੰਟੈਂਟਮੈਂਟ ਜਿਤਨਾ ਮਿਲ ਗਿਆ ਨਾ, ਵੀ ਉਹਦੇ ਵਿੱਚ ਉਹ ਕਹਿੰਦੇ ਹੱਥੋਂ ਦੇ ਕੇ ਭਲਾ ਮਨਾਏ, ਬਈ ਉਹ ਕਾਲ ਖਾਏ ਕਿ ਹੱਥੋਂ ਦੇ, ਸੰਤੋਖ ਵਾਲਾ ਜੀਵਨ ਜਿਹੜਾ ਨਾ ਉਹ ਬੰਦੇ ਦਾ ਹੋ ਜਾਂਦਾ ਹੈ। ਹਾਂਜੀ ਅਰਵਿੰਦ ਵੀਰ ਜੀ, ਤੁਸੀਂ ਧਿਆਨ ਦਈਏ ਨਾ, ਇੱਕ ਪਾਸੇ ਤੇ ਗੁਰੂ ਸਾਹਿਬ ਕਹਿ ਰਹੇ ਹਨ ਕਿ ਜੋਗੀ ਜਪ ਤਪ ਕਰ ਰਹੇ ਹਨ ਤੇ ਉਹ ਰਾਹ ਠੀਕ ਨਹੀਂ ਹੈ, ਔਰ ਦੂਜੇ ਪਾਸੇ ਅੱਜ ਸ਼ਬਦ ਵਿੱਚ ਕਹਿ ਰਹੇ ਹਨ ਸੱਚ ਸੰਜਮ ਸਤ ਗੁਰੂ ਦੁਆਰੇ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰਾਇਆ। ਉੱਥੇ ਸਦ ਜਪ ਤਪ ਸੰਜਮ ਦਾ ਜ਼ਿਕਰ ਕਰ ਰਹੇ ਹਨ। ਹੁਣ ਕੀ ਭੇਦ ਕੀ ਹੈ ਦੋਨੋਂ ਗੱਲਾਂ ਦੇ ਵਿੱਚ? ਅਸੀਂ ਧਿਆਨ ਦੇਣਾ ਕਰੀਏ ਨਾ, ਜੋਗੀ ਜਿਹੜੇ ਹਨ ਸਰੀਰਿਕ ਜਪ ਉੱਤੇ ਬਹੁਤ, ਰਟਨ ਦੇ ਉੱਤੇ ਬਹੁਤ ਜ਼ੋਰ ਲਾਉਂਦੇ ਹਨ। ਜੋਗੀ ਜਿਹੜੇ ਹਨ ਸਰੀਰਿਕ ਤਪ ਉੱਤੇ ਬਹੁਤ ਜ਼ੋਰ ਲਾਉਂਦੇ ਹਨ। ਪਰ ਗੁਰੂ ਸਾਹਿਬ ਵੀ ਜਪ ਸਮਝਾ ਰਹੇ ਹਨ, ਪਰ ਰਟਨ ਨੂੰ ਜਪ ਨਹੀਂ ਕਹਿ ਰਹੇ ਗੁਰੂ ਸਾਹਿਬ।
ਗੁਰੂ ਦੀ ਗੱਲ ਨੂੰ ਸਮਝਣਾ, ਬੁੱਝਣ ਨੂੰ ਗੁਰੂ ਸਾਹਿਬ ਕਹਿ ਰਹੇ ਜਪ ਕਰ, ਗੁਰੂ ਦੀ ਬਾਣੀ ਨੂੰ ਸਮਝ, ਗੁਰੂ ਦੀ ਬਾਣੀ ਨੂੰ ਬੁੱਝ। ਤੇ ਗੁਰੂ ਸਾਹਿਬ ਕਹਿ ਰਹੇ ਤਪ ਵੀ ਕਰ। ਪਰ ਕਿਹੜਾ ਤਪ ਕਰ ਤੂੰ? ਜਦੋਂ ਗੁਰੂ ਦੀ ਬਾਣੀ ਸਮਝ ਬੁੱਝ ਕੇ ਜਦੋਂ ਸੱਚ ਦੀ ਰਾਹ ਤੇ ਟੁਰਨਾ ਕਰੇਗਾ, ਇਹ ਵਾਲਾ ਤਪ ਨੂੰ ਕਮਾਉਣਾ ਕਰ। ਤੇ ਗੁਰੂ ਸਾਹਿਬ ਨਾਲ ਦੇ ਨਾਲ ਅਸਲ ਜਪ, ਅਸਲ ਤਪ ਵੀ ਸਮਝਾਣਾ ਕਰ ਰਹੇ ਹਨ। ਸੰਜਮ ਜਿਹੜਾ ਜੋਗੀ ਸੰਜਮ ਕਰਦੇ ਹਨ, ਬਾਹਰੋਂ ਬਹੁਤ ਜ਼ਿਆਦਾ ਚੇਸ਼ਟਾ ਕਰਦੇ ਹਨ ਕਿ ਅਸੀਂ ਵਿਕਾਰਾਂ ਤੋਂ ਆਪਣੇ ਆਪ ਨੂੰ ਰੋਕਣਾ ਕਰੀਏ, ਪਰ ਉਹ ਉਹਨਾਂ ਦੇ ਮਨ ਦੇ ਵਿੱਚੋਂ ਮੈਲ ਨਹੀਂ ਜਾਂਦੀ। ਗੁਰੂ ਸਾਹਿਬ ਕਹਿੰਦੇ ਨੇ ਬਾਣੀ ਦੇ ਨਾਲ ਜੁੜਨਾ ਕਰ, ਤੇਰਾ ਮਨ ਹੀ ਪਤੀਜ ਜਾਏ, ਤੂੰ ਉਸ ਰਾਹ ਤੇ ਟੁਰਨਾ ਹੀ ਬੰਦ ਹੋ ਜਾਏ, ਵਿਕਾਰਾਂ ਵਾਲੀ ਰਾਹ ਤੇ ਤੂੰ ਜਾਣਾ ਹੀ। ਸੰਜਮ ਗੁਰੂ ਸਾਹਿਬ ਉਹ ਸੰਜਮ ਸਾਨੂੰ ਸਮਝਾਣਾ ਕਰ ਰਹੇ ਹਨ। ਜੀ ਵਿੰਦਰੀ ਭੋ ਜੀ। ਵਿੰਦਰੀ ਭੋ ਜੀ, ਆਪ ਜੀ ਦੀ ਆਵਾਜ਼ ਨਹੀਂ ਆ ਰਹੀ। ਹਾਂਜੀ। ਸੱਚ ਸੰਜਮ ਸਤਿਗੁਰੂ ਦੁਆਰੇ, ਹਉਮੈ ਕ੍ਰੋਧ ਸ਼ਬਦ ਨਿਵਾਰੇ। ਸਤਿਗੁਰੂ ਦੁਆਰੇ, ਥਰੂ ਦਾ ਸਤਿਗੁਰੂ ਦੇ ਗਿਆਨ ਦੇ ਰਾਏ ਸਾਨੂੰ ਕਿਸੇ ਦੀ ਸਮਝ ਆਉਂਦੀ ਹੈ, ਇਹਨਾਂ ਦੇ ਗਿਆਨ ਦੇ ਰਾਹੀਂ ਸਮਝ ਆਉਂਦੀ ਹੈ, ਐਂਡ ਸਾਨੂੰ ਸਾਂਝ ਪੈ ਜਾਂਦੀ ਹੈ, ਮਨ ਨੂੰ ਸਾਂਝ ਪੈ ਜਾਂਦੀ ਹੈ ਉਸ ਇੱਕ ਦੀ ਸਿੱਖਿਆ ਤੇ ਗੁਣਾਂ ਦੇ ਨਾਲ। ਅਗਰ ਉਸ ਦੇ ਨਾਲ ਪੈ ਗਈ ਸਾਂਝ, ਤੇ ਸਾਡੇ ਅੰਦਰ ਦੀ ਹਉਮੈ ਤੇ ਕ੍ਰੋਧ ਤੋਂ ਅਸੀਂ ਮੁਕਤ ਹੋ ਸਕਦੇ ਹਾਂ। ਕੌਣ ਕਰਾਂਦਾ? ਉਹ ਸ਼ਬਦ ਜਿਹੜਾ ਸਾਨੂੰ ਸਾਂਝ ਪੈ ਗਈ, ਸਾਡੇ ਮਨ ਨੂੰ ਸਾਂਝ ਪੈ ਗਈ ਉਸ ਗੁਰੂ ਦੇ ਗਿਆਨ ਦੇ ਨਾਲ। ਇਹ ਸਾਨੂੰ ਸਿੱਖਿਆ ਦੇ ਕੇ ਕਹਿੰਦੇ ਕਿ ਹੁਣ ਤੁਹਾਨੂੰ ਅਗਰ ਇਸ ਚੀਜ਼ ਦਾ ਪਤਾ ਲੱਗ ਗਿਆ ਤੇ ਹੁਣ ਤੂੰ ਸਤਿਗੁਰ ਸੇਵ ਸਦਾ ਸੁਖ ਪਾਈਏ। ਹੁਣ ਸਾਡੀ ਸਾਂਝ ਪੈ ਗਈ ਹੈ। ਅਗਰ ਸਾਡੀ ਸਾਂਝ ਪੈ ਗਈ ਹੈ, ਸਾਡੇ ਅੰਦਰ ਦੇ ਕਾਮ ਕ੍ਰੋਧ ਲੋਭ ਮੋਹ ਤੋਂ ਮੁਕਤ ਹੋ ਗਿਆ, ਤੇ ਅਸੀਂ ਕਹਿੰਦੇ ਹਾਂ ਕਿ ਇਹੀ ਰਸਤੇ ਮਾਰਗ ਤੇ ਚੱਲਣ ਨਾਲ, ਅਮਲੀ ਜੀਵਨ ਬਣਾਉਣ ਦੇ ਨਾਲ ਸਾਡੇ ਅੰਦਰ ਸੁਖ ਪੈਦਾ ਹੋ ਗਿਆ, ਆਤਮਿਕ ਸੁਖ। ਹੁਣ ਇਹ ਸੁਖ ਕਿਹੜਾ? ਕਿਉਂਕਿ ਸਾਡੇ ਅੰਦਰ ਹੁਣ ਸਾਰੇ ਗੁਣਾਂ ਦਾ ਪ੍ਰਵੇਸ਼ ਹੋ ਗਿਆ, ਗਿਆਨ ਦਾ ਪ੍ਰਵੇਸ਼ ਹੋ ਗਿਆ। ਇਹੀ ਗਿਆਨ, ਇਹੀ ਜੋ ਸਿੱਖਿਆ ਹੈ, ਇਹੀ ਜੋ ਗੁਣ ਹੈ ਸਾਨੂੰ ਹੁਣ ਸੁਖ ਦਿੰਦਾ ਹੈ। ਔਰ ਇਹੀ ਜੋ ਸੁਖ ਦਿੰਦਾ ਹੈ, ਸਾਨੂੰ ਕਹਿੰਦੇ ਨੇ ਕਿ ਸ਼ੀਲ ਸੰਤੋਖ ਸਪਤਾਹ ਹੈ। ਇਹੀ ਸ਼ੀਲਤਾ, ਇਹੀ ਸੰਤੋਖ ਸਾਨੂੰ ਪ੍ਰਾਪਤ ਹੁੰਦਾ ਹੈ ਜਦੋਂ ਮਨ ਪੂਰੀ ਤਰ੍ਹਾਂ ਉਸ ਦੀ ਇੰਪਲੀਮੈਂਟੇਸ਼ਨ, ਅਮਲੀ ਜੀਵਨ, ਉਸਦੀ ਪੂਰੇ ਉਸਦੀ ਸਿੱਖਿਆ ਤੇ ਉਸਦੇ ਗੁਣਾਂ ਦੇ ਨਾਲ ਸਾਂਝ ਪਾ ਲੈਂਦਾ ਹੈ। ਜੀ ਭੂਆ ਜੀ, ਹਾਂਜੀ, ਬਿਲਕੁਲ। ਸ਼ੀਲ ਜਿਹੜਾ ਹੈ ਆਪਣੇ ਆਪ ਵਿੱਚ ਇੱਕ ਸਨਾ ਹੈ। ਕੱਲ ਵੀ ਅਸੀਂ ਪਾਠ ਕੀਤਾ ਹੈ, ਸ਼ੀਲ ਸਨਾ ਦਾ ਜ਼ਿਕਰ ਹੋਇਆ, 1-2 ਦਿਨ ਪਹਿਲਾਂ ਪਾਠ ਹੋਇਆ। ਸਨਾ ਤੋਂ ਭਾਵੇਂ ਉਹ ਜਿਹੜਾ ਕੱਪੜੇ ਪਾਉਂਦੇ ਨੇ ਮੈਦਾਨੇ ਜੰਗ ਵਿੱਚ, ਤੇ ਸ਼ੀਲ ਆਪਣੇ ਆਪ ਵਿੱਚ ਇੱਕ ਸਨਾ ਹੈ। ਜੀ ਭੁਪਿੰਦਰ ਵੀਰ ਜੀ। ਹਾਂਜੀ, ਇਹ ਨਾ ਹੁਣ ਇਸ ਜਿਹੜਾ ਪਿਛਲੇ ਪਦ ਵਿੱਚ ਜਿਸ ਗੱਲ ਤੋਂ ਸੁਚੇਤ ਕਰਾਇਆ, ਆਵਣ ਜਾਣ ਤੋਂ, ਜੰਮਣ ਮਰਨ ਤੋਂ ਔਰ ਮੁਕਤ ਅਵਸਥਾ ਦੀ ਗੱਲ ਜਿਹੜੀ ਕੀਤੀ, ਇਹ ਗੁਰਮਤ ਦਾ ਸੈਲਵੇਸ਼ਨ ਵਾਈਲ ਲਿਵਿੰਗ ਹੈ। ਗੁਰਮਤ ਤੋਂ ਪਹਿਲੇ ਦੀਆਂ ਸਟੱਡੀਜ਼ ਵਿੱਚ ਸੀ ਜਦੋਂ ਮਰ ਜਾਵਾਂਗੇ, ਮਰਨ ਤੋਂ ਬਾਅਦ ਮੁਕਤੀ ਹੋਏਗੀ, ਮਰਨ ਤੋਂ ਬਾਅਦ ਰੱਬ ਦੇ ਕੋਈ ਚਰਨ ਹੋਣਗੇ, ਮਰਨ ਤੋਂ ਬਾਅਦ ਸਾਡਾ ਆਵਾਗਮਨ ਕੱਟਿਆ ਜਾਏਗਾ। ਸੋ ਇਹ ਸੈਲਵੇਸ਼ਨ ਵਾਈਲ ਲਿਵਿੰਗ, ਜੀਂਦੇ ਜੀ ਮੁਕਤ ਅਵਸਥਾ ਦੀ ਗੱਲ ਕੀਤੀ ਜਾ ਰਹੀ ਹੈ। ਔਰ ਫਿਰ ਸਤਵੀਰ ਜੀ, ਤੁਸੀਂ ਸੰਜਮ ਬਾਰੇ ਬੜਾ ਅੱਛਾ ਪੁਆਇੰਟ ਆਊਟ ਕੀਤਾ। ਸਿੱਧ ਜੋਗੀ ਜਿਹੜੇ ਕਿਸਮਾਂ ਦੇ ਸੰਜਮ ਕਰਦੇ ਸਨ ਨਾ, ਗੁਰੂ ਸਾਹਿਬ ਇਹਦੇ ਰਾਹੀਂ ਸਮਝਾ ਰਹੇ ਨੇ ਕਿ ਜੇਕਰ ਉਹ ਆਪਣੇ ਇੱਕ ਜਿਹੜੇ ਹੈ ਸਾਡੇ ਅੱਖ ਨੱਕ ਕੰਨ ਹੈ ਨਾ, ਇਹ ਸਾਰਿਆਂ ਨੂੰ ਫਿਕਸ ਅਪ ਕਰਨ ਵਾਸਤੇ, ਇੰਦਰੀ ਨੂੰ ਫਿਕਸ ਅਪ ਕਰਨ ਵਾਸਤੇ ਸੈਲੀਬੇਸੀ ਚ ਰਹਿੰਦੇ ਸੀ, ਵਿਆਹ ਨਹੀਂ ਸੀ ਕਰਾਉਂਦੇ, ਜੰਗਲ ਵਿੱਚ ਰਹਿੰਦੇ ਸੀ, ਕੰਨਾਂ ਚ ਕੰਨ ਬੰਦ ਕਰ ਲੈਂਦੇ ਸਨ, ਅੱਖਾਂ ਨੀਆਂ ਕਰ ਲੈਂਦੇ ਸਨ, ਜਾਂ ਅੱਖਾਂ ਬੰਦ ਕਰ ਲੈਂਦੇ ਸਨ, ਜਾਂ ਖਾਂਦੇ ਨਹੀਂ ਸਨ। ਇਸ ਤਰੀਕੇ ਦੇ ਨਾਲ ਨਾ ਉਹ ਆਪਣੇ ਅੰਗਾਂ ਨੂੰ ਫਿਕਸ ਅਪ ਕਰਨ ਵਾਸਤੇ ਜਿਹੜੇ ਸੰਜਮ ਕਰਦੇ ਸੀ, ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਆਪਣੇ ਮਨ ਨੂੰ ਜਦੋਂ ਸੱਚ ਦੀ ਮੱਤ ਦੇ ਲਈ ਹੈ ਨਾ, ਤਾਂ ਮਨ ਆਪੇ ਹੀ ਨਾ ਸਾਰਿਆਂ ਨੂੰ ਸੰਜਮ ਵਿੱਚ ਲੈ ਆਏਗਾ। ਸੋ ਸਾਰੇ ਸੱਚ ਸੰਜਮ ਸਤਿਗੁਰੂ ਦੁਆਰੇ, ਇਹ ਸਾਰੇ ਇੰਦਰੀ ਗਿਆਨ ਇੰਦਰੀ ਉਸੇ ਮਨ ਨੂੰ ਸਮਰਪਿਤ ਨੇ ਕਿ ਉਹਦੇ ਕੋਲ ਸੱਚ ਹੈ। ਉਹ ਉਹਦੇ ਰਾਹੀਂ ਸਾਨੂੰ ਹੁਣ ਇਹ ਮਨ ਨਾ, ਇੱਥੇ ਦੇਖੋ ਇਹ ਮਨ ਪਿੱਛੇ ਗੁਰਮੁਖ ਕਹਿ ਰਹੇ ਨਾ, ਗੁਰੂ ਦੇ ਮੁਖ ਤੋਂ ਨਿਕਲੀ ਹੋਈ ਬਾਤ ਨਾਲ ਮਨ ਮਰਜ ਹੋ ਗਿਆ। ਇੱਥੇ ਉਹੀ ਮਰਜ ਮਨ ਨੂੰ ਸਤਿਗੁਰੂ ਕਹਿ ਰਹੇ ਨੇ। ਅਸੀਂ ਸਾਰੇ ਇੰਦਰੀ ਗਿਆਨ ਇੰਦਰੀਆਂ ਨੇ
ਉਸ ਕੋਲੋਂ ਇਹ ਮੱਤ ਲੈਣੀ ਹੈ ਤਾਂ ਕਿ ਸਾਨੂੰ ਸੱਚਾ ਸੰਜਮ ਆ ਜਾਏ, ਅਸੀਂ ਵਿਕਾਰਾਂ ਵਾਲੇ ਪਾਸੇ ਜਾਈਏ। ਹਉਮੈ ਕ੍ਰੋਧ ਸ਼ਬਦ ਨਿਵਾਰੇ। ਹੁਣ ਜਿਹੜਾ ਪਲ ਪਲ ਜੰਮਣ ਮਰਨ ਆਵਣ ਜਾਣਾ ਜਿਸ ਨਾਲ ਹੁੰਦਾ ਸੀ ਨਾ, ਉਹ ਸਾਰੇ ਇੰਦਰੀ ਗਿਆਨੇਂਦਰੀਆਂ ਨੂੰ ਸੰਜਮ ਵਿੱਚ ਲੈ ਆਏ, ਅਤੇ ਜਿਹੜਾ ਹਉਮੈ ਮਨ ਕੀ ਮੱਤ ਸੀ ਉਹਦੇ ਬਦਲੇ ਉਹਨੂੰ ਸਤਿਗੁਰ ਦੇ ਨਾਲ ਮਰਜ ਦੀ ਉਹਦਾ ਕ੍ਰੋਧ ਦੂਰ ਕਰ ਦਿੱਤਾ। ਇਹ ਜਿਹੜੇ ਸਾਡੇ ਹੁੰਦੇ ਨੇ ਨਾ ਕਾਮ ਕ੍ਰੋਧ ਲੋਭ ਹੰਕਾਰ, ਇਹੀ ਤੇ ਸਾਨੂੰ ਜੰਮਣ ਮਰਨ ਵਿੱਚ ਪਾਉਂਦੇ ਨੇ। ਇਹਨਾਂ ਦੇ ਕਾਰਨ ਹੀ ਤੇ ਸਾਡੀ ਭਟਕਣਾ ਹੁੰਦੀ ਹੈ। ਇਹ ਕਾਮੰਗ ਨਰਕ ਵਿਸ਼ਰਾਮੰਗ, ਜੋ ਹੀ ਮੈਂ ਕਾਮੀ ਲਸਟਫੁਲ ਹੋਇਆ ਮੈਂ ਨਰਕ ਵਿੱਚ ਪੈ ਗਿਆ। ਮੈਂ ਕਦੋਂ ਪਿਆ? ਜਦੋਂ ਮੈਨੂੰ ਅਕਲ ਹੀ ਨਹੀਂ ਸੀ। ਮੈਂ ਬਲਾਈਂਡ ਹੋ ਕੇ ਕਾਮੀ ਹੋਇਆ। ਸੁਚੇਤ ਹੋ ਕੇ ਕਾਮੀ ਵਾਲਾ ਜਿਹੜਾ ਜੀਵਨ ਸਾਨੂੰ ਮਿਲਦਾ ਹੈ, ਉਹ ਵਿਆਹ ਤੋਂ ਬਾਅਦ ਅਸੀਂ ਹਰ ਪਹਿਲੜੀ ਨਾਮ ਪ੍ਰਵਿਰਤੀ ਕਰਮ ਜਿਹੜਾ ਹੈ ਵਾਲਾ ਗ੍ਰਸਥੀ ਜੀਵਨ ਜਾ ਸਿੱਖਦੇ ਹਾਂ। ਪਰ ਅਗਿਆਨਤਾ ਦੇ ਹਨੇਰੇ ਵਿੱਚ ਮੈਨੂੰ ਪਤਾ ਹੀ ਨਹੀਂ ਕਿ ਮੈਂ ਕਿਵੇਂ ਨਰਕ ਵਿੱਚ ਪੈ ਜਾਵਾਂਗਾ। ਮੈਨੂੰ ਉਹਦੀ ਵੀ ਸੋਝੀ ਨਹੀਂ ਸੀ। ਜਿਹੜਾ ਤੁਸੀਂ ਕੱਲ ਸ਼ਬਦ ਕੀਤਾ ਨਾ, ਅਰਬਨ ਨਰਬਤ ਤੰਦੂਕਾਰਾ, ਉਹਦੇ ਵਿਚਕਾਰ ਮੇਰਾ ਮਨ ਅਣਗਿਣਤ ਸਮੇਂ ਤੱਕ ਹਨੇਰੇ ਵਿੱਚ ਪਿਆ ਸੀ। ਇਹਨੂੰ ਨਾ ਰੀਅਲ ਅੰਦਰ ਦੇ ਸਵਰਗ ਦੀ ਸਮਝ ਸੀ, ਨਾ ਅੰਦਰ ਦੇ ਮੈਂ ਨਰਕ ਕਿਵੇਂ ਬਣਾ ਲੈਂਦਾ ਉਹਦੀ ਸਮਝ ਸੀ। ਉਹ ਸਾਰਾ ਨਾ ਕੈਮਿਸਟਰੀ ਬੜੀ ਅੰਦਰ ਦੀ ਕਮਾਲ ਦੀ ਕੈਮਿਸਟਰੀ ਹੈ। ਪਰ ਅਮਰੀਕਾ ਇੱਕ ਵਾਰੀ ਸੈਮੀਨਾਰ ਹੋਇਆ ਸੀ, 5-6 ਘੰਟੇ ਲੱਗੇ ਸੀ। ਖੈਰ ਉਹ 5-10 ਮਿੰਟਾਂ 'ਚੋਂ ਸ਼ਬਦ ਕਰਨ ਵਾਲਾ ਨਹੀਂ ਹੈ। ਐਨੀਵੇਜ਼ ਉਹ ਸ਼ਬਦ ਮਨ ਦਾ ਜਦੋਂ ਹਨੇਰਾ ਹੁੰਦਾ ਹੈ, ਮਨ ਨਰਕਾਂ 'ਚ ਪੈਂਦਾ ਹੈ, ਮਨ ਦਾ ਹਨੇਰਾ ਹੁੰਦਾ ਹੈ, ਮਨ ਆਗਾਸ਼ੀ ਪਤਾਲੀ ਖਿਆਲਾਂ ਵਿੱਚ ਪਿਆ ਰਹਿੰਦਾ, ਡੱਕੇ ਡੋਲੇ ਖਾਂਦਾ ਰਹਿੰਦਾ ਹੈ। ਮਨ ਨੂੰ ਸਮਝ ਨਹੀਂ ਹੈ, ਮਨ ਨੂੰ ਉਹਦਾ ਰੀਅਲ ਆਕਾਸ਼ ਪ੍ਰਾਪਤ ਨਹੀਂ ਹੋਇਆ। ਇਹ ਸਾਰੀ ਉਸ ਅਵਸਥਾ ਦੀ ਗੱਲ ਚੱਲ ਰਹੀ ਹੈ ਕਿ ਮੈਂ ਕਿਤਨੇ। ਐਨੀਵੇਜ਼ ਇੱਥੇ ਆ ਕੇ ਕਹਿੰਦੇ ਨੇ ਹਉਮੈ ਕ੍ਰੋਧ ਸ਼ਬਦ ਨਿਵਾਰੇ, हे ਕਾਮੰ ਨਰਕ ਵਿਸ਼ਰਾਮੰ ਬੋ ਜੋ ਨਹੀਂ ਪਰਮਾਵਣੇ, ਜਾਂ ਇੰਜ ਕ੍ਰੋਧ ਮਨੂੰ हे ਕ੍ਰੋਧਾ। ਇਸ ਵੀ ਕਿਤੇ ਨਾਲ ਉਹ ਸਾਰੀਆਂ ਨਾ ਜਿਹੜੀਆਂ ਜੂਨੀਆਂ 'ਚ ਪੈਂਦੇ ਆ, ਕ੍ਰੋਧ ਕੀਤਾ, ਲੋਭ ਕੀਤਾ, ਮੋਹ ਕੀਤਾ, ਅਸੀਂ ਉਸੇ ਵੇਲੇ ਦੂਜੀ ਜੂਨੀ 'ਚ ਪੈ ਜਾਂਦੇ। ਉਸ ਤੋਂ ਹਉਮੈ ਕ੍ਰੋਧ ਸ਼ਬਦ ਨਿਵਾਰੇ। ਹੁਣ ਕ੍ਰੋਧ ਨੂੰ ਵਿਸਵਾਰਿਆ, ਹਉਮੈ ਨੂੰ ਵਿਸਵਾਰਿਆ। ਸਤਿਗੁਰ ਸੇਵ ਸਦਾ ਸੁਖ ਪਾਈ ਹੈ। ਜਿਸ ਮਨ ਨੇ ਸਤਿਗੁਰ ਦੀ ਮੱਤ ਲੈ ਲਈ ਹੈ, ਗੁਰੂ ਦੇ ਮੁਖ ਦੀ ਬਾਤ ਸੁਣ ਕੇ ਮਰਜ ਹੋ ਗਿਆ, ਸਾਨੂੰ ਉਹਦੀ ਸੇਵਾ ਕਰਨੀ ਚਾਹੀਦੀ ਹੈ। ਤਾਂ ਨਵੇਂ 2 ਗੁਣ ਹੋਰ ਪ੍ਰਾਪਤ ਦੇ ਦੱਸ ਦਿੱਤੇ, ਸ਼ੀਲ ਅਤੇ ਸੰਤੋਖ। ਸੋ ਇਹ ਸ਼ੀਤਲਤਾ ਅਤੇ ਸੰਤੋਖ, ਸ਼ੀਤਲਤਾ ਦਾ ਮਨ ਇੱਥੇ ਲਵਾਂਗੇ ਕਿ ਮਨ ਦਾ ਸੁਭਾਅ ਬਣ ਗਿਆ ਜਿਹਦੇ ਨਾਲ ਅਸੀਂ ਸਬਰ ਕਰ ਸਕਦੇ ਹਾਂ, ਜਿਹਦੇ ਨਾਲ ਅਸੀਂ ਟੋਲਰੇਟ ਕਰ ਸਕਦੇ ਹਾਂ, ਜਿਹਦੇ ਨਾਲ ਅਸੀਂ ਛੇਤੀ ਨਾਲ ਐਜੀਟੇਟਿਡ ਫਿਊਰੀਅਸ ਨਹੀਂ ਹੁੰਦੇ, ਅਸੀਂ ਟਿਕੇ ਰਹਿੰਦੇ ਹਾਂ। ਗੱਲ ਗੱਲ ਤੇ ਸਾਨੂੰ ਨਾ ਕੰਪਲੇਂਟਸ ਆਉਂਦੀਆਂ, ਨਾ ਟੌਂਟ ਆਉਂਦਾ, ਨਾ ਗੁੱਸਾ ਆਉਂਦਾ ਹੈ। ਸੋ ਇਸ ਤਰੀਕੇ ਦੇ ਨਾਲ ਸ਼ੀਤਲਤਾ ਹੁੰਦੀ ਹੈ। ਉਹਦੇ ਸ਼ੀਤਲਤਾ ਵੇਲੇ ਤਪਤ ਕੜਾਹਾ ਬੁਝ ਗਿਆ, ਗੁਰਸ਼ੀਤਲ ਨਾਮ ਦੀ। ਮੇਰੇ ਅੰਦਰ ਦਾ ਤਪਤ ਕੜਾ, ਉਹ ਤਪਤ ਕੜਾ 'ਚ ਮੈਂ ਹੇਟਰੇਡ ਵੀ ਕਰਦਾ ਸੀ, ਮੈਂ ਈਰਖਾ ਵੀ ਕਰਦਾ ਸੀ, ਮੈਂ ਤ੍ਰਿਸ਼ਨਾ ਦੇ ਜਲ ਨਾਲ ਵੀ ਸੜਦਾ ਰਹਿੰਦਾ ਸੀ, ਮੈਂ ਆਪਣੇ ਅਹੰਕਾਰ ਜਗਤ ਜਲਿਆ 'ਚ ਵੀ ਰਹਿੰਦਾ ਸੀ। ਉਹ ਸਾਰੇ ਪਾਸੋਂ ਨਾ ਤਪਤ ਕੜਾ ਬੁਝ ਗਿਆ। ਸ਼ੀਤਲਤਾ ਵੀ, ਸੰਤੋਖ ਵੀ, ਸਭ ਤਾਹਾਂ ਹੀ ਇਹ ਉਹਦੇ ਕੋਲ ਹੈ, ਉਹਦੇ ਕੋਲ ਪ੍ਰਾਪਤ ਹੈ। ਕਿਹਦੇ ਕੋਲ? ਜਿਹੜਾ ਮਰਜ ਹੋ ਕੇ ਸਤਿਗੁਰ ਮੇਰਾ ਮਨ ਬਣ ਗਿਆ ਹੈ, ਤੇ ਉसी ਮਨ ਨੂੰ ਇਹ ਸਾਰੇ ਮੁਖਾਤਿਬ ਹੋ ਰਹੇ ਨੇ ਔਰ ਆਪਣਾ ਸਰੈਂਡਰ ਕਰ ਰਹੇ ਨੇ, ਸਮਰਪਿਤ ਨੇ, ਸਿੰਸੀਅਰਲੀ ਸਮਰਪਿਤ ਨੇ। ਜੀ हाँ जी ਵੀਰ ਜੀ ਆਪ ਜੀ ਨੇ ਅਰਬਨ ਗੁਰਬਤ ਦਾ ਜ਼ਿਕਰ ਕੀਤਾ। ਸਮੇਂ ਦੀ ਘਾਟ ਦੇ ਕਾਰਨ ਆਪ ਜੀ ਦੇ ਵਿਚਾਰ ਨਹੀਂ ਲੈ ਪਾਏ ਸੀ, ਮਾਫੀ ਚਾਹੁੰਦੇ ਹਾਂ ਉਹਦੇ ਲਈ। ਆਉਣ ਵਾਲੇ ਸਮੇਂ ਵਿੱਚ ਜ਼ਰੂਰ ਉਸ ਦੇ ਉੱਤੇ ਕਿਸੇ ਵਕਤ ਆਪ ਜੀ ਜ਼ਰੂਰ ਖੋਲ ਕੇ ਸਮਝਾਇਆ ਜਾਏ। ਔਰ ਵੀਰ ਜੀ ਆਪ ਜੀ ਨੇ ਇੱਕ ਹੋਰ ਸਿੱਧਾਂ ਦੇ ਕੰਨ ਵਿੱਚ ਰੂਹ ਪਾਉਣ ਦਾ ਜ਼ਿਕਰ ਕੀਤਾ, ਤੇ ਪੁਰਾਣੀ ਗਾਥਾਵਾਂ ਵਿੱਚ ਅਸੀਂ ਤੱਕੀਏ ਨਾ ਤੇ ਸੂਰਦਾਸ ਦਾ ਵੀ ਜ਼ਿਕਰ ਆਉਂਦਾ, ਜਿਨਨੇ ਆਪਣੀ ਅੱਖਾਂ ਹੀ ਫੋੜ ਲਈਆਂ ਸੀਗੀਆਂ, ਕਿ ਕਹਿੰਦਾ ਮੇਰੀ ਅੱਖਾਂ ਵਸ ਵਿੱਚ ਨਹੀਂ ਆਉਂਦੀਆਂ। ਤੇ ਹੁਣ ਸਾਨੂੰ ਸੋਚਣ ਦੀ ਲੋੜ ਹੈ ਕਿ ਅਸੀਂ ਕਿਸ ਗੁਰੂ ਦੇ ਕੋਲੋਂ ਸੰਯਮ ਲੈਣਾ ਚਾਹੁੰਦੇ ਹਾਂ ਜਾਂ ਬਾਹਰਲੇ ਸੰਜਮ ਅਸੀਂ ਕਰਨਾ ਚਾਹੁੰਦੇ ਹਾਂ। ਜੀ ਸੁਖਵਿੰਦਰ ਵੀਰ ਜੀ। ਹਾਂਜੀ ਵੀਰ ਜੀ। ਵੀਰ ਜੀ ਸਤਿਗੁਰੂ ਜੀ ਦਾ ਨਾ ਸਾਡੋ ਇੱਕ ਸਿਧਾਂਤ ਜਪਜੀ ਸਾਹਿਬ ਸਤਿਗੁਰੂ ਜੀ ਦ੍ਰਿੜ ਕਰਵਾਉਂਦੇ ਕਿ ਹੁਕਮ ਲਿਖ ਦੁੱਖ ਸੁਖ ਪਾਈ ਹੈ।
ਇੱਥੇ ਸਤਿਗੁਰੂ ਜੀ ਸਾਨੂੰ ਨਾ ਉਹ ਸੁਖ ਪ੍ਰਾਪਤੀ ਕਰਨ ਵਾਲਾ ਹੁਕਮ ਐਕਸਪਲੇਨ ਕਰ ਰਿਹਾ ਕਿ ਸੁਖ ਕਿਸ ਤਰ੍ਹਾਂ ਪ੍ਰਾਪਤ ਹੁੰਦਾ, ਸਦਾ ਸੁਖ ਵੱਲ। ਇਹ ਵਾਲਾ ਜਿਹੜਾ ਸੁਖ ਜਿਹੜਾ ਇੱਕ ਵਾਰ ਪ੍ਰਾਪਤ ਹੋ ਕੇ ਫਿਰ ਜਾਂਦਾ ਹੀ ਨਹੀਂ। ਪਹਿਲਾਂ ਆਵਣ ਜਾਣਾ ਹੋ ਰਿਹਾ ਸੀ ਦੁੱਖ ਸੁੱਖ ਦੇ ਵਿੱਚ, ਪਹਿਲਾਂ ਅਸੀਂ ਆਉਂਦੇ ਜਾਂਦੇ ਸੀ। ਅੱਛਾ, ਆਉਣਾ ਜਾਣਾ ਦਾ ਵੀ ਕੀ ਕਹਿੰਦੇ ਕਾਰਨ ਨਾ ਜੋ ਸਤਿਗੁਰੂ ਜੀ ਦੱਸਦੇ ਨੇ ਨਾ, ਕਹਿੰਦੇ ਨੇ ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ। ਅਹੰਕਾਰ ਹੀ ਮੂਲ ਹੈ ਜਨਮ ਮਰਨ ਦਾ। ਅਹੰਕਾਰ ਦੇ ਕਰਕੇ ਹੀ ਸਾਡਾ ਜਨਮ ਮਰਨ ਹੋ ਰਿਹਾ ਸੀ, ਜਿਸ ਨੂੰ ਪਿੱਛੇ ਆਖ ਰਹੇ ਨੇ ਨਾ ਜੰਮਣ ਮਰਨ ਤਿਸੈ ਤੇ ਹੋਈ। ਕਹਿੰਦੇ ਨੇ ਜਨਮ ਮਰਨ ਦਾ ਮੂਲੰ ਹੈ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ ਸੀ। ਕਿਉਂਕਿ ਜਿਹੜਾ ਇਹਦਾ ਸਤਿਗੁਰੂ ਮਿੱਤਰ ਸੀ ਉਸ ਨੂੰ ਇਹ ਛੋੜ ਦਿੰਦਾ ਹੈ ਇਹ ਹੰਕਾਰ। ਸਤਿਗੁਰੂ ਜੀ ਦੀ ਮੱਤ ਨੂੰ ਇਹ ਛੋੜ ਦਿੱਤੀ ਸੀ ਇਹਨੇ। ਅਹੰਕਾਰ ਦੁਰਮਤ ਦੇ ਵਿੱਚ ਅਹੰਕਾਰ ਗ੍ਰਹਿਣ ਕੀਤਾ ਹੋਇਆ ਸੀ, ਹਉਮੈ ਦੇ ਵਿੱਚ ਇਸ ਨੂੰ ਜਨਮ ਮਰਨ ਹੋ ਰਿਹਾ ਸੀ। ਇਸ ਨੂੰ ਇਹਦਾ ਜੀਵਨ ਦੁੱਖਾਂ ਵਿੱਚ ਨਰਕਾਂ ਵਿੱਚ ਬਤੀਤ ਹੋ ਰਿਹਾ ਸੀ। ਸਤਿਗੁਰੂ ਕਹਿੰਦੇ ਨੇ ਸਦਾ ਸੁਖ ਪਾਉਣਾ ਚਾਹੁੰਦੇ ਹੋ, ਇਹ ਵਾਲਾ ਤਰੀਕਾ ਹੈ। ਕਿਸ ਤਰ੍ਹਾਂ? ਜੇ ਤਾਂ ਉੱਥੇ ਕਹਿ ਰਹੇ ਨਾ ਇਹ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਾ, ਅਹੰਕਾਰ ਹੈ ਜਨਮ ਮਰਨ ਦਾ ਮੂਲ। ਤੇ ਜਨਮ ਮਰਨ ਖਤਮ ਕਰਨ ਦਾ ਤਰੀਕਾ ਕੀ ਹੈ? ਸਤਿਗੁਰੂ ਜੀ ਕਹਿੰਦੇ ਨੇ ਜੰਮਣ ਮਰਨ ਨਾ ਤਿੰਨ ਕਉ ਜੋ ਹੜ ਲੜ ਲਾਗੇ। ਜਦੋਂ ਅਸੀਂ ਦੁਰਮਤ ਨੂੰ ਛੋੜ ਕੇ ਸਤਿਗੁਰੂ ਜੀ ਦੇ ਦੁਆਰ ਤੇ ਆ ਜਾਾਂਗੇ ਤੇ ਸਤਿਗੁਰੂ ਜੀ ਨੂੰ ਸੇਵਣ ਲੱਗ ਪਵਾਂਗੇ। ਸਤਿਗੁਰੂ ਜੀ ਦੀ ਸੇਵਾ ਕਰਕੇ, ਭਾਵ ਸਤਿਗੁਰੂ ਸਾਡੇ ਵਾਸਤੇ ਕੌਣ ਹੈ? ਸਤਿਗੁਰੂ ਦੇ ਬਚਨ ਹੀ ਸਾਡੇ ਵਾਸਤੇ ਸਤਿਗੁਰੂ ਜੀ ਹਨ। ਸਤਿਗੁਰੂ ਜੀ ਦੀ ਸਿੱਖਿਆ ਹੀ, ਸਤਿਗੁਰੂ ਜੀ ਦੀ ਵਿਚਾਰਧਾਰਾ ਹੀ ਸਾਡੇ ਵਾਸਤੇ ਸਤਿਗੁਰੂ ਜੀ ਹੈ। ਬਾਣੀ ਔਰ ਸ਼ਬਦ ਗੁਰੂ ਜੀ ਹੀ ਸਤਿਗੁਰੂ ਜੀ ਹਨ। ਜਦੋਂ ਅਸੀਂ ਸਤਿਗੁਰੂ ਜੀ ਦੀ ਸਿੱਖਿਆ, ਸਤਿਗੁਰੂ ਜੀ ਦੀ ਵਿਚਾਰਧਾਰਾ ਲੈ ਲੈਂਦਾ ਸਾਡਾ ਮਨ ਤੇ ਉਸਦੇ ਅਕੋਰਡਿੰਗ ਜੀਣਾ ਜੀਣ ਲੱਗ ਜਾਂਦਾ ਤੇ ਉਹ ਖੁਦ ਸਤਿਗੁਰੂ ਸਰੂਪ ਹੋ ਜਾਂਦਾ, ਭਾਵ ਸਤਿਗੁਰੂ ਜੀ ਦੀ ਉਹਦੇ ਅੰਦਰ ਆ ਕੇ ਵਸ ਜਾਂਦੇ ਹਨ। ਇਸ ਨੂੰ ਹੀ ਕਹਿੰਦੇ ਨੇ ਸਦਾ ਸੁਖ ਪਾਈਏ। ਇਹ ਕਿਸ ਤਰ੍ਹਾਂ ਕਹਿੰਦੇ ਨੇ? ਹੁਕਮ ਵਿੱਚ ਕਹਿੰਦੇ ਨੇ ਦੁੱਖ ਸੁਖ ਪਾਈਆ ਜਾਂਦਾ ਹੈ। ਜੇ ਤੂੰ ਸੁਖ ਚਾਉਣਾ ਚਾਹੁੰਦਾ ਹੈ ਤਾਂ ਕਹਿੰਦਾ ਹੜ ਲੜ ਲੱਗ ਜਾ, ਸਤਿਗੁਰੂ ਦੇ ਸ਼ਰਨ ਚ ਆ ਕੇ ਸਤਿਗੁਰੂ ਨੂੰ ਸੇਵ ਕੇ ਸਤਿਗੁਰੂ ਵਿੱਚ ਸਮਾ ਜਾ। ਇਹ ਸੁਖ ਦਾ ਪ੍ਰਾਪਤੀ ਦਾ ਹੁਕਮ ਹੈ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਸੁਖ ਮਿਲਦਾ। ਕਹਿੰਦੇ ਦੁੱਖ ਪ੍ਰਾਪਤ ਕਰਨਾ ਚਾਹੁੰਦਾ ਹੈ, ਕਹਿੰਦਾ ਫਿਰ ਦੁਰਮਤ ਨੂੰ ਅਪਣਾਈ ਰੱਖ, ਦੁਰਮਤ ਦੀ ਸ਼ਰਨ ਪਿਆਰ ਹੈ, ਦੁਰਮਤ ਦੀ ਸ਼ਰਨ ਜਾਏਗਾ ਤੈਨੂੰ ਦੁੱਖ ਪ੍ਰਾਪਤ ਹੋਏਗਾ। ਇਸ ਤਰ੍ਹਾਂ ਹੁਕਮ ਵਰਤਦਾ ਹੈ ਪਰਮਾਤਮਾ ਦਾ, ਸਤਿਗੁਰੂ ਜੀ ਦਾ। ਇਹ ਤਰੀਕਾ ਸਤਿਗੁਰੂ ਜੀ ਸਮਝਾਉਂਦੇ ਨੇ। ਹੁਣ ਜਦੋਂ ਸੁਖ ਪ੍ਰਾਪਤ ਹੋਇਆ, ਕਹਿੰਦੇ ਨੇ ਸਦਾ ਸੁਖ ਪਾਈਏ। ਸੁਖ ਪ੍ਰਾਪਤ ਦਾ ਕਿਸ ਤਰ੍ਹਾਂ? ਕਿ ਸਤਿਗੁਰੂ ਜੀ ਕੋਈ ਸਰੀਰ ਥੋੜੇ ਕਿ ਸਾਨੂੰ ਆ ਕੇ ਸੁਖ ਰੂਪੀ ਕੋਈ ਚੀਜ਼ ਦੇ ਦੇਣਗੇ। ਸਤਿਗੁਰੂ ਇੱਥੇ ਸਮਝਾਉਂਦੇ ਨੇ ਜਦੋਂ ਸਾਡੇ ਅੰਦਰ ਹਉਮੈ, ਕ੍ਰੋਧ ਨੂੰ ਵੀ ਸਤਿਗੁਰੂ ਜੀ ਕਹਿੰਦੇ ਨੇ, ਕਹਿੰਦੇ ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ। ਕਹਿੰਦੇ ਤੂੰ ਕਲੇਸ਼ਾਂ ਦਾ ਮੂਲ ਹੈ, ਤੂੰ ਕਲ ਯੁਗ ਦਾ ਮੂਲ ਹੈ ਕ੍ਰੋਧ। ਤੇਰੇ ਅੰਦਰ ਕਦੇ ਵੀ ਕਦੰਚ ਕਰੁਣਾ ਨਾ ਉਪਰਜਤੇ। ਇੱਕ ਛੋਟੇ ਜਿਹੇ ਸਮੇਂ, ਥੋੜੇ ਜਿਹੇ ਸਮੇਂ ਲਈ ਵੀ ਤੇਰੇ ਅੰਦਰ ਕਰੁਣਾ ਨਹੀਂ ਉਪਜਦੀ, ਭਾਵ ਤੇਰੇ ਅੰਦਰ ਦਇਆ ਹੈ ਹੀ ਨਹੀਂ ਹੈ। ਦਇਆ ਦਾ ਅਭਾਵ ਹੀ ਕ੍ਰੋਧ ਹੁੰਦਾ ਹੈ। ਜਦੋਂ ਸਾਡੇ ਅੰਦਰ ਇਹ ਕਾਮ, ਕ੍ਰੋਧ, ਅਹੰਕਾਰ, ਈਰਖਾ, ਇਸ ਤਰ੍ਹਾਂ ਦੇ ਵਿਕਾਰ ਸਾਡੇ ਅੰਦਰ ਹੁੰਦੇ ਹਨ, ਇਹੀ ਦੁੱਖ ਨੇ, ਇਹੀ ਰੱਬ ਜੀ ਦੀ ਸਜ਼ਾ। ਸਾਨੂੰ ਸਜ਼ਾ ਕਿਸ ਤਰ੍ਹਾਂ ਮਿਲਦੀ ਹੈ? ਅਸੀਂ ਆਪਣੇ ਆਪ ਸਮਝਿਆ ਕਰੀਏ। ਜਦੋਂ ਸਾਡੇ ਅੰਦਰ ਹਉਮੈ ਹੋਵੇ, ਕ੍ਰੋਧ ਹੋਵੇ, ਇਹ ਵਿਕਾਰ ਹੋਣ, ਸਾਡੇ ਅੰਦਰ ਦਇਆ ਨਾ ਹੋਵੇ, ਨਿਮਰਤਾ ਨਾ ਹੋਵੇ, ਸਹਿਨਸ਼ੀਲਤਾ ਨਾ ਹੋਵੇ, ਇਹੀ ਸਜ਼ਾ ਹੈ ਰੱਬ ਜੀ ਦੀ। ਇਸ ਤਰ੍ਹਾਂ ਰੱਬ ਜੀ ਦੀ ਸਜ਼ਾ ਦਿੰਦੇ ਸਾਨੂੰ, ਇਹ ਦੁੱਖ ਦਿੰਦੇ ਨੇ। ਇਸ ਤਰ੍ਹਾਂ ਹੀ ਸਾਨੂੰ ਦੁੱਖ ਪ੍ਰਾਪਤ ਹੁੰਦਾ ਹੈ। ਰੱਬ ਜੀ ਦੁੱਖ ਨਹੀਂ, ਇਹੀ ਦੁੱਖਾਂ ਦਾ ਸਾਨੂੰ ਪਤਾ ਲੱਗ ਜਾਂਦਾ ਵੀ ਅਸੀਂ ਦੁੱਖਾਂ ਵਿੱਚ ਜੀ ਰਹੇ ਹਾਂ, ਜਾਂ ਅਸੀਂ ਸਜ਼ਾ ਵਿੱਚ ਸਜ਼ਾ ਪ੍ਰਾਪਤ ਕੀਤੀ ਹੋਈ, ਸਜ਼ਾ ਨੂੰ ਪਸੰਦ ਕਰਕੇ ਸਜ਼ਾ ਸਾਨੂੰ ਮਿਲ ਰਹੀ ਹੈ। ਤੇ ਸੁੱਖ ਫਲ ਕੀ ਪ੍ਰਾਪਤ ਹੋਏਗਾ? ਜਦੋਂ ਕਹਿੰਦੇ ਨੇ ਅਗਰ ਤੁਹਾਡੇ ਅੰਦਰ ਸੱਚ ਆ ਰਿਹਾ ਹੈ, ਸੰਜਮ ਆ ਰਹੇ ਨੇ, ਤੁਹਾਡਾ ਸੀਲ ਸੰਤੋਖ ਵਰਗਾ ਤੁਹਾਡਾ ਸੁਭਾਅ, ਤੁਹਾਡੇ ਅੰਦਰ ਕ੍ਰੋਧ ਦੀ ਜਗ੍ਹਾ ਹੁਣ ਦਇਆ ਹੈ, ਹਉਮੈ ਦੀ ਜਗ੍ਹਾ ਤੁਹਾਡੇ ਅੰਦਰ ਨਾਮ ਵਸ ਰਿਹਾ, ਸੱਚ ਵਸ ਰਿਹਾ। ਇਸ ਤਰ੍ਹਾਂ ਜਿਹੜੇ ਸੱਤ, ਸੰਤੋਖ, ਦਇਆ, ਨਿਮਰਤਾ, ਇਹ ਵੱਲੇ ਸਾਰੇ ਗੁਣ ਜਦੋਂ ਸਾਡੇ ਅੰਦਰ ਹੈ, ਇਹੀ ਰੱਬ ਜੀ ਦੀ ਕੀ ਕਹਿੰਦੇ ਫਲ ਨੇ, ਇਹੀ ਰੱਬ ਜੀ ਦਾ ਸੁੱਖ ਹੈ। ਇਸੇ ਨੂੰ ਹੀ ਸੁੱਖ ਕਹਿੰਦੇ ਨੇ। ਸਤਿਗੁਰੂ ਜੀ, ਰੱਬ ਜੀ ਹੈ ਸਿੱਖਿਆਵਾਂ ਦੇ ਸਰੂਪ, ਤੇ ਜੇ ਸਤਿਗੁਰੂ ਜੀ ਔਰ ਰੱਬ ਜੀ ਜੇ ਵਿਚਾਰਧਾਰਾ ਦਾ ਸਰੂਪ ਨੇ, ਵਿਚਾਰਧਾਰਾ ਅਗਰ ਸਤਿਗੁਰੂ ਜੀ ਵਿਚਾਰਧਾਰਾ ਅਪਣਾਵਾਂਗੇ ਤੇ ਸਾਡੇ ਅੰਦਰ ਇਹ ਸਾਰੇ ਰੱਬੀ ਗੁਣ ਪ੍ਰਗਟ ਹੋ ਜਾਣਗੇ। ਇਸੇ ਨੂੰ ਹੀ ਕਹਿੰਦੇ ਨੇ ਗੁਣ ਕਹਿ ਗੁਣੀ ਸਮਾਵਣਿਆ। ਅਸੀਂ ਵੀ ਰੱਬੀ ਗੁਣਾਂ ਦੇ ਧਾਰਨ ਕਰਕੇ ਰੱਬੀ ਗੁਣਾਂ ਦਾ ਰੂਪ ਹੋ ਜਾਵਾਂਗੇ। ਵਿਕਾਰਾਂ ਦਾ ਸਾਡੇ ਅੰਦਰ ਵਸਣਾ ਇਹੀ ਦੁੱਖ ਹੈ, ਔਰ ਚੰਗੇ ਚੰਗੇ ਰੱਬੀ ਗੁਣਾਂ ਦਾ ਅੰਦਰ ਆਣਾ ਇਹੀ ਸੁੱਖ ਹੈ, ਇਹੀ ਸਤਿਗੁਰੂ ਜੀ ਦੀ ਪ੍ਰਾਪਤੀ ਹੈ, ਇਹੀ ਰੱਬ ਜੀ ਦਾ ਮਿਲਾਪ ਹੈ। ਹਾਂਜੀ जी जी भी जी, आप जी ने
ਸੁੱਖ ਔਰ ਦੁੱਖ ਨੂੰ ਬੜੀ ਖੂਬਸੂਰਤੀ ਨਾਲ ਡਿਫਾਈਨ ਕੀਤਾ ਹੈ ਆਪ ਜੀ ਨੇ। ਔਰ ਅਸੀਂ ਧਿਆਨ ਦਈਏ ਨਾ, ਇਹ ਜਿਹੜੇ ਦੁੱਖਾਂ ਦਾ ਜ਼ਿਕਰ ਆ ਰਿਹਾ, ਸਰੀਰਕ ਰੋਗ ਵੀ ਅਸੀਂ ਧਿਆਨ ਦਈਏ ਤੇ ਉਹਦਾ ਦਾ ਕਾਰਨ ਵੀ ਇਹੀ ਦੁੱਖ ਹਨ। ਜਦੋਂ ਤੱਕ ਅਸੀਂ ਵਿਕਾਰਾਂ ਵਿੱਚ ਪਰਵਰਿਤ ਰਹਿੰਦੇ ਹਾਂ ਤੇ ਸਰੀਰ ਦੇ ਵੀ ਕਈ ਰੋਗ ਸਾਨੂੰ ਪਨਪਦੇ ਰਹਿੰਦੇ ਆ। ਡਾਕਟਰ ਕੋਲ ਜਾਈਏ ਨਾ, ਡਾਕਟਰ ਸਾਡੀ ਟੈਸਟ ਕਰਦਾ ਹੈ, ਕਹਿੰਦਾ ਤੈਨੂੰ ਡਾਇਬੀਟੀਜ਼ ਹੋ ਗਈ ਹੈ, ਤੈਨੂੰ ਪਹਿਲੇ ਇਹ ਦੱਸ ਟੈਨਸ਼ਨ ਕਿਹੜੀ ਹੈ, ਮਨ ਦੇ ਵਿੱਚ ਕੀ ਤੇਰੇ ਚੱਲ ਰਿਹਾ ਪਹਿਲੇ ਦੱਸ। ਸਕਿਨ ਦੇ ਰੋਗ ਹੋ ਜਾਣ, ਡਿਪਰੈਸ਼ਨ ਹੋ ਜਾਏ, ਬੀਪੀ ਹਾਈ ਬੀਪੀ ਹੋ ਜਾਏ, ਕਿੰਨੇ ਹੀ ਰੋਗ ਜਿਹੜੇ ਹਨ ਉਹ ਸਾਰੇ ਮਨ ਦੇ ਵਿੱਚ ਵਿਕਾਰਾਂ ਦੇ ਕਾਰਨ ਹੀ ਪਨਪਦੇ ਹੈਗੇ। ਤੇ ਗੁਰੂ ਸਾਹਿਬ ਸਾਨੂੰ ਉੱਚਾ ਤੇ ਸੁੱਚਾ ਜੀਵਨ ਦੇ ਰਹੇ ਹਨ, ਬਸ਼ਰਤੇ ਅਸੀਂ ਗੁਰੂ ਦੀ ਬਾਣੀ ਨੂੰ ਸਮਝ ਬੁੱਝ ਕੇ ਜੀਵਨ ਵਿੱਚ ਅਪਣਾਉਣ ਦੀ ਚੇਸ਼ਟਾ ਕਰਦੇ ਰਹੀਏ। ਗੁਰੂ ਸਾਹਿਬ ਆਪੇ ਹੀ ਬਖਸ਼ਿਸ਼ ਕਰਕੇ ਆਪਣੇ ਬਣਾਏ ਨਿਯਮਾਂ ਦੇ ਉੱਤੇ ਟੋਰ ਕੇ ਸਾਨੂੰ ਉਹ ਉੱਚਾ ਤੇ ਸੁੱਚਾ ਜੀਵਨ ਜਿਹੜਾ ਹੈ ਉਹ ਪ੍ਰਦਾਨ ਕਰ ਰਹੇ ਹਨ। ਹਾਂ, 2 ਪਦਿਆਂ ਦਾ ਪਾਠ ਹੋਇਆ, ਆਓ ਰਲ ਮਿਲ ਕੇ ਪਾਠ ਕਰ ਲਈਏ, ਫਿਰ ਪਾਠ ਸੈਸ਼ਨ ਦੀ ਸਮਾਪਤੀ ਹੈ। ਆਵਣ ਜਾਣਾ ਰਖੈ ਨਾ ਕੋਈ, ਜੰਮਣ ਮਰਨ ਤਿਸੇ ਤੇ ਹੋਈ। ਗੁਰਮੁਖ ਸਾਚਾ ਸਦਾ ਧਿਆਵੋ, ਗਤ ਮੁਕਤ ਤਿਸੇ ਤੇ ਪਾਹੇ। ਸਚ ਸੰਜਮ ਸਤ ਗੁਰੂ ਦੁਆਰੈ, ਹਉ ਮੈਂ ਕ੍ਰੋਧ ਸ਼ਬਦ ਨਿਵਾਰੈ। ਸਤਿਗੁਰ ਸੇਵ ਸਦਾ ਸੁਖ ਪਾਈਐ, ਸ਼ੀਲ ਸੰਤੋਖ ਸਭ ਤਾਹੇ। ਸਤਿਗੁਰ ਸੇਵ ਸਦਾ ਸੁਖ ਪਾਈਏ, ਸ਼ੀਲ ਸੰਤੋਖ ਸਭ ਤਾਹੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਜਿੰਦਰ ਵੀਰ ਜੀ, ਸਵਾਲ ਲੈ ਲਓ ਤੁਸੀਂ। ਅਖੀਰ ਦੇ 10 ਮਿੰਟ ਸੰਗਤ ਦੇ ਵੀ ਵਿਚਾਰ ਲੈ ਲਿਆ ਜੇ, ਗੁਰਮਤ ਵਿਚਾਰ ਅਗਰ ਕੋਈ ਦੇਣਾ ਚਾਹੇ। ਜੀ ਵੀਰ ਜੀ ਪ੍ਰਭਦੀਪ ਜੀ ਹੈਗੇ ਨੇ, ਫਸਟ ਉਹ ਲੈ ਲੈਣ, ਕਿਉਂਕਿ ਉਹ ਮੇਰੇ ਕੋਲੋਂ ਸਕਰੀਨਸ਼ਾਟ ਡਿਲੀਟ ਹੋ ਗਿਆ ਪ੍ਰਭਦੀਪ ਜੀ ਗਲਤੀ ਨਾਲ। ਰੋਸ਼ੀ ਦੀਦੀ ਨੇ ਇੱਕ ਕੁਐਸਚਨ ਕੀਤਾ ਸੀਗਾ 2 ਦਿਨ ਪਹਿਲੇ, ਤੇ ਤੁਸੀਂ ਪਾਇਆ ਸੀਗਾ ਕਿ ਉਹ ਮੈਂ ਭੁੱਲ ਗਿਆ ਸੀਗਾ ਵੀਰ ਜੀ ਸ਼ੇਅਰ ਕਰਨਾ। ਪ੍ਰਭਦੀਪ ਜੀ ਹੈਗੇ ਹੋ ਤੁਸੀਂ? ਹਾਂਜੀ, ਮੈਂ ਸ਼ੇਅਰ ਕਰ ਦੇਣਾ ਫੋਟੋ। ਜਾਂ ਵੀਰ ਜੀ ਜਾਂ ਤੁਸੀਂ ਸ਼ੇਅਰ ਕਰ ਦਿਓ, ਮੈਂ ਤੁਹਾਨੂੰ ਪਰਮਿਸ਼ਨ ਦੇ ਰਿਹਾ। ਤੇ ਤਜਿੰਦਰ ਵੀਰ ਜੀ ਰਿਕਾਰਡਿੰਗ ਹੋ ਰਹੀ ਹੈ? ਹੋ ਰਹੀ ਵੀਰ ਜੀ, ਪਲੀਜ਼ ਹੋ ਰਹੀ ਹੈ, ਕੋਈ ਨਾ। ਸ਼ਾਇਦ ਉੱਤੇ ਆ ਨਹੀਂ ਰਿਹਾ ਨਾ, ਔਰ ਵੀਰ ਜੀ ਤੁਹਾਡੇ ਨਹੀਂ ਆ ਰਿਹਾ ਹੋਣਾ, ਪਲੀਜ਼ ਵੀਰ ਜੀ ਹੋ ਰਹੀ ਹੈ। ਸਰ ਪ੍ਰਭਦੀਪ ਜੀ ਤੁਸੀਂ, ਮੈਂ ਪਰਮਿਸ਼ਨ ਦੇ ਰਿਹਾ, ਪਲੀਜ਼ ਕਰੋ। ਪ੍ਰਭਦੀਪ ਜੀ ਸ਼ੇਅਰ ਕਰ ਰਹੇ ਨੇ ਸਕਰੀਨ ਵਿੱਚ, 1 ਸੈਕਿੰਡ। ਜਾਂ ਹੋ ਗਿਆ ਜਾਂ ਵੀਰ ਜੀ ਕਿਹਦੇ ਤੋਂ ਤੁਸੀਂ ਸ਼ਬਦ ਵਿਚਾਰ ਚਾਹੁੰਦੇ ਸੀਗੇ? ਉਹ ਤੁਸੀਂ ਲਿਖਿਆ ਸੀਗਾ, ਮੈਂ ਭੁੱਲ ਗਿਆ ਵੀਰ ਜੀ, ਸੌਰੀ। ਸੁਖਵਿੰਦਰ ਵੀਰ ਜੀ ਕਰਦੇ ਨੇ। ਸੁਖਵਿੰਦਰ ਵੀਰ ਜੀ ਸੁਖਵਿੰਦਰ ਵੀਰ ਜੀ ਇੱਕ ਸ਼ਬਦ ਆ ਰਿਹਾ ਸਕਰੀਨ ਤੇ, ਤੁਹਾਨੂੰ ਕਲੀਅਰ ਹੈ? ਹਰਵਿੰਦਰ ਵੀਰ ਜੀ ਤਦ ਤੱਕ ਤੁਸੀਂ ਸਟਾਰਟ ਕਰਦੇ ਹੋਗਾ, ਤੁਹਾਨੂੰ ਕਲੀਅਰ ਆ ਰਿਹਾ ਸਮਝ ਤੇ? ਵੀਰ ਜੀ ਇਹਦੇ ਵਿੱਚ ਕੁਐਸਚਨ ਕੀ ਹੈ, ਮੈਨੂੰ ਉਹ ਥੋੜਾ ਰਿਪੀਟ ਕਰਾਓ। ਇਸ ਸ਼ਬਦ ਦੇ ਵਿੱਚ ਕੀ ਕੁਐਸਚਨ? ਯੈਸ ਪ੍ਰਭਦੀਪ ਵੀਰ ਜੀ। ਇਹ ਜਿਹੜਾ ਅਖੀਰਲੀ ਲਾਈਨ ਹੈਗੀ ਨਾ, ਸੋਢੀ ਸ੍ਰੀ ਸਕਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਬਟਾਈ। ਹਾਂਜੀ, ਤੇ ਅਰਥ ਨਹੀਂ ਕਰ ਪਾ ਰਹੇ ਸੀ ਸੁਖਵਿੰਦਰ ਵੀਰ ਜੀ ਮੈਂ। ਕਿਹੜਾ ਅਰਥ ਤੁਸੀਂ ਕਰਨਾ ਸਮਝ ਰਹੇ ਵੀਰ ਜੀ? ਸੋਢੀ ਕਿਸ ਨੂੰ ਆਖਦੇ ਨੇ? ਹਾਂਜੀ, ਸੋਢੀ ਸ੍ਰੀ ਸਕਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਬਟਾਈ। ਹਾਂਜੀ, ਜੇ ਪੂਰੇ ਸ਼ਬਦ ਦੀ ਵਿਚਾਰ ਕਰਦੇ ਹੋ ਸੁਖਵਿੰਦਰ ਜੀ ਤੇ ਬਹੁਤ ਬੈਟਰ ਰਹੇਗਾ। ਹਾਂਜੀ ਕੋਈ ਗੱਲ ਨਹੀਂ। ਹਰਵਿੰਦਰ ਵੀਰ ਜੀ ਕਰੋਗੇ ਸ਼ੇਅਰ ਵੀਰ ਜੀ? ਇੱਥੇ ਜਿੱਦੋਂ ਇੱਕ ਸਮਝ ਆ ਰਿਹਾ, ਜਿਹੜਾ ਇਤਿਹਾਸਿਕ ਪੱਖ ਜਿਹੜਾ ਹੈ ਵੀ ਨਾਨਕ ਨੇ ਉਸ ਇੱਥੇ ਨਾਨਕ ਦੇ ਕੱਕੇ ਨੂੰ ਸਿਹਾਰੀ ਆ ਰਹੀ ਹੈ। ਅਸੀਂ ਕਹਿੰਦੇ ਨਾਮ ਕੀ ਹੈ ਵੀ ਉਹ ਪਰਮਾਤਮਾ ਦੇ ਹੁਕਮ ਨੇ, ਏਕੋ ਨਾਮ ਹੁਕਮ ਹੈ। ਕਹਿੰਦੇ ਨਾਨਕ ਨੇ ਜੋ ਨਿਰੰਜਨ ਪਰਮਾਤਮਾ ਸੀ, ਉਹਦੇ ਹੁਕਮਾਂ ਦੇ ਨਾਲ ਉਹਦੀ ਸਾਂਝ ਪੈ ਗਈ। ਨਾਨਕ ਨਾਮ ਨਿਰੰਜਨ ਜਾਣਿਓ, ਉਸ ਨੇ ਪਰਮਾਤਮਾ ਦਾ ਜਿਹੜੇ ਹੁਕਮ ਨੇ, ਰੱਬੀ ਲੌਸ ਨੇ, ਉਹਨਾਂ ਦੇ ਨਾਲ ਉਹਦੀ ਸਾਂਝ ਪਈ। ਕਹਿੰਦੇ ਕੀਨੀ ਭਗਤ ਪ੍ਰੇਮ ਲਿਵ ਲਾਈ। ਉਹਨੇ, ਅਸੀਂ ਕੱਲ ਕਰਦੇ ਸੀ ਪ੍ਰੇਮ ਹੈ ਕੀ, ਵੀ ਕਮਿਟਮੈਂਟ ਹੈ ਕੀ ਕਹਿ ਲਓ, ਜਾਂ ਉਹਦਾ ਸਾਖਸ਼ਾਤ ਸਰੂਪ ਕੀ ਹੈ, ਵੀ ਉਹਦਾ ਪ੍ਰੈਕਟੀਕਲ ਫਾਰਮ ਕੀ ਹੈ। ਪਿਆਰ ਦਾ ਪ੍ਰੈਕਟੀਕਲ ਫਾਰਮ ਇਸ ਕਮਿਟਮੈਂਟ। ਜਦੋਂ ਅਸੀਂ ਗੁਰੂ ਸਾਹਿਬ ਦਾ ਵੀ ਜੀਵਨ ਦੇਖਦੇ ਹਾਂ, ਜਦੋਂ ਅਸੀਂ ਕਹਿੰਦੇ ਵੀ 40,000 ਮੀਲ ਉਹ ਪੈਰਾਂ ਤੇ ਚੱਲ ਕੇ ਗਏ, ਕਿਉਂ? ਕਿਤੇ ਪਿਆਰ ਸੀ। ਉਹ ਕਹਿੰਦਾ ਵੀ ਜਲਤੀ ਸਭ ਪ੍ਰਿਥਵੀ ਦਸੇ ਆਈ, ਬਾਜੋ ਗੁਰੂ ਗੁਬਾਰ ਹੈ। ਗੁਰੂ ਨੂੰ ਹੰਕਾਰ ਨਹੀਂ ਸੀ, ਗੁਰੂ ਨੂੰ ਉਹ ਕਹਿੰਦਾ ਦੀ ਮਜ਼ਾਕ ਨਹੀਂ ਸੀ ਕਰਨ ਜਾਂਦਾ।
ਜੇ ਕੋਈ ਬੰਦਾ ਪਾਣੀ ਉਸ ਪੁੱਠੇ ਪਾਸੇ ਦਿੰਦਾ ਪਿਆ ਨਾ ਤੇ ਗੁਰੂ ਦੇ ਮਨ ਵਿੱਚ ਉਹਨਾਂ ਵਾਸਤੇ ਨਫ਼ਰਤ ਨਹੀਂ ਸੀ। ਸਾਡੇ ਅਸੀਂ ਕਹਿੰਦੇ ਨਾ ਵੀ ਤੂੰ ਮੇਰੇ ਨਾਲ ਬੈਠ ਕੇ ਖਾ ਵੀ ਨਾ, ਤੇਰੀ ਥਾਲੀ ਮੇਰੀ ਥਾਲੀ ਨੂੰ ਟੱਚ ਨਾ ਹੋ ਜਾਵੇ। ਗੁਰੂ ਦੇ ਮਨ ਵਿੱਚ ਉਹ ਪਿਆਰ ਸੀ। ਕਹਿੰਦੇ ਵੀ ਉਸਨੇ ਕਹਿੰਦੇ ਕੀਨੀ ਭਗਤ, ਉਹਨੇ ਨਾਮ ਨੂੰ ਪਛਾਣਿਆ, ਰੱਬੀ ਗੁਣਾਂ ਨੂੰ ਪਛਾਣਿਆ, ਉਹਨਾਂ ਦੀ ਕਮਾਈ ਕੀਤੀ, ਹੋਰ ਪਿਆਰ ਦੇ ਨਾਲ ਕੀਤੀ, ਉਹਦਾ ਧਿਆਨ ਪੂਰਾ ਉੱਤੇ ਰੱਖ ਕੇ ਕੀਤਾ। ਕਹਿੰਦੇ ਫਿਰ ਉਹਦੇ ਨਾਲ ਜੁੜ ਕੇ ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ। ਇੱਥੇ ਮਤਲਬ ਅਸੀਂ ਲਾਸਟ ਟਾਈਮ ਸ਼ਬਦ ਨੂੰ ਵਿਚਾਰ ਕਰਦੇ ਪਏ ਸੀ ਨਾ, ਹੁਣ ਸ਼ਬਦ ਦੇ ਇੱਥੇ ਜਿਹੜਾ ਪਦਛੇਦ ਕੀਤਾ ਹੋਇਆ ਨਾ, ਉਹ ਕਹਿੰਦਾ ਸ਼ਬਦ ਸੁਰਤ ਕੀ ਨੀਂਵ ਰਖਾਈ। ਹਾਲਾਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਹਦੀ ਨੀਂਵ ਜਿਹੜੀ ਹੈ ਨਾ ਉਹ ਗੁਰੂ ਨਾਨਕ ਸਾਹਿਬ ਆਪ ਰੱਖ ਚੁੱਕੇ ਹੋਏ ਨੇ। ਵੀ ਪਹਿਲੀ ਪਾਤਸ਼ਾਹੀ ਨੇ ਸਿੱਧ ਕੋਸ਼ ਜਿਹੜੀ ਬਾਣੀ ਉਹ ਪਹਿਲੀ ਪਾਤਸ਼ਾਹੀ ਦੀ ਹੈ। ਵੀ ਉਹ ਅੰਦਰ ਕਹਿੰਦੇ ਵੀ ਸ਼ਬਦ ਗੁਰੂ ਸੁਰਤ ਧੁਨ ਚੇਲਾ। ਵੀ ਇੱਥੇ ਜਿਹੜਾ ਜੇ ਪਦਛੇਦ ਥੋੜਾ ਜਿਹਾ ਚੇਂਜ ਕਰਾਂਗੇ ਨਾ, ਕਹਿੰਦੇ ਤਿੰਨ ਸ਼ਬਦ ਸੁਰਤ ਕੀਨੀ ਵਰਖਾਈ। ਜਿਹੜਾ ਨੰਨਾ ਤੇ ਉਹਦੀ ਬਿਹਾਰੀ ਹੈ, ਜੋ ਉਹਨੂੰ ਕੱਕੇ ਨੂੰ ਬਿਹਾਰੀ ਦੇ ਨਾਲ ਜੋੜ ਦੀਜੀਏ, ਕਿਉਂਕਿ ਨੀਂਵ ਤੇ ਜਿਹੜੀ ਨਾ ਉਹ ਪਹਿਲੀ ਪਾਤਸ਼ਾਹ ਰੱਖ ਚੁੱਕੀ ਹੈ। ਤੇ ਜਿਹੜੇ ਹਰ ਇੱਕ ਦਾ ਆਪਣਾ ਬੋਲ ਤੋਂ ਚੋਇਸ ਹੈ ਬੰਦਾ ਕਿ ਆਈ ਫੀਲ ਜੋ ਜ਼ਿਆਦਾ ਸੂਟੇਬਲ ਹੈ, ਕਿਉਂਕਿ ਨੀਂਵ ਦੇ ਪਹਿਲਾਂ ਰੱਖੀ ਚੁੱਕੀ ਹੋਈ ਹੈ। ਕਹਿੰਦਾ ਤਾਂ ਤੇ ਅੰਗਦ ਵੀ ਉਹਦੇ ਜੇਕਰ ਨਾਲ ਆਇਆ। ਅਸੀਂ ਜਿਹੜਾ ਗੁਰੂ ਅੰਗਦ ਦੇਵ ਜੀ ਭਾਈ ਲਹਿਣਾ ਜੀ ਬਾਰੇ ਜਾਣਨੇ ਆ ਕਿ ਉਹ ਪਹਿਲਾਂ ਜਿਹੜਾ ਜਵਾਲਾਮੁਖੀ ਜਾਇਆ ਕਰਦੇ ਸਨ, ਵੀ ਉਹ ਵੀ ਜਦੋਂ ਗੁਰੂ ਦੇ ਸੰਪਰਕ ਵਿੱਚ ਆਏ, ਵੀ ਕਿਉਂਕਿ ਗੁਰਮਤਿ ਜਿਹੜਾ ਹੈ ਨਾ ਵੀ ਉਹ ਫਿਜ਼ੀਕਲ ਸੰਪਰਕ ਜਿਹੜਾ ਉਹ ਹੈ ਨਹੀਂ। ਜਦੋਂ ਅਸੀਂ ਦੇਖਦੇ ਹਾਂ ਵੀ ਜਦੋਂ ਗੁਰੂ ਅਮਰਦਾਸ ਜੀ ਨੇ ਵੀ ਜਿਹੜੇ ਗੁਰੂ ਅੰਗਦ ਦੇਵ ਜੀ ਦੀ ਡਾਟਰ, ਉਹ ਗੁਰੂ ਅਮਰਦਾਸ ਜੀ ਦੇ ਬ੍ਰਦਰ ਦੀ ਡਾਟਰ ਇਨ ਲਾਅ ਹੈ। ਹੁਣ ਜੇ ਘਰ ਵਿਆਹ ਹੋਇਆ ਹੋਣਾ ਤੇ ਗੁਰੂ ਅਮਰਦਾਸ ਜੀ ਵੀ ਘਰ ਦੇ ਐਜ਼ ਅ ਬਿਗ ਮੈਂਬਰ ਜ਼ਰੂਰ ਗਏ ਹੋਣੇ ਨੇ ਉੱਥੇ। ਗੁਰੂ ਅੰਗਦ ਦੇਵ ਜੀ ਦੇ ਉਂਝ ਦਰਸ਼ਨ ਕੀਤੇ ਹੋਣੇ ਨੇ ਉਹਨਾਂ ਨੇ, ਲੇਕਿਨ ਜੀਵਨ ਵਿੱਚ ਪਰਿਵਰਤਨ ਨਹੀਂ ਸੀ ਆਇਆ। ਉਹ ਗੰਗਾ ਜਾਇਆ ਕਰਦੇ ਸਨ, ਜੋ ਐਸ ਧਰਮ ਉਹ ਕਿਰਿਆ ਕਰਦੇ ਸਨ ਉਹ ਕਰਦੇ ਸਨ। ਫਰਕ ਕਦੋਂ ਪਿਆ? ਹੁਣ ਜਦੋਂ ਗੁਰੂ ਅੰਗਦ ਦੇਵ ਜੀ ਸਾਹਮਣੇ ਨਹੀਂ ਨੇ, ਲੇਕਿਨ ਉਹਨਾਂ ਦੀ ਡਾਟਰ ਜਿਹੜੀ ਹੈ ਉਹ ਬਾਣੀ ਉਚਾਰਨ ਕਰਦੀ ਪਈ ਹੈ, ਦੋਨੋਂ ਦੇ ਘਰ ਬਿਲਕੁਲ ਨਾਲ ਨੇ, ਬਾਣੀ ਦੇ ਬੋਲ ਕੰਨਾਂ ਵਿੱਚ ਪੈਂਦੇ ਤੇ ਜੀਵਨ ਪਰਿਵਰਤਨ ਹੁੰਦਾ ਪਿਆ। ਇੱਥੇ ਕਹਿੰਦੇ ਵੀ ਤਾਂ ਤੇ ਅੰਗਦ ਅੰਗ ਸੰਗ ਭਇਓ, ਉਹ ਵੀ ਮਨੋਂ ਇੱਕ ਨਾਮ ਦਾ ਸਮੁੰਦਰ ਬਣ ਗਿਆ। ਉਸਨੇ ਵੀ ਸ਼ਬਦ ਹੋਰ ਸੁਰਤ ਦੀ ਵਰਖਾ ਜਿਹੜੀ ਹੈ ਨਾ ਉਸਨੇ ਕੀਤੀ। ਗੁਰੂ ਅਮਰਦਾਸ ਕੀ ਅਕਥ ਕਥਾ ਹੈ, ਵੀ ਜਿਹੜਾ ਗੁਰੂ ਅਮਰਦਾਸ ਜਿਹੜੇ ਹੋਏ ਨੇ ਉਹਨਾਂ ਦੀ ਵੀ ਗੱਲ ਜਿਹੜੀ ਨਾ ਬਿਆਨ ਨਹੀਂ ਕੀਤੀ ਜਾ ਸਕਦੀ। ਕਹਿੰਦੇ ਏਕ ਜੀ, ਇਹ ਵਡਿਆਈ ਕਰਨ ਦੇ ਕਹਿ ਲੋ ਨਾ, ਪੋਇਟਿਕ ਜਿਹੜੇ ਫਰੇਜ਼ਸ ਜਿਕਨ ਕਹਿ ਲੋ ਵੀ ਏਕ ਜੀ ਕਛ ਕਥੀ ਨਾ ਜਾਈ, ਸੋਡੀ ਸ੍ਰਿਸ਼ਟ ਸਗਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਹੁਣ ਇਸ ਤੋਂ ਬਾਅਦ ਹੁਣ ਗੁਰੂ ਰਾਮਦਾਸ ਜੀ ਨੂੰ ਜਿਹੜਾ ਨਾ ਉਹ ਗੁਰਤਾ ਗੱਦੀ। ਅਸੀਂ ਕਈ ਵਾਰ ਨਾ ਸਾਡੇ ਵਿੱਚ ਇੱਕ ਕਨਸੈਪਟ ਹੈ, ਥੋੜਾ ਜਿਹਾ ਬਰੀਕੀ ਨਾਲ ਤੋਂ ਹਰ ਇੱਕ ਬੰਦਾ ਆਪਣੀ ਰਾਏ ਰੱਖ ਸਕਦਾ ਹੈ। ਅਸੀਂ ਕਈ ਵਾਰ ਕਹਿੰਦੇ ਨਾ ਵੀ ਆਪਣੇ ਸਾਡੇ ਨਾਲ ਇੱਕ ਸਰਨੇਮਸ ਨੂੰ ਲਗਾਉਣ ਦੇ ਬਾਰੇ ਇੱਕ ਜਿਹੜਾ ਹੈ ਨਾ ਕਿ ਵੀ ਆਪਣੀ ਜਾਤ ਗੋਤ ਦਾ ਵਰਤੋਂ ਨਹੀਂ ਕਰਨਾ ਚਾਹੀਦਾ। ਹੁਣ ਦੇਖੋ, ਜਿੱਥੇ ਇੱਕ ਜਾਤ ਦਾ ਅਭਿਮਾਨ ਨਹੀਂ ਹੋਣਾ ਚਾਹੀਦਾ, ਇਹ ਗੱਲ ਤੇ ਬਿਲਕੁਲ ਗੁਰਮਤਿ ਦੇ ਸਿਧਾਂਤਾਂ ਵਿੱਚੋਂ ਇਸ ਗੱਲ ਅੰਦਰ ਇੱਕ ਪੈਸੇ ਦੀ ਵੀ ਸ਼ੰਕਾ ਨਹੀਂ ਰਹਿ ਜਾਂਦੀ ਕਿ ਜਾਤ ਕਾ ਗਰਭ ਨਾ ਕਰ ਮੂਰਖ ਗਵਾਰ, ਵੀ ਉਹ ਉਸ ਗੱਲ ਦੀ ਕੋਈ ਸ਼ੰਕਾ ਨਹੀਂ ਰਹਿ ਜਾਂਦੀ। ਲੇਕਿਨ ਕਈ ਵਾਰ ਨਾ ਆਈਡੈਂਟੀਫਿਕੇਸ਼ਨ ਵਾਸਤੇ ਸਾਨੂੰ ਕਿਸੇ ਚੀਜ਼ ਦੀ ਲੋੜ ਪੈ ਜਾਂਦੀ ਹੈ, ਵੀ ਉਹਨੂੰ ਕੁਝ ਅੱਛਾ ਅਸੀਂ ਕਈਆਂ ਨੇ ਕੀ ਹੋ ਗਿਆ, ਹੁਣ ਕਈਆਂ ਦੇ ਨਾਮ ਵੀ ਉਹ ਅੱਛਾ ਫਿਰ ਨਹੀਂ ਤੇ ਅਸੀਂ ਕੀ ਕਰ ਦਿੱਤਾ ਆਈਡੈਂਟੀਫਿਕੇਸ਼ਨ ਵਾਸਤੇ, ਉਹ ਉਹਨਾਂ ਦੇ ਪਿੰਡਾਂ ਦੇ ਨਾਮ ਜੋੜਨੇ ਸ਼ੁਰੂ ਕਰ ਦਿੱਤੇ। ਤੂੰ ਜਿੱਥੇ ਤੂੰ ਗਰਭ ਨਹੀਂ ਕਰਨਾ ਉਹਦਾ, ਉਹ ਗੱਲ ਬਿਲਕੁਲ ਸੱਚੀ ਹੈ। ਲੇਕਿਨ ਕਈ ਵਾਰ ਹੁਣ ਹਰਵਿੰਦਰ ਸਿੰਘ ਸ਼ਾਇਦ ਕਿਤਨੇ ਹੋਣਗੇ, ਜਾਂ ਭੁਪਿੰਦਰ ਸਿੰਘ ਕਹਿ ਲੋ ਜਾਂ ਦਵਿੰਦਰ ਸਿੰਘ ਕਹਿ ਲੋ, ਇਹ ਤੇ ਬਹੁਤ ਹੋਣਗੇ, ਤੇ ਤੁਹਾਨੂੰ ਆਈਡੈਂਟੀਫਾਈ ਕਰਨਾ ਪਏਗਾ। ਜਾਂ ਤੇ ਤੁਸੀਂ ਕੋਈ ਉਹਨਾਂ ਦੀ ਜਿੱਥੇ ਰਹਿੰਦੇ ਨੇ, ਅੱਛਾ ਕੌਣ ਜੀ, ਉਹ ਸ਼ੰਕਰ ਸ਼ੇਰ ਰੋਡ ਵਾਲੇ, ਜਾਂ ਤੁਸੀਂ ਉਹਨਾਂ ਨੂੰ ਕਹਿ ਦਿਓ ਵੀ ਇਹ ਅੱਛਾ ਰਵਿੰਦਰ ਸਿੰਘ ਜੀ ਮੱਖੀਜਾ। ਤੋ ਇੱਥੇ ਵੀ ਜਿਹੜਾ ਵੀ ਹੁਣ ਗੁਰੂ ਰਾਮਦਾਸ ਜੀ ਉੱਥੇ ਤੇ ਕੋਈ ਜਾਤ ਦੀ, ਅੱਛਾ ਜਦੋਂ ਗੁਰੂ ਸਾਹਿਬ ਜਦੋਂ ਇਵਨ ਇਹਨਾਂ ਦੀ ਗੱਲ ਕਰਦੇ ਵੀ ਉਹ ਗੋਬਿੰਦ ਸਿੰਘ ਨਾਮ ਦਿਓ ਮਨ ਜੀ ਨਾ ਕਹਿੰਦੇ ਆੜ ਦਾਮ ਕੋ ਛੀਪਰੋ। ਹੁਣ ਗੁਰੂ ਸਾਹਿਬ ਉਹਦੀ ਕੋਈ ਉੱਥੇ ਕੋਈ ਉਹਨਾਂ ਦੀ ਹਿਠਾਈ ਨਹੀਂ ਕਰਦੇ ਪਏ। ਕਬੀਰ ਜੁਲਾਹਾ ਕਹਿੰਦੇ ਪਏ ਨੇ ਵੀ ਚਮਾਰ ਜਿਹੜਾ ਵੀ ਉਹ ਚਮਾਰ ਉਸਤਤ ਕਰੇ, ਉਹਨਾਂ ਦੇ ਪੇਸ਼ਾ ਸੀ, ਉਹਨਾਂ ਦਾ ਕੀਤਾ ਸੀ, ਉਸ ਹਿਸਾਬ ਦੇ ਨਾਲ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਕਹਿੰਦੇ ਪਏ ਨੇ। ਤੇ ਮੇਰੇ ਖਿਆਲ ਨਾਲ ਸਾਰੀ ਜਿਹੜੀ ਉਹ ਵਾਲਾ ਪ੍ਰਸੰਗ ਜਿਹੜਾ ਹੈ ਨਾ ਉਹ ਇੱਥੇ ਜੋ ਇਤਿਹਾਸ ਵਰਤਿਆ, ਆਈ ਫੀਲ ਇਟ ਵਾਸ ਕੁਝ ਪੱਖ ਜਿਹੜਾ ਅਸੀਂ ਕਹਿੰਦੇ ਹਾਂ, ਜਿੱਦਾਂ ਅਸੀਂ ਕਹਿੰਦੇ ਵੀ ਗੁਰਬਾਣੀ ਵਿੱਚ ਇਤਿਹਾਸ ਜਿਹੜਾ ਹੈ ਉਹ ਨਹੀਂ ਹੈ, ਲੇਕਿਨ ਕੁਝ ਪੱਖ ਜਿਹੜੇ ਨੇ ਨਾ ਬਹੁਤ ਇੰਪੋਰਟੈਂਟ ਵੀ ਨੇ। ਅੱਜ ਜਦੋਂ ਅਸੀਂ ਸ਼ਾਇਦ ਇਹਨੂੰ ਇੱਕ ਵਾਰ ਪਹਿਲਾਂ ਵੀ ਅਸੀਂ ਉਹਨੂੰ ਡਿਸਕ੍ਰਾਈਬ ਕਰਦੇ ਪਏ ਸੀ ਕਿ ਕਈ ਵਾਰ ਨਾ ਵੀ ਜਦੋਂ ਜਿਹੜਾ ਬੰਦਾ ਜਿਤਨੀ ਜ਼ਿੰਮੇਵਾਰੀ ਵਾਲੀ ਥਾਂ ਤੇ ਬੈਠਿਆ ਹੋਵੇ ਨਾ,
ਉਸ ਨੂੰ ਬੜਾ ਸੁਚੇਤ ਰਹਿਣਾ ਪੈਂਦਾ ਹੈ ਕਿ ਬਈ ਜੇ ਜਿਸ ਸੰਸਥਾ ਨੂੰ ਤੁਸੀਂ, ਵੱਡੀ ਸੰਸਥਾ ਹੈ ਉਹਨੂੰ ਤੁਸੀਂ ਹੈਡ ਕਰਦੇ ਪਏ ਹੋ, ਤੇ ਐਸਾ ਨਾ ਹੋਵੇ ਕਿ ਤੁਹਾਡੇ ਬਾਅਦ ਉਹ ਸੰਸਥਾ ਪੂਰਨ ਤੌਰ ਤੇ ਰੁਲ ਜਾਵੇ। ਹੁੰਦਾ ਹੈ ਕਈ ਵਾਰ ਇੱਕ ਬੰਦੇ ਦੇ ਚਲੇ ਜਾਣ ਦੇ ਨਾਲ ਨਾ ਅੱਛੀ ਸੰਸਥਾ ਜੋ ਬਹੁਤ ਵਧੀਆ ਕੰਮ ਕਰਦੀ ਹੁੰਦੀ ਹੈ ਉਹ ਰੁਲ ਜਾਂਦੀ ਹੈ। ਤੇ ਗੁਰੂ ਸਾਹਿਬ ਉਹ ਅਸੀਂ ਕਹਿੰਦੇ ਵੀ ਭਾਵੇਂ ਬੇਪਰਵਾਹ ਨੇ ਲੇਕਿਨ ਲਾਪਰਵਾਹ ਬਿਲਕੁਲ ਨਹੀਂ ਨੇ। ਤੇ ਉਹਨਾਂ ਨੇ ਜਿਹੜੇ ਕੁਝ ਸ਼ਬਦ ਆਉਂਦੇ ਨੇ ਜਿਹੜਾ ਇਤਿਹਾਸਿਕ ਪੱਖ ਸਾਡੇ ਨਾਲ ਸਾਂਝ ਕਰਦੇ ਨੇ ਵੀ ਉਹ ਸ਼ਾਇਦ ਟਿੱਕਾ ਦਿੱਤੋਸ ਜੀਵਤ ਹੈ ਵੀ ਲੈਣੇ ਦੀ ਫਿਰ ਆਇਆ ਵੀ ਉਹਨੇ ਗੁਰੂ ਸਾਹਿਬ ਨੇ ਆਪ ਆਪਣੇ ਜਿਉਂਦਿਆਂ ਜੀ ਵੀ ਹੋਰੋ ਗੰਗ ਵਹਾਈਏ ਦੁਨੀਆਈ ਆਖੇ ਕੀ ਕਿਉਂ ਵੀ ਉਹ ਪੁੱਤਰੀ ਕੌਲ ਨਾ ਪਾ ਲਿਓ। ਦੇਖੋ ਇਹਨਾਂ ਸਭ ਦੇ ਬਾਵਜੂਦ ਅੱਜ ਸਿੱਖ ਜਗਤ ਵਿੱਚ ਕਹਿ ਲਓ, ਉਹਨੂੰ ਤੁਸੀਂ ਸਿੱਖ ਕਹਿ ਲਓ ਨਾ ਕਹਿ ਲਓ ਉਹਨਾਂ ਨੂੰ, ਲੇਕਿਨ ਅੱਜ ਵੀ ਜਿਹੜਾ ਬਾਬਾ ਸ਼੍ਰੀ ਚੰਦ ਔਰ ਅੱਗੇ ਜਿਹੜਾ ਉਹਨਾਂ ਦੇ ਲక్ష్ਮੀ ਦਾਸ ਜੀ ਦੇ ਬੇਟੇ, ਉਹਨਾਂ ਦੀ ਜਿਹੜੀ ਵੰਸ਼ ਚੱਲੀ ਆਂਦੀ ਪਈ ਹੈ, ਅੱਜ ਵੀ ਲੋਕ ਉਹਨਾਂ ਦੀ ਪੂਜਾ ਪ੍ਰਤਿਸ਼ਠਾ ਕਰਦੇ ਨੇ। ਤੇ ਬਾਣੀ ਵਿੱਚ ਕੁਝ ਉਹ ਨੁਕਤੇ ਵੀ ਇੱਕ ਤਰੀਕਾ ਕੀ ਹੁੰਦਾ ਹੈ ਕਿ ਬਈ ਗੁਰੂ ਨੇ ਕੋਈ ਰਾਜਾ ਜਿਹੜਾ ਨਾ, ਇੱਕ ਤਰੀਕਾ ਹੁੰਦਾ ਹੈ ਕਿ ਬਈ ਉਹ ਰਾਜਾ ਮਰ ਗਿਆ ਤੇ ਹੁਣ ਉਸ ਤੋਂ ਬਾਅਦ ਜਿਤਨੇ ਉਹਦੇ ਪੁੱਤਰ ਨੇ, ਜਿਤਨੇ ਉਹਦੇ ਵੱਡੇ ਵੱਡੇ ਅਹਿਲਕਾਰ ਨੇ, ਉਹਨਾਂ ਝਗੜਾ ਮਚ ਜਾਏਗਾ ਵੀ ਕੌਣ ਹੁਣ ਇਹ ਗੁਰੂ ਗੱਦੀ ਨੂੰ ਕੌਣ ਸੰਭੇਗਾ। ਅੱਛਾ ਤਰੀਕਾ ਕੀ ਹੁੰਦਾ ਹੈ, ਰਾਜਾ ਆਪਣਾ ਜਿਹੜਾ ਰਾਜਕੁਮਾਰ ਹੈ ਨਾ, ਉਹ ਉੱਤਰਾਧਿਕਾਰੀ ਉਹਨੂੰ ਉਹ ਘੋਸ਼ਿਤ ਕਰ ਦਿੰਦਾ ਵੀ ਮੇਰੇ ਤੋਂ ਬਾਅਦ ਇਹ ਰਾਜਾ। ਗੁਰੂ ਸਾਹਿਬ ਉਸ ਤੋਂ ਇੱਕ ਕਦਮ ਹੋਰ ਸ਼ਾਇਦ ਅੱਗੇ ਜਾਣਾ ਚਾਹੁੰਦੇ ਨੇ, ਉਹ ਆਪਣੇ ਜਿਉਂਦਿਆਂ ਜੀ ਹੀ ਗੁਰਤਾ ਗੱਦੀ ਜਿਹੜੀ ਹੈ ਨਾ ਉਹਨਾਂ ਨੇ। ਔਰ ਇਹ ਜਿਹੜਾ ਨਾ ਉਹ ਪ੍ਰਸੰਗ ਜਿਹੜਾ ਵੀ ਉਹ ਅੱਛਾ ਭਾਈ ਗੁਰਦਾਸ ਜੀ ਵੀ ਸ਼ਾਇਦ ਕੋਈ ਭਾਈ ਗੁਰਦਾਸ ਜੀ ਦੀ ਇੱਕ ਰਾਈਟਿੰਗ ਹੈ ਗੁਰੂ ਬੰਸਾਵਲੀ ਦੀ ਹੋਂ, ਉਹ ਮੈਂ ਕਹਿੰਦਾ ਉਹਦੇ ਸ਼ਾਇਦ ਉਹ ਲਾਈਨਸ ਕੁਝ ਐਸੇ ਨੇ ਉਹ ना हुआ जस्ट होल्ड कर रहा है, लाइंस याद आ जाएंगे। गुरु ओदा हेडिंग वाज गुरु बंसावली दी हो पोता होई के आप बनाया। एक मैं जस्ट एक सर्च करके कर लेना, मैं एक मिनट है। ਸੁਖਿੰਦਰ ਵੀਰ ਜੀ ਤਦ ਤੱਕ ਤੁਸੀਂ ਪਲੀਜ਼ ਕੈਰੀ ਔਨ। ਕੋਈ ਨਹੀਂ ਵੀਰ ਜੀ, ਉਹਨਾਂ ਨੂੰ ਠੀਕ ਹੈ, ਮੈਨੂੰ ਲਾਈਨਸ ਨਹੀਂ ਯਾਦ ਆ ਰਹੀਆਂ। ਯਾ ਓਕੇ ਕਰ ਲਓ ਵੀਰ ਜੀ, ਕਰ ਮੈਨੂੰ ਲਾਈਨ ਕੁਝ ਉਹਦਾ ਹਿੱਸਾ ਐਸਾ ਸੀ ਉਹ ਬਾਬਾਣਾ ਦੇਵਰਾ ਬਣਾਇਆ, ਲక్ష్ਮੀ ਦਾਛੋ ਸ਼੍ਰੀ ਚੰਦ ਪੋਤਾ ਹੋਏ ਕੇ ਆਪ ਗਨਾਇਆ, ਪ੍ਰਿਥਿਆ ਉਹ ਸਾਰਾ ਇਹਨਾਂ ਉਧਰ ਵੀ ਗੁਰੂ ਸਾਹਿਬ ਦੱਸਦੇ ਪਏ ਨੇ ਕਿ ਵੀ ਮਤਾਂ ਤੁਸੀਂ ਕੁਝ ਇਤਿਹਾਸ ਦੇ ਪੱਗ ਜਿਹੜੇ ਨੇ ਨਾ ਉਹਨਾਂ ਚੋਂ ਸਿੱਖਿਆਵਾਂ ਮਿਲਦੀਆਂ ਨੇ ਵੀ ਮਤਾਂ ਤੁਸੀਂ ਕਿਸੇ ਭੁਲੇਖੇ ਅਸੀਂ ਕਹਿੰਦੇ ਵੀ ਜਿਹੜਾ ਪੁੱਤਰੀ ਕੌਲ ਨਾ ਪਾ ਲਿਓ, ਕਿਤਨਾ ਸਪਸ਼ਟ ਕਰ ਦਿੱਤਾ, ਪੁੱਤਰੀ ਕੌਲ ਨਾ ਪਾ ਰਿਓ ਕਰ ਪੀਰੋ ਕੰਨ ਮੁਰਟੀਏ। ਉਹਨਾਂ ਨੇ ਆਪਣਾ ਕੰਧ ਜਿਹੜਾ ਹੈ ਨਾ ਕੰਧਾ ਗੁਰੂ ਸਾਹਿਬ ਵਾਲੇ ਪਾਸੇ ਉਹਨਾਂ ਨੇ ਫੇਰ ਲਿੱਤਾ, ਉਹਨਾਂ ਨੇ ਪੁੱਤਰੀ ਕੌਲ ਨਾ ਪਾ ਰਿਓ ਕਰ ਪੀਰੋ ਕੰਨ ਮੁਰਟੀਏ, ਦਿਲ ਕੋਟੇ ਆ ਕੀ ਫਿਰਨ ਮਤਾਂ ਕਿਸੇ। ਹੁਣ ਇਹ ਹਿਸਟਰੀ ਦਾ ਪੱਖ ਜਦੋਂ ਅਸੀਂ ਕਹਿੰਦੇ ਵੀ ਗੁਰੂ ਸਾਹਿਬ ਜਿਹੜਾ ਹੈ ਨਾ ਇਤਿਹਾਸ ਦੇ ਪੱਖ ਨੂੰ ਨਹੀਂ ਉਹਦੀ ਪ੍ਰੋੜਤਾ ਨਹੀਂ ਕਰਦੇ, ਲੇਕਿਨ ਕੁਝ ਇਤਿਹਾਸਿਕ ਪੱਖ ਸ਼ਾਇਦ ਸਾਡੇ ਵਾਸਤੇ ਬਹੁਤ ਜ਼ਰੂਰੀ ਵੀ ਨੇ ਕਿ ਸਾਨੂੰ ਬਿਲਕੁਲ ਕਲੀਅਰ ਹੋ ਜਾਵੇ ਕਿ ਬੇੜਾ ਨਾ ਵੀ ਉਹ ਕੁਝ ਥਾਵਾਂ ਤੇ ਆ ਰਿਹਾ ਵੀ ਇੱਕ ਪਾਸੇ ਆਂਦਾ ਵੀ ਉਹ ਬਾਬਾ ਮੋਹਨ ਜੀ ਜਿਹੜੇ ਸ਼ਬਦ ਆਂਦਾ ਜਿੱਥੇ ਆਂਦਾ ਵੀ ਮੋਹਨ ਤੇਰੇ ਉੱਚੇ ਮੰਦਰ। ਹੁਣ ਸਾਡੇ ਵੀ ਕੁਝ ਪ੍ਰਚਾਰਕ ਜਿਹੜੇ ਨੇ ਨਾ ਉਹ ਐਸੀਆਂ ਕਹਾਣੀਆਂ ਗੜਦੇ ਨੇ ਕਿ ਬਈ ਗੁਰੂ ਅਰਜਨ ਦੇਵ ਜੀ ਉਹ ਬਾਬਾ ਮੋਹਨ ਜੀ ਕੋਲ ਗਏ। ਜਦੋਂ ਅਸੀਂ ਸ਼ਬਦ ਨੂੰ ਪੜਾਂਗੇ ਨਾ, ਜਦੋਂ ਸ਼ਬਦ ਅੰਦਰ ਉਹ ਕਹਿੰਦਾ ਮੋਰੀ ਪੁੱਤ ਸਨਮੁਖ ਹੋਵਾ ਰਾਮ ਦਾਸੇ ਪੈਰੀ ਪਾਏ ਜੀਓ, ਵੀ ਉਹ ਉੱਥੇ ਵੀ ਉਹ ਜਿਹੜਾ ਉੱਥੇ ਕਹਿੰਦੇ ਨੇ ਵੀ ਮੋਹਨ ਜਿਹੜਾ ਨਾ ਉਹ ਗੁਰੂ ਦੇ ਸਨਮੁਖ ਨਹੀਂ ਹੋਇਆ। ਮੋਹਨ ਦੇ ਮੋਰੀ ਦੋ ਪੁੱਤਰ ਸਨ, ਕਹਿੰਦੇ ਮੋਰੀ ਪੁੱਤ ਸਨਮੁਖ ਹੋਵਾ, ਬਾਬਾ ਮੋਹਨ ਜੀ ਸਨਮੁਖ ਵੀ ਨਹੀਂ ਹੋਏ। ਫਿਰ ਬੰਦਾ ਕਹੇ ਕਿ ਉਹਨਾਂ ਕੋਲ ਗੁਰੂ ਸਾਹਿਬ ਗਏ ਸਨ, ਉਹਨਾਂ ਕੋਲ ਉਹਨਾਂ ਦੀਆਂ ਸਿਫਤਾਂ ਕਰਵਾ ਕੇ ਤਾਂ ਉਹਨਾਂ ਨੇ ਲਿੱਤਾ। ਤੋਂ ਇਤਿਹਾਸਿਕ ਪੱਖਾਂ ਤੋਂ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਸਾਨੂੰ ਸਿੱਖਣ ਨੂੰ ਮਿਲਦੇ ਨੇ। ਇਹ ਸ਼ਬਦ ਸ਼ਾਇਦ ਉਸ ਪ੍ਰਥਾ ਜਿਹੜਾ ਨਾ ਜੋ ਵਿੱਚ ਹੋਇਆ ਉਸ ਟਾਈਮ ਤੇ ਸਾਡੀ ਉਹਦੇ ਨਾਲ ਸਾਂਝ ਪਾਉਂਦੇ ਪਏ। ਹਾਂਜੀ ਵੀਰ हाँ सुखविंदर जी आप जी कंटिन्यू करो। ਹਾਂਜੀ ਵੀਰ ਜੀ, ਜਿਹੜਾ ਇਹ ਸਤਿਗੁਰੂ ਜੀ ਸਾਨੂੰ ਇੱਥੇ ਦੱਸ ਰਹੇ ਨੇ ਨਾ ਨਾਨਕ ਵਾਲਾ, ਇਹਦੇ ਵਿੱਚ ਜਿਹੜਾ ਇੱਥੇ ਸਤਿਗੁਰੂ ਜੀ ਨਾਮ ਨਿਰੰਜਨ ਨੂੰ ਸਾਨੂੰ ਦੱਸ ਰਹੇ ਨੇ। ਪਹਿਲਾਂ ਇਸੇ ਨੂੰ ਹੀ ਜਪਜੀ ਸਾਹਿਬ ਵਿੱਚ ਵੀ ਸਤਿਗੁਰੂ ਜੀ ਨੇ ਖੋਲਿਆ, ਉੱਥੇ ਵੀ ਇਹੀ ਆਖਦੇ ਨੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਕਹਿੰਦੇ ਨੇ ਨਾਮ ਹੀ ਨਿਰੰਜਨ ਹੈ, ਨਾਮ ਹੀ ਸਾਡਾ ਪ੍ਰਭ ਹੈ,
ਕਹੋ ਨਾਨਕ ਨਾਮ ਨਿਰੰਜਨ ਅਗਮ ਅਗੋਚਰ ਹੁਕਮੇ ਰਿਆ ਸਮਾਏ। ਨਾਮ ਹੀ ਨਿਰੰਜਨ ਹੈ, ਨਾਮ ਹੀ ਪ੍ਰਭ ਹੈ। ਤੇ ਜਿਹੜਾ ਇਸ ਨਾਮ ਨੂੰ ਨਿਰੰਜਨ ਕਰਕੇ ਜਾਣ ਲੈਂਦਾ ਤੇ ਉਹਦੀ ਭਗਤੀ ਕਰਨ ਲਈ ਸਟਾਰਟ ਕਰ ਦਿੰਦਾ ਇਸ ਨਾਮ ਨੂੰ, ਉਸੇ ਅਵਸਥਾ ਨੂੰ ਹੀ ਨਾਨਕ ਅਵਸਥਾ ਆਖਦੇ ਨੇ। ਇਸ ਨੂੰ ਪ੍ਰੇਮ ਦੇ ਨਾਲ ਜਦੋਂ ਨਾਮ ਨੂੰ ਨਿਰੰਜਨ ਕਰਕੇ ਜਾਣ ਕੇ ਉਹਦੀ ਭਗਤੀ ਸਟਾਰਟ ਕਰਦਾ, ਪ੍ਰੇਮ ਲਿਵਲਾਈ ਜਦੋਂ ਕਰਦਾ ਹੈ, ਇਹੀ ਨਾਮ ਹੈ, ਇਹੀ ਨਿਰੰਜਨ ਉਹ ਆਪ ਮਨ ਕੋਏ ਬਣ ਚੁੱਕਾ ਹੈ। ਨਾਮ, ਨਿਰੰਜਨ, ਕੀਨੀ, ਇਹ ਤਿੰਨਾਂ ਨੂੰ ਤਿੰਨ ਕੰਮਾਂ ਨੂੰ ਮਿਲਾ ਕੇ ਹੀ ਲਫ਼ਜ਼ ਸਤਿਗੁਰੂ ਜੀ ਨੇ ਨਾਨਕ ਯੂਜ਼ ਕੀਤਾ ਇਹਨਾਂ ਦੀ। ਜਦੋਂ ਸਾਡਾ ਮਨ ਨਾਮ ਨੂੰ ਨਿਰੰਜਨ ਕਰਕੇ ਜਾਣ ਲੈਂਦਾ ਹੈ, ਮੰਨ ਲੈਂਦਾ ਹੈ, ਫਿਰ ਉਸ ਤੋਂ ਬਾਅਦ ਉਹਦੀ ਭਗਤੀ ਵੀ ਕਰਨ ਲੱਗ ਜਾਂਦਾ ਹੈ। ਸਿਰਫ ਮੰਨਣਾ ਨਹੀਂ, ਭਗਤੀ ਵੀ ਕਰਦਾ, ਉਸਦੇ ਅਕੋਰਡਿੰਗ ਚੱਲਦਾ ਵੀ ਹੈ। ਉਹ ਵਿਚਾਰਤਾ ਦੇ ਅਕੋਰਡਿੰਗ ਹੀ ਫਿਰ ਉਹਦੇ ਵਿਚਾਰ ਹੁੰਦੇ ਨੇ। ਮਨ ਉਹ ਅਵਸਥਾ ਜਦੋਂ ਨਾਮ ਨਿਰੰਜਨ ਹੈ, ਮਨ ਦੇ ਅੰਦਰ ਜਦੋਂ ਨਾਮ ਵਸ ਜਾਂਦਾ ਹੈ, ਨਿਰੰਜਨ ਮੰਨ ਕੇ ਭਗਤੀ ਸਟਾਰਟ ਕਰਦਾ, ਇਸ ਅਵਸਥਾ ਨੂੰ ਹੀ ਕਹਿੰਦੇ ਨੇ ਨਾਨਕ। ਇਸੇ ਨੂੰ ਹੀ ਅੱਗੇ ਕਹਿੰਦੇ ਨੇ, ਫਿਰ ਕਹਿੰਦੇ ਨੇ ਦੇਖੋ ਜਦੋਂ ਸਾਡੀ ਸੁਰਤ ਦੇ ਵਿੱਚ ਪਹਿਲਾਂ ਸ਼ਬਦ ਨਾਲ ਸਾਡੇ ਨਹੀਂ ਨਿਵਾਸ ਕਰਦਾ, ਹੁਣ ਜਦੋਂ ਸਾਡੀ ਸੁਰਤ ਦੇ ਨਾਲ, ਸੁਰਤ ਦੇ ਅੰਗ ਸੰਗ, ਅੰਗ ਸ਼ਬਦ, ਜਦੋਂ ਸਾਡੀ ਸੁਰਤ ਦੇ ਅੰਗ ਸ਼ਬਦ, ਅੰਗ ਸੰਗ ਸ਼ਬਦ ਦੀ ਸ਼ਬਦ ਵਸ ਜਾਂਦਾ ਹੈ, ਸਾਡੀ ਸੁਰਤ ਸ਼ਬਦ ਦੇ ਅੰਗ ਸੰਗ ਰਹਿਣ ਲੱਗ ਜਾਂਦੀ ਹੈ, ਸਾਡੀ ਸੁਰਤ ਦੇ ਅੰਗ ਸੰਗ ਸ਼ਬਦ ਦਾ ਵਾਸਾ ਹੋ ਜਾਂਦਾ ਹੈ, ਉਸ ਅਵਸਥਾ ਨੂੰ ਹੀ ਅੰਗਦ ਆਖ ਰਹੇ ਨੇ। ਤਾਂ ਤੇ ਅੰਗਦ ਕੀ ਅੰਗ ਸੰਗ ਪਇਓ ਸ਼ਾਇਰ ਤਿਨ ਸ਼ਬਦ ਸੁਰਤ ਕੀ ਨੀਵ ਲਿਖਾਈ। ਸੁਰਤ ਦੇ ਨਾਲ, ਸੁਰਤ ਦੇ ਅੰਗ ਸ਼ਬਦ, ਪਹਿਲਾਂ ਸਾਡੇ ਸੁਰਤ ਦੇ ਅੰਗ, ਸਾਡੇ ਅੰਗ ਸੰਗ ਸ਼ਬਦ ਨਹੀਂ ਰਹਿੰਦਾ। ਜਦੋਂ ਸਾਡੇ ਸੁਰਤ ਦੇ ਅੰਗ ਸੰਗ ਸ਼ਬਦ ਰਹਿੰਦਾ ਹੈ, ਉਸ ਨੂੰ ਹੀ ਆਖਦੇ ਨੇ ਅੰਗ ਪਲੱਸ ਸ਼ਬਦ ਅੰਗਦ। ਇਸੇ ਨੂੰ ਹੀ ਬੋਲਦੇ ਨੇ ਸਾਡੀ ਸੁਰਤ ਦੇ ਨਾਲ, ਜਿਸ ਅਵਸਥਾ ਦੇ ਵਿੱਚ ਸਾਡੀ ਸੁਰਤ ਦੇ ਨਾਲ ਸ਼ਬਦ ਦਾ ਵਾਸਾ ਹੋ ਜਾਏਗਾ, ਉਹੀ ਅਵਸਥਾ ਨੂੰ ਅੰਗਦ ਕਹਿ ਰਹੇ ਨੇ। ਫਿਰ ਜਦੋਂ ਸਾਡੀ ਸੁਰਤ ਦੇ ਨਾਲ ਸ਼ਬਦ ਦਾ ਵਾਸਾ ਹੋ ਜਾਏਗਾ, ਸਾਡੀ ਸੁਰਤ ਦੇ ਵਿੱਚ ਸ਼ਬਦ ਵਸ ਜਾਂਦਾ ਹੈ, ਸਾਡੇ ਮਨ ਦੇ ਵਿੱਚ ਸ਼ਬਦ ਵਸ ਜਾਂਦਾ ਹੈ, ਤਾਂ ਉਸ ਅਵਸਥਾ ਨੂੰ, ਜਿਸ ਨੂੰ ਜਪਜੀ ਸਾਹਿਬ ਵਿੱਚ ਆਖਦੇ ਨੇ ਨਾ ਉਹ ਮਰੈ ਨਾ ਡਾਗੇ ਜਾਏ, ਤੇ ਜਿਹਨੂੰ ਕਹਿੰਦੇ ਨੇ ਤਾਕੀਆਂ ਗੱਲਾਂ ਕੱਥੀਆਂ ਨਾ ਜਾਹੇ ਜੇ ਕੋ ਕਹੇ ਪਿੱਛੇ ਪਸੈ, ਉਹ ਅਵਸਥਾ ਹੀ ਅਮਰ ਵਾਲੀ ਅਵਸਥਾ ਹੈ। ਜਦੋਂ ਸਾਡਾ ਮਨ ਇਹ ਜਿਸ ਨੂੰ ਕਹਿੰਦੇ ਨਾ ਉਹ ਮਰੈ, ਨਾ ਸਾਡਾ ਮਨ ਮਰਦਾ ਹੈ, ਨਾ ਹੀ ਸਾਡਾ ਕੋਈ ਇਹ ਸੁਰਤ ਵੀ ਨਹੀਂ ਮਰਦੀ। ਸੁਰਤ ਵੀ ਹੁਣ ਸ਼ਬਦ ਤੋਂ ਅੰਗ ਸੰਗ ਤੋਂ ਦੂਰ ਨਹੀਂ ਜਾਂਦੀ, ਜਿਸ ਨੂੰ ਸਤਿਗੁਰੂ ਜੀ ਆਖਦੇ ਨੇ ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ। ਸਾਡੀ ਸੁਰਤ ਦੇ ਨਾਲ ਵੀ, ਸਾਡੇ ਮਨ ਦੇ ਨਾਲ ਹੁਣ ਸ਼ਬਦ ਹਮੇਸ਼ਾ ਅੰਗ ਸੰਗ ਵਸ ਰਿਹਾ, ਉਹਦੇ ਵਿੱਚ ਸਾਡੀ ਸੁਰਤ ਹੁਣ ਨਹੀਂ ਮੰਨਦੀ, ਜਿਸ ਨੂੰ ਆਖਦੇ ਨੇ ਨਾ ਜੰਮਣ ਮਰਨ ਨਾ ਤਿੰਨ ਕੋ ਜੋ ਹੜ ਲੜ ਲਾਗੇ। ਸਾਡੀ ਸੁਰਤ, ਸਾਡੀ ਮਨ ਇਹ ਹੁਣ ਸ਼ਬਦ ਦੇ ਨਾਲ ਅੰਗ ਸੰਗ ਲੜ ਲੱਗ ਗਏ ਸ਼ਬਦ ਦੇ, ਹੁਣ ਮਰਦੇ ਨੇ। ਇਸ ਨੂੰ ਕਹਿੰਦੇ ਨੇ ਅਮਰਦਾਸ ਵਾਲੀ। ਇਹ ਅਮਰਦਾਸ ਵਾਲੀ ਅਕਥ ਕਥਾ ਹੈ। ਤੇ ਇਹ ਕਹਿੰਦੇ ਨੇ ਜੇ ਤੁਸੀਂ ਕਹੋਗੇ, ਜੇ ਕੋਈ ਕਵੇ ਵੀ ਨਾ, ਕੋਈ ਇਸ ਦੇ ਬਾਰੇ ਬਿਆਨ ਕਰ ਸਕੇ, ਤੇ ਕਹਿੰਦੇ ਉਹ ਕਹਿ ਨਹੀਂ ਸਕਦਾ, ਤਾਂ ਕਹਿੰਦੇ ਉਹੀ ਦੱਸ ਸਕਦਾ ਜਿਹਨੂੰ ਇਹ ਅਵਸਥਾ ਪ੍ਰਾਪਤ ਹੋਈ ਹੈ। ਅੱਗੇ ਸਤਿਗੁਰੂ ਜੀ ਕਹਿੰਦੇ ਨੇ, ਕਹਿੰਦੇ ਜਿਹੜੀ ਇਹ ਰਾਮਦਾਸ ਵਾਲੀ ਅਵਸਥਾ ਹੈ ਨਾ, ਫਿਰ ਜਦੋਂ ਮਨ ਦੇ ਵਿੱਚ ਨਾਮ ਵਸ ਜਾਂਦਾ ਹੈ ਨਾ, ਜਿਸ ਨੂੰ ਨਾਮ ਭਾਵ ਨਾਮ ਨਿਰੰਜਨ ਭਾਵ ਰਾਮ, ਇਸੇ ਨੂੰ ਹੀ ਪਾਰ ਬ੍ਰਹਮ ਕਹਿੰਦੇ ਨੇ। ਕਹਿੰਦੇ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ। ਇੱਥੋਂ ਜਿਹੜੀ ਸਭ ਤੋਂ ਕੀਮਤੀ ਲਫ਼ਜ਼ ਹੈ ਨਾ, ਸਭ ਤੋਂ ਜੋ ਕੀਮਤੀ ਇਹਦੇ ਵਿੱਚ ਅਸੀਂ ਸਿੱਖਣ ਵਾਲੀ ਤੱਤ ਗੱਲ ਹੈ, ਉਹ ਗੱਲ ਹੈ ਕਿ ਇਹ ਜਿਹੜੀ ਚਾਰੀਆਂ ਅਵਸਥਾਵਾਂ ਹੈ, ਇਹ ਹਰ ਸਰੀਰ ਦੇ ਵਿੱਚ ਪ੍ਰਾਪਤ ਹੁੰਦੀਆਂ ਨੇ, ਹਰ ਮਹਿਲ ਨੂੰ ਇਹ ਪ੍ਰਾਪਤ ਹੋਈਆਂ ਨੇ ਅਵਸਥਾਵਾਂ। ਇਹ ਕਿਸੇ ਇੱਕ ਮਹਿਲ ਦੀ ਗੱਲ ਨਹੀਂ ਹੈ ਕਿ ਇੱਕ ਮਹਿਲ ਨੂੰ ਸਿਰਫ ਨਾਨਕ ਪਦਵੀ ਪ੍ਰਾਪਤ ਹੋਈ, ਇੱਕ ਨੂੰ ਸਿਰਫ ਅੰਗਦ ਪਦਵੀ ਪ੍ਰਾਪਤ ਹੋਈ, ਇੱਕ ਨੂੰ ਸਿਰਫ ਅਮਰ ਪਦਵੀ ਪ੍ਰਾਪਤ ਹੋਈ, ਇੱਕ ਨੂੰ ਸਿਰਫ ਰਾਮਦਾਸ ਨਹੀਂ। ਹਰ ਮਹਿਲ ਨੂੰ ਇਹ ਸਾਰੀਆਂ ਅਵਸਥਾਵਾਂ ਪ੍ਰਾਪਤ ਹੋਈਆਂ। ਸੋਢੀ ਸੇ ਸਕਲ ਤਾਰਨ ਕਉ ਅਬ ਕੋ ਰਾਮਦਾਸ ਕੋ ਮਿਲੀ ਬਈ। ਅਜੇ ਉਹਦੀ ਸ੍ਰਿਸ਼ਟੀ ਤਰੀ ਨਹੀਂ ਹੈ। ਹੁਣ ਇਸ ਤੋਂ ਬਾਅਦ ਜਦੋਂ ਰਾਮਦਾਸ ਤੋਂ ਬਾਅਦ ਜਦੋਂ ਸਾਡੇ ਮਨ ਦੇ ਵਿੱਚ ਸ਼ਬਦ ਰਾਮ ਨਾਮ ਵਸ ਜਾਂਦੇ ਨੇ, ਜਿਸ ਨੂੰ ਆਖਦੇ ਨੇ ਨਾਉ ਮਰੈ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ। ਉਸ ਤੋਂ ਬਾਅਦ ਫਿਰ ਜਦੋਂ ਮਨ ਨੂੰ ਰਾਮਦਾਸ ਅਵਸਥਾ ਪ੍ਰਾਪਤ ਹੁੰਦੀ ਹੈ, ਤਾਂ ਫਿਰ ਇਹ ਅਰਜਨ ਅਵਸਥਾ ਤੇ ਆਉਂਦਾ ਹੈ। ਇਹਨੂੰ ਅਰਜਨ ਅਵਸਥਾ ਕੀ ਪ੍ਰਾਪਤ ਹੁੰਦੀ? ਫਿਰ ਇਹ ਜਿਹੜੀ ਜਿਸ ਨੂੰ ਕਹਿੰਦੇ ਸਕਲ ਤਾਰਨ ਕੋ, ਸਾਰੀ ਸ੍ਰਿਸ਼ਟੀ ਨੂੰ ਫਿਰ ਇਹ ਤਾਰਨ ਵਾਲੇ ਪਾਸੇ ਜਾਂਦਾ। ਭਾਵ ਜਦੋਂ ਹੁਣ ਆਪ ਤਾਂ ਇਹਨੇ ਜਪ ਕੇ ਆਪਣੇ ਅੰਦਰ ਨਾਮ ਵਸਾ ਲਿਆ, ਹੁਣ ਇਹ ਅਵਰਜ ਪਾਣ ਜਾਂਦਾ ਹੈ। ਆਪਣੀ ਅੰਦਰ ਵਸਦੇ
ਸਾਰੇ ਭਗਤ ਜਿਹਨੂੰ ਕਹਿੰਦੇ ਤਿੱਥੈ ਭਗਤ ਵਸੈ ਕੇ ਲੋ, ਉਹਨਾਂ ਨੂੰ ਵੀ ਇਹ ਜਿਹੜੀ ਵਡਿਆਈ, ਨਾਮ ਦੀ ਵਡਿਆਈ ਰਾਮਦਾਸ ਜੀ ਨੂੰ ਮਿਲੀ ਹੈ। ਇਹ ਹੁਣ ਅਰਜਨ ਅਵਸਥਾ ਕਰਕੇ, ਅਰਜਨ ਬਣ ਕੇ, ਮਨ ਭਾਵ ਅਰਜਨ ਵਾਲੀ ਅਵਸਥਾ ਵਿੱਚ ਅਰਜ ਕਰਦਾ ਸਾਰੀ ਸ੍ਰਿਸ਼ਟੀ ਨੂੰ, ਉਹੀ ਸੁਣਾਉਂਦਾ ਹੈ ਸਭ ਜੋ ਇਸ ਨੂੰ ਵਡਿਆਈ ਮਿਲੀ ਹੈ, ਜੋ ਨਾਮ ਦੀ ਵਡਿਆਈ ਪ੍ਰਾਪਤ ਹੋਈ, ਜੋ ਸਤਿਗੁਰੂ ਜੀ ਦੀ ਸਿੱਖਿਆ ਪ੍ਰਾਪਤ ਹੋਈ। ਇਹ ਹੁਣ ਆਪਣੇ ਅੱਗੇ ਅੰਦਰ ਇੰਦਰੀਆਂ ਨੂੰ, ਗਿਆਨ ਇੰਦਰੀਆਂ ਨੂੰ, ਅੰਦਰਲੇ ਸਾਰੇ ਤਨ ਨੂੰ, ਪੂਰੀ ਸ੍ਰਿਸ਼ਟੀ ਨੂੰ ਵੰਡਦਾ ਹੈ, ਜਿਸ ਨੂੰ ਕਹਿ ਰਹੇ ਨਾ ਸਕਲ ਤਾਰਨ ਕੋ। ਇਹ ਜਿਹੜੀ ਸਕਲ ਤਾਰਨ ਕੋ ਵਡਿਆਈ ਮਿਲੀ ਹੈ, ਫਿਰ ਮਨ ਉਹਨਾਂ ਸਕਲ ਤਾਰਨ ਦੇ ਵਾਲੇ ਕੰਮ ਵਾਸਤੇ ਸਾਰਿਆਂ ਨੂੰ ਉਚਾਰਨ ਵੀ ਕਰਦਾ ਹੈ। ਤਿੱਥੈ ਭਗਤ ਵਸੈ ਕੇ ਲੋ, ਫਿਰ ਉਹ ਵੀ ਕਰੇ ਆਨੰਦ ਸੱਚਾ ਮਨ ਸੋਇ, ਉਹਨਾਂ ਦੇ ਵਿੱਚ ਵੀ ਇਹ ਸੱਚੀ ਵਡਿਆਈ ਵਸਦੀ ਹੈ ਨਾਮ ਦੀ, ਉਹ ਅਰਜਨ ਅਵਸਥਾ ਪ੍ਰਾਪਤ ਹੁੰਦੀ ਹੈ। ਇਹ ਇੱਕੋ ਹੀ ਮਹਿਲ ਨੂੰ ਸਾਰੀਆਂ ਅਵਸਥਾ ਪ੍ਰਾਪਤ ਹੋਈਆਂ ਹਨ। ਅਸੀਂ ਵੀ ਇਹ ਸਾਰੀਆਂ ਅਵਸਥਾ ਪ੍ਰਾਪਤ ਕਰਨੀਆਂ ਹਨ ਸਤਿਗੁਰੂ ਜੀ ਦੇ ਲੜ ਲੱਗ ਕੇ। ਅਸੀਂ ਸਤਿਗੁਰੂ ਜੀ ਦੇ ਅੱਗੇ ਢਹਿਣਾ ਹੈ, ਸਤਿਗੁਰੂ ਜੀ ਨੂੰ ਕਹਿਣਾ ਹੈ, ਸਤਿਗੁਰੂ ਜੀ ਅਸੀਂ ਤੁਹਾਡੇ ਦੁਆਰੇ ਆਏ ਹਾਂ, ਅਸੀਂ ਭਰਮ ਫਿਰਤ ਪ੍ਰਭ ਆਇਆ, ਪਰਿਆ ਤੋਂ ਸ਼ਰਨਾਏ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਕਿਹੜੀ ਭਗਤੀ? ਜਿਹੜੀ ਉੱਪਰ ਕੀਨੀ ਭਗਤ। ਸਤਿਗੁਰੂ ਜੀ ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ, ਸਾਨੂੰ ਭਗਤੀ ਦੀ ਦਾਤ ਬਖਸ਼ੋ। ਉਹ ਭਗਤੀ ਦੀ ਦਾਤ ਕਿਹੜੀ ਹੈ? ਜਿਸ ਨੂੰ ਕਹਿੰਦੇ ਨੇ ਕੀਨੀ ਭਗਤ। ਭਗਤੀ ਦੀ ਦਾਤ ਜਿਹੜਾ ਮਨ ਲੈਣ ਆਉਂਦਾ ਹੈ, ਉਸ ਨੂੰ ਨਾਮ ਨਿਰੰਜਨ ਰੂਪੀ ਭਗਤੀ ਮਿਲਦੀ ਹੈ, ਉਹ ਨਾਨਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ। ਇਸ ਤੋਂ ਹੀ ਇਹ ਸਾਰੀਆਂ ਅਵਸਥਾ ਇੱਕੋ ਹੀ ਮਹਿਲ ਵਿੱਚ ਵਰਤਦੀਆਂ ਨੇ, ਇੱਕੋ ਹੀ ਮਹਿਲ ਨੂੰ ਇਹ ਸਾਰੀਆਂ ਅਵਸਥਾ ਪ੍ਰਾਪਤ ਹੋਈਆਂ ਸਨ। ਸਤਿਗੁਰੂ ਜੀ ਇਸ ਐਂਗਲ ਤੋਂ ਹੀ ਸਾਨੂੰ ਬਾਰ-ਬਾਰ ਇਹ ਸਮਝਾਉਣਗੇ। ਹਾਂਜੀ ਹਾਂਜੀ ਵੀਰ ਜੀ, ਆਪ ਜੀ ਨੇ ਅੰਦਰ ਦੀ ਅਵਸਥਾਵਾਂ ਜਿਹੜੇ ਗੁਰੂ ਸਾਹਿਬਾਨ ਦੇ ਨਾਮ ਅਸੀਂ ਕਹਿੰਦੇ ਹਾਂ, ਉਸ ਮੁਤਾਬਿਕ ਬੜੀ ਖੂਬਸੂਰਤੀ ਨਾਲ ਦੱਸਣਾ ਕੀਤਾ। ਇਹਦੇ ਵਿੱਚ 3 ਚੀਜ਼ਾਂ ਮੈਂ ਨੋਟ ਕੀਤੀਆਂ, ਜਿਹੜੀ ਮੁੱਢਲੀ ਹੈਗੀਆਂ, ਜਿਹੜੀਆਂ ਜਿਸ ਬਾਬਤ ਥੋੜਾ ਜਿਹਾ ਵਿਚਾਰ ਹੋਰ ਅਗਰ ਸਾਂਝ ਪਾ ਸਕੋ ਤੇ। ਕਿਉਂਕਿ ਨਾਨਕ ਦੇ ਕੱਕੇ ਨੂੰ ਸਿਆਰੀ ਹੈ। ਦੂਜੀ ਅਮਰਦਾਸ ਜੀ ਤੋਂ ਪਹਿਲੇ ਅੱਖਰ ਗੁਰ ਆਇਆ ਹੈ, ਗੁਰ ਦਾਸ ਆਇਆ। ਹੋਰ ਤੀਜੀ ਸੋਢੀ ਅੱਖਰ ਜਿਹੜਾ ਆਇਆ, ਉਹ 3 ਚੀਜ਼ਾਂ ਨਹੀਂ ਖੁੱਲ ਪਾਈਆਂ ਪੂਰੀ ਤਰੀਕੇ ਦੇ ਨਾਲ। ਇਸ ਬਾਬਤ ਆਪ ਜੀ ਵਿਚਾਰ ਦੇਣਾ ਚਾਹੋਗੇ? ਵੀਰ ਜੀ ਭੁਪਿੰਦਰ ਵੀਰ ਜੀ ਵਿਚਾਰ ਉਹਨਾਂ ਤੋਂ ਆਪਾਂ ਲੈ ਲਈਏ। ਭੁਪਿੰਦਰ ਵੀਰ ਜੀ ਵੀ ਸ਼ੇਅਰਿੰਗ ਕਰਨਗੇ ਆਪਣੇ ਨਾਲ। ਭੁਪਿੰਦਰ ਵੀਰ ਜੀ ਆਪ ਜੀ ਵਿਚਾਰ ਦੇ ਦਿਓ। ਅਗਰ ਆਪ ਜੀ ਜਿਹੜੇ 3 ਚੀਜ਼ਾਂ ਆ ਰਹੀਆਂ ਨੇ ਇਸ ਬਾਬਤ ਵੀ ਖੋਲ ਸਕੋ ਤੇ ਥੋੜਾ ਜਿਹਾ ਖੋਲ ਦਿਓ ਜੀ। ਦੇਖੋ ਮੈਂ ਥੋੜਾ ਜਿਹਾ ਬਸ ਆਊਟਲਾਈਨ ਸਾਂਝ ਕਰ ਲੈਂਦਾ। ਇਹ ਜਿਹੜਾ ਇਹਦੇ ਚ ਲਫ਼ਜ਼ ਸੋਢੀ ਆਇਆ ਨਾ, ਇਸ ਤਰ੍ਹਾਂ ਭਲੇ ਅਮਰਦਾਸ ਵੀ ਆਇਆ ਨਾ। ਉੱਥੇ ਅਮਰਦਾਸ ਜੀ ਦੀ ਭੱਲਾ ਜ਼ਾਤ ਦੀ ਗੱਲ ਚੱਲ ਰਹੀ ਹੈ, ਨਾ ਇੱਥੇ ਰਾਮਦਾਸ ਜੀ ਦੇ ਸੋਢੀ ਜ਼ਾਤ ਦੀ ਗੱਲ ਚੱਲ ਰਹੀ ਹੈ। ਜਦੋਂ ਸੁਖਿੰਦਰ ਜੀ ਨੇ ਵੀ ਉਹਨੇ ਸਾਂਝ ਕੀਤੀ, ਜਦੋਂ ਅਦਵੈਤ ਅਵਸਥਾ ਵਿੱਚ ਮਨ ਹੁੰਦਾ ਹੈ, ਮਨ ਆਪਣੀ ਮਨ ਮਰਜ਼ੀ ਛੋੜ ਦਿੰਦਾ ਹੈ, ਤਾਂ ਉਹ ਨਾਨਕ ਬਾਦ ਅਸੀਂ ਉਸਨੂੰ ਕਹਿੰਦੇ ਹਾਂ। ਔਰ ਜੋ ਚੰਗੇ ਗੁਣ ਲੈ ਲੈਂਦਾ ਹੈ, ਤਾਂ ਉਹ ਪ੍ਰਭ ਤੁਮ ਤੇ ਲੈਣਾ ਤੂੰ ਮੇਰਾ ਗਹਿਣਾ ਵਾਲੇ ਚੰਗੇ ਗੁਣਾਂ ਦਾ ਸ਼ਿੰਗਾਰ ਕਰਦਾ ਹੈ, ਔਰ ਉਹ ਅੰਗਦ ਬਣਦਾ ਹੈ। ਔਰ ਫਿਰ ਉਹ ਜਦੋਂ ਵਿਕਾਰਾਂ ਹੱਥੀ ਮਰਦਾ ਨਹੀਂ ਹੈ, ਤਾਂ ਉਹ ਅਮਰਦਾਸ ਅਵਸਥਾ ਬਣਦੀ ਹੈ। ਔਰ ਆਪਣੀ ਸ੍ਰਿਸ਼ਟ ਨੂੰ ਤਾਰਨ ਵਾਸਤੇ ਜਦੋਂ ਮਨ ਸੱਚ ਦੀ ਸੰਗਤ ਵਿੱਚ ਬਣਦਾ ਹੈ, ਤਾਂ ਉਹਨੂੰ ਰਾਮਦਾਸ ਕਹਿੰਦੇ ਨੇ। ਉਹਨੂੰ ਅੰਦਰ ਦਾ ਤਖਤ ਪ੍ਰਾਪਤ ਹੁੰਦਾ ਹੈ। ਸਕਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ, ਉਹ ਮਨ ਰਾਮਦਾਸ ਬਣ ਜਾਂਦਾ ਹੈ। ਔਰ ਜਦੋਂ ਉਹ ਰਾਮਦਾਸ ਬਣ ਜਾਂਦਾ ਹੈ, ਤਾਂ ਉਹ ਆਪਣੀ ਸ੍ਰਿਸ਼ਟੀ ਨੂੰ ਤਾਰਨ ਵਾਸਤੇ ਅਰਜਨ ਅਵਸਥਾ ਚ ਆ ਕੇ ਬਾਣੀ ਉਚਾਰਦਾ ਹੈ। ਔਰ ਉਚਾਰਨ ਦੀ ਉਸੀ ਬੋਲ ਕੇ ਦੱਸਣ ਦੀ ਅਵਸਥਾ ਨੂੰ ਪਟ ਕਹਿੰਦੇ ਨੇ। ਅਸੀਂ ਇਸ ਤਰੀਕੇ ਨਾਲ ਇਹ ਸਾਰੇ ਸ਼ਬਦਾਂ ਨੂੰ ਦੇਖਦੇ ਹਾਂ। ਔਰ ਮੈਂ ਬਸ ਇਤਨੀ ਬੇਨਤੀ ਕਰਾਂਗਾ ਕਿ ਨਾਨਕ ਦੇ ਕੱਕੇ ਨੂੰ ਸਿਆਰੀ ਜਦੋਂ ਆਈ, ਜਾਂ ਗੁਰ ਅਮਰਦਾਸ ਦੀ ਆਈ ਗੱਲ, ਤਾਂ ਉੱਥੇ ਅਸੀਂ ਇਹੀ ਗੱਲ ਸਮਝਾਂਗੇ ਕਿ ਮਨ ਦੀ ਉਹ ਅਵਸਥਾ ਜਦੋਂ ਮਨ ਅਦਵੈਤ ਹੋ ਗਿਆ, ਨਾਨਕ ਜੀ ਨੇ ਨਾਮ ਨਿਰੰਜਨ ਨੂੰ ਪ੍ਰੈਕਟਿਸ ਕੀਤਾ। ਜਦੋਂ ਮਨ ਨੇ ਆਪਣੀ ਮਤ ਵਾਲਾ ਮੰਦਾ ਖੂਨ ਦੇਣਾ ਛੋੜ ਦਿੱਤਾ ਔਰ ਸਤਿਗੁਰ ਦੀ ਮਤ ਵਾਲਾ ਦੁੱਧ ਰੂਪੀ ਪਾਵਨ ਰੂਪੀ ਲੈ ਕੇ ਅੰਗਾਂ ਨੂੰ ਵਰਤਾਈ, ਉਸ ਅਵਸਥਾ ਨੂੰ ਭਗਤ ਕਹਿੰਦੇ ਨੇ। ਇਹ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਯੂਨੀਕ ਹੈ ਵਾਲਾ ਸਿਸਟਮ ਮਿਲੇਗਾ। ਔਰ ਉਹ ਜਦੋਂ ਅੰਗਦ ਅਵਸਥਾ ਬਣੀ, ਤਾਂ ਉਹਨੇ ਚੰਗੇ ਗੁਣਾਂ ਦਾ ਸ਼ਿੰਗਾਰ ਕਰ ਲਿਆ। ਔਰ ਜਦੋਂ ਉਹਨੇ
ਅਮਲੀ ਤੌਰ ਤੇ ਇੱਕ ਇੱਕ ਗੁਰ ਨੂੰ ਅਪਲਾਈ ਕੀਤਾ ਤਾਂ ਉਹ ਜਿਸ ਵੀ ਜਮ ਥਾਟ ਦੇ ਨਾਲ ਫਾਈਟ ਕਰਨ ਵਾਸਤੇ ਗੁਰ ਜਿਹੜਾ ਅਪਲਾਈ ਕਰਦੇ ਆ, ਜੁਗਤ ਜਿਹਨੂੰ ਕਹਿੰਦੇ ਆ, ਤਾਂ ਅਮਰ ਹੁੰਦੇ ਆ, ਵਰਨਾ ਅਸੀਂ ਆਤਮਕ ਮੌਤ ਮਰਦੇ ਆ। ਸੋ ਜਦੋਂ ਉਹ ਅਮਰ ਅਵਸਥਾ ਉਹ ਹਮੇਸ਼ਾ ਲਈ ਅਮਰ ਵਾਲੀ ਗੱਲ ਬਣ ਜਾਂਦੀ ਹੈ। ਇਹ ਜਿਹੜੀ ਗੱਲ ਸੁਖਵਿੰਦਰ ਜੀ ਨੇ ਪਹਿਲਾਂ ਬਿਆਨ ਕੀਤੀ ਹੈ, ਇਸ ਤਰੀਕੇ ਦੇ ਨਾਲ ਨਾ ਪਟਾਕੇ ਸੋਈਏ ਦੇ ਅਰਥ ਹੋਣ ਤੇ ਬੜਾ ਸਾਨੂੰ ਸਵਾਦਲੀ ਗੱਲ ਮਿਲਦੀ ਹੈ। ਵਰਸਿਸ ਜਿਹੜੀ ਸਾਨੂੰ ਗੁਰਦੁਆਰਿਆਂ ਵਿਚਕਾਰ ਗੱਲ ਬਾਣੀ ਦੀ ਚੱਲ ਰਹੀ ਹੁੰਦੀ ਹੈ ਤੇ ਇੱਕਦਮ ਫਿਰ ਸਾਰੇ ਗੁਰਦੁਆਰਿਆਂ 'ਚ ਕਿਤਨੇ 100 ਸਾਲਾਂ ਤੋਂ ਸੂਰਜ ਪ੍ਰਕਾਸ਼ ਦੀ ਕਹਾਣੀ ਪੜ੍ਹੀ ਜਾਂਦੀ ਹੈ, ਕਥਾ ਪੜ੍ਹੀ ਜਾਂਦੀ ਹੈ। ਇਹ ਉਹਦੇ ਬੇਸ ਤੇ ਇਸ ਤਰੀਕੇ ਨਾਲ ਹੀ ਇਹਦੇ ਅਰਥ ਆਮ ਤੌਰ ਤੇ ਅਸੀਂ ਸਮਝਦੇ ਹਾਂ ਕਿ ਇਸ ਤਰ੍ਹਾਂ ਹਿਸਟਰੀ ਵਾਪਰੀ ਔਰ ਇੰਜ ਹੋਇਆ। ਅਸੀਂ ਹਿਸਟਰੀ ਤੋਂ ਮੁਨਕਰ ਨਹੀਂ ਹੋ ਸਕਦੇ ਹਾਂ, ਪਰ ਅਸੀਂ ਆਪਣੇ ਅੰਦਰ ਦੀ ਜੀਵਨ ਜਾਚ ਸਿੱਖਣੀ ਹੈ ਕਿ ਸਾਨੂੰ ਕਿਸ ਤਰ੍ਹਾਂ ਨੀਚੋਂ ਉੱਚ ਕਰੇ ਮੇਰਾ ਗੋਬਿੰਦ, ਕੀੜਾ ਥਾਪ ਦੇ ਪਾਤਸ਼ਾਹੀ ਕਿਸ ਤਰ੍ਹਾਂ ਕਰਦੇ ਨੇ। ਇਸ ਤਰ੍ਹਾਂ ਅੰਦਰ ਦਾ ਜਿਹੜਾ ਮਨ ਅੰਦਰ ਦਾ ਤਖਤ ਪ੍ਰਾਪਤ ਕਰ ਲੈਂਦਾ ਹੈ, ਉਸ ਮਨ ਨੂੰ ਸੋਢੀ ਸੁਲਤਾਨ ਕਹਿੰਦੇ ਨੇ। ਸੋ ਇਸ ਸੋਢੀ ਸ੍ਰਿਸ਼ਟ ਸਕਲ ਧਾਰਨ ਕੋ, ਉਹਦੇ ਬਾਰੇ ਗੱਲ ਚੱਲ ਰਹੀ ਹੈ। ਪਰ ਮੈਂ ਇਹ ਨਮਰਤਾ ਨਾਲ ਬੇਨਤੀ ਕਰਦੇ ਹਾਂ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਖੀਰ ਵਿੱਚ ਆਉਂਦੇ ਨੇ ਪਟਾਕੇ ਸੋਈਏ। ਅਸੀਂ ਸਾਰੇ ਜਦੋਂ ਵਿਚਾਰ ਕਰ ਰਹੇ ਹਾਂ ਤਾਂ ਅਸੀਂ ਸਾਰੇ ਵਿਚਾਰ ਕਰਨ ਵੇਲੇ ਜਪਜੀ ਸਾਹਿਬ ਤੋਂ ਹੀ ਡਿਫਰੈਂਟ ਡਾਇਰੈਕਸ਼ਨ ਤੇ ਚੱਲੇ ਹੋਏ ਆ। ਤੇ ਜਦੋਂ ਅਸੀਂ ਜਪਜੀ ਸਾਹਿਬ ਤੋਂ ਹੀ ਡਿਫਰੈਂਟ ਡਾਇਰੈਕਸ਼ਨ ਚੱਲੇ ਆ ਤੇ ਇਹਦੇ ਬਿਲਕੁਲ PhD ਦੇ ਸਬਜੈਕਟ ਨੇ, ਤਾਂ ਇਹਨਾਂ ਸਬਜੈਕਟਸ ਤੇ ਤਾਂ ਸਾਡੀ ਸਹਿਮਤੀ ਹੋ ਹੀ ਨਹੀਂ ਪਾਏਗੀ, ਕਿਉਂਕਿ ਅਸੀਂ ਉਹਨੇ ਜਪਜੀ ਤੋਂ ਹੀ ਧਵਲ ਸਮਝਦੇ ਹਾਂ। ਬਈ ਕੋਈ ਕਹਿੰਦੇ ਸੀ ਇੱਕ ਬੈਲ ਹੁੰਦਾ ਤੇ ਬੈਲ, ਉਹਨਾਂ ਦੀ ਗੱਲ ਤੇ ਆ ਗਏ। ਸੁਣਿਆ ਸਿੱਧ ਪੀਰ ਸੁਨਾਤ, ਅਸੀਂ ਕੋਈ ਸਿੱਧਾ ਪੀਰਾਂ ਦੀਆਂ ਗੱਲਾਂ ਕਰਦੇ ਹਾਂ, ਗੁਰੂ ਸਾਹਿਬ ਅੰਦਰ ਦੇ ਸਿੱਧਾ ਪੀਰਾਂ ਦੀ ਗੱਲ ਕਰਦੇ ਨੇ, ਈਸ਼ਰ ਵਰਮਾ ਅੰਦਰ ਦੀ ਗੱਲਾਂ ਕਰਦੇ ਨੇ। ਉਹ ਸਾਰਾ ਫਿਰ ਚੈਪਟਰ ਉੱਥੋਂ ਨਾ ਬਿਲਕੁਲ ਟ੍ਰੇਨ ਦਾ ਕਾਂਟਾ ਬਦਲ ਜਾਂਦਾ। ਅੰਬਾਲੇ ਤੋਂ ਜਾਂ ਤੇ ਟ੍ਰੇਨ ਚੰਡੀਗੜ੍ਹ ਔਰ ਕਾਲਕਾ ਜਾਏਗੀ, ਤੇ ਜਾਂ ਫਿਰ ਅੰਬਾਲੇ ਤੋਂ ਕਾਂਟਾ ਬਦਲ ਦਿਓ ਤਾਂ ਅੰਮ੍ਰਿਤਸਰ ਜਾਏਗੀ। ਉੱਥੋਂ ਹੀ ਡਾਇਰੈਕਸ਼ਨ ਸਾਰੀ ਬਦਲਦੀ ਜਾਂਦੀ ਹੈ। ਇਸ ਕਰਕੇ ਇਹ ਵਾਲੇ ਨਾ ਇਹਨਾਂ ਦੇ ਬਾਰੇ ਵਿਚਾਰ ਕਰਨੀ ਕਾਫੀ ਮੁਸ਼ਕਿਲ ਵੀ ਹੈ। ਤੇ ਜਦੋਂ ਅਰਬਦ ਨਰਬਤ ਧੰਦੂਕਾਰਾ ਦੀ ਮੈਂ ਗੱਲ ਕੀਤੀ ਸੀ 4 ਸਾਲ ਪਹਿਲਾਂ ਟੀਵੀ ਤੇ ਇੱਕ ਜਗ੍ਹਾ ਟੈਲੀਕਾਸਟ ਹੋਇਆ ਸੀ, ਤੇ ਮੈਨੂੰ ਗੁਰਮਤਿ ਗਿਆਨ ਕਾਲਜ ਦੇ ਪ੍ਰੋਫੈਸਰਸ ਨੇ ਮੈਨੂੰ ਸਵਾਲ ਪੁੱਛਿਆ ਸੀ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਇਹ ਮੇਰੇ ਮਨ ਦੇ ਅੰਦਰ ਦੇ ਹਨੇਰੇ ਦੀ ਅਨਲਿਮਿਟਿਡ ਬੇਅੰਤ ਸਮੇਂ ਦੀ ਅਵਸਥਾ ਦੀ ਗੱਲ ਚੱਲ ਰਹੀ ਹੈ। ਇਹਦੀ ਜਦੋਂ ਭੱਟਾਂ ਦੇ ਸਈਏ ਦੀ ਗੱਲ ਹੋਈ ਸੀ ਤਾਂ ਇੱਕ ਸੱਜਣ ਨੇ ਮੈਨੂੰ ਕਿਹਾ ਸੀ ਤੁਹਾਡੇ ਅਰਥ ਬੜੇ ਕ੍ਰਾਂਤੀਕਾਰੀ ਨੇ, ਤਾਂ ਮੈਂ ਉਹਨਾਂ ਨੂੰ ਮਾਫੀ ਮੰਗੀ ਵੀ ਮੈਂ ਅਰਥ ਪਬਲਿਕਲੀ ਨਹੀਂ ਕਰਾਂਗਾ। ਕਹਿੰਦੇ ਹਾਂ ਇਹ ਪਬਲਿਕਲੀ ਤੁਸੀਂ ਕਰੋ ਤਾਂ ਲੋਕਾਂ ਨੂੰ ਹਜਮ ਨਹੀਂ ਹੋਣਗੇ। ਤਾਂ ਮੈਂ ਕਿਹਾ ਮੈਂ ਮਾਫੀ ਮੰਗਦਾ, ਸਿਰਫ ਅੰਦਰ ਦੀ ਅਵਸਥਾ ਨੇ, ਅਦਰਵਾਈਜ਼ ਇਹ ਬਿਲਕੁਲ ਜਿਸ ਤਰ੍ਹਾਂ ਤੁਸੀਂ ਸੂਰਜ ਪ੍ਰਕਾਸ਼ ਤੋਂ ਸੁਣ ਰਹੇ ਹੋ ਉਸ ਤਰ੍ਹਾਂ ਹੀ ਇਹਦੇ ਅਰਥ ਚੱਲਦੇ ਨੇ। ਸੋ ਇਹਨਾਂ ਵਿਚਕਾਰ ਜਿਹੜੇ ਸੱਜਣ ਨੇ ਸੁਖਵਿੰਦਰ ਜੀ ਨੂੰ ਪੁੱਛਿਆ, ਉਹਨਾਂ ਦੀ ਤਸੱਲੀ ਹੋਈ ਕਿ ਨਹੀਂ ਹੋਈ, ਤੇ ਉਹਦੇ ਵੱਲੋਂ ਮੈਂ ਸੁਖਵਿੰਦਰ ਜੀ ਵੱਲੋਂ ਔਰ ਆਪਣੇ ਵੱਲੋਂ ਮੈਂ ਮਾਫੀ ਵੀ ਮੰਗਦਾ, ਬਲਕਿ ਬੇਨਤੀ ਕਰਦਾ ਕਿ ਤੁਸੀਂ ਵੀ ਇਸ ਐਂਗਲ ਤੋਂ ਖੋਜ ਕੇ ਵੇਖੋ ਕਿ ਸਾਨੂੰ ਅੰਦਰ ਦੀ ਗੱਲ ਕਿਸ ਤਰ੍ਹਾਂ ਸਮਝਾਈ ਗਈ ਹੈ। ਠੀਕ ਹੈ ਜੀ। जी बीजी हो गई, उन्होंने थैंक्स करता है प्रदीप जी ने। एक सवाल और आया सुखविंदर जी, रविंदर जी ने पाया है कि कबीर, जूला, रविदास, चमार, सैन, नाई, प्लीज एक्सप्लेन अबाउट दीज टाइटल्स। सुखविंदर जी। ਵੀਰ ਜੀ ਜਿਵੇਂ ਜਿਵੇਂ ਇਹ ਸ਼ਬਦਾਂ ਦੇ ਵਿੱਚ ਆਂਦਾ ਰਹੇਗਾ ਨਾ, ਅਗਲੇ ਸ਼ਬਦ ਇਹ ਗੁਰਬਾਣੀ ਕੋਈ ਖਤਮ ਨਹੀਂ ਹੋ ਰਹੀ ਅਜੇ, ਆਪਾਂ 1057 ਪੰਨੇ ਤੇ ਆ। ਅੱਗੇ ਇਹ ਸਾਰੇ ਸ਼ਬਦ ਜਿਵੇਂ ਜਿਵੇਂ ਆਂਦੇ ਜਾਣਗੇ ਨਾ, ਖੁੱਲਦੇ ਜਾਣਗੇ। ਆਪਾਂ ਕਾਲੀ ਨਾ ਕਰੀਏ, ਸਭ ਕੁਝ ਹੋ ਜਾਏਗਾ। ਸਤਿਗੁਰੂ ਜੀ ਜਿਵੇਂ ਜਿਵੇਂ ਸਾਨੂੰ ਸਮਝਾ ਰਹੇ ਆ ਨਾ, ਆਪਾਂ ਸਤਿਗੁਰੂ ਜੀ ਦੇ ਨਾਲ ਨਾ ਚੱਲੀਏ, ਸਭ ਕੁਝ ਸਮਝ ਆ ਜਾਏਗਾ ਵੀਰ ਜੀ। ਜਿਵੇਂ ਜਿਵੇਂ ਸਤਿਗੁਰੂ ਸਮਝਾਉਂਦੇ ਰਹੇ ਅਸੀਂ ਉਵੇਂ ਉਵੇਂ ਚੱਲਦੇ ਰਹੇ। ਅੱਗੇ ਆਉਣ ਵਾਲੇ ਸ਼ਬਦਾਂ ਵਿੱਚ ਇਹ ਸਾਰੇ ਸ਼ਬਦ ਆਉਂਦੇ ਹੀ ਜਾਣਗੇ। ਅੱਗੇ ਅੱਗੇ ਭਗਤ ਬਾਣੀ ਹੋਰ ਸਾਰਾ ਕੁਝ ਆਏਗਾ, ਸਭ ਕੁਝ ਖੁੱਲਦਾ ਹੀ ਜਾਏਗਾ। ਜੀ ਵੀ ਜੀ, ਜੀ ਵੀ ਜੀ। ਸੁੰਦਰ ਵੀਰ ਜੀ ਆਪ ਜੀ ਨੇ ਅੰਦਰ ਦੀ ਸ੍ਰਿਸ਼ਟੀ ਦੇ ਨਾਲ ਵੀ ਜਾਣਕਾਰੀ ਦਿੱਤੀ ਹੈ, ਬੜੀ ਖੂਬਸੂਰਤ ਜਾਣਕਾਰੀ ਦਿੱਤੀ ਹੈ। ਅਸੀਂ ਸਾਡਾ ਪਰਪਸ ਇੱਧਰ ਇਹ ਹੋਵੇ ਕਿ ਅਸੀਂ ਉਸ ਪਰਸਪੈਕਟਿਵ ਨਾਲ ਵੀ ਸੋਚਣਾ ਕਰੀਏ। ਅਲਟੀਮੇਟਲੀ ਅਸੀਂ ਅੰਦਰ ਦਾ ਹੀ ਸੁਧਾਰ ਕਰਨਾ ਹੈ, ਅੰਦਰ ਦੀ ਸ੍ਰਿਸ਼ਟੀ ਸਾਡੀ ਸੁਧਰ ਜਾਏ। ਅਲਟੀਮੇਟਲੀ ਅਸੀਂ ਜਿਹੜਾ ਹੈ ਅੰਦਰ ਦਾ ਸੁਧਾਰ ਹੋਇਆ ਹੀ ਜੀਵਨ ਦੇ ਵਿੱਚ ਬਦਲਾਅ ਆਉਣਾ ਹੈ। ਤੇ ਉਹ ਪਰਸਪੈਕਟਿਵ ਵੀ ਸਿਰਫ ਸਿੱਖਿਆ ਲੈਣ ਦਾ
ਜਿਹੜਾ ਸਵਾਲ ਪੁੱਛੇ ਜਾਂਦੇ ਨੇ ਕੇਵਲ ਸਿੱਖਿਆ ਹੀ ਮਕਸਦ ਹੁੰਦਾ ਹੈ ਕਿ ਅਸੀਂ ਵੀ ਉਹ ਉਸ ਪਰਸਪੈਕਟਿਵ ਨੂੰ ਵੀ ਸਿੱਖ ਸਕੀਏ। ਜੀ ਤਜਿੰਦਰ ਵੀਰ ਜੀ ਅਗਲਾ ਸਵਾਲ ਲੈ ਲੈਂਦੇ। शायद रविंदर अंकल ने ऑडियो ऑन की थी, कुछ कहना चाहते हैं I was just feeling कि relatively देखो ना ਅੱਜ ਕਿੰਨਾ ਇੰਪੋਰਟੈਂਟ ਹੈ ਸਾਡੇ ਵਾਸਤੇ ਇਹ ਪੱਖ ਜਾਣਨਾ ਕਿ ਗੁਰਤਾ ਗੱਦੀ ਜਿਹੜੀ ਨਾ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਗਈ, ਦਸਮ ਗ੍ਰੰਥ ਨੂੰ ਨਹੀਂ ਦਿੱਤੀ ਗਈ। ਅਸੀਂ ਜਦੋਂ ਕਹਿੰਦੇ ਕਿ ਉਹ ਫਿਜ਼ੀਕਲ ਚਾਈਲਡ ਨੂੰ ਨਹੀਂ ਦਿੱਤੀ ਗਈ, ਜੇ ਅਸੀਂ ਨਹੀਂ ਮੰਨਦੇ ਕਿ ਦਸਮ ਗ੍ਰੰਥ ਦੀ ਬਾਣੀ ਜਿਹੜੀ ਹੈ ਉਹ ਗੁਰੂ ਗੋਬਿੰਦ ਸਿੰਘ ਦੀ ਲਿਖੀ ਹੋਈ ਹੈ, ਪਰ ਜੇ ਲਿਖੀ ਵੀ ਹੋਈ ਹੈ ਜੇ ਅਸੀਂ ਮੰਨ ਵੀ ਲਈਏ ਇੱਥੇ ਤਾਂ डिस्कस ਵੀ ना ਗੁਰਤਾ करिए, ਗੱਦੀ माफी अंकल सॉरी, इथे किसी भी और ग्रंथ की डिस्कशन ना करिए, रिकॉर्डिंग भी हो रही है अंकल, रिक्वेस्ट गुस्ताखी माफ अंकल विचकार रोक रहे हैं। बाकी गल कंप्लीट करियो प्लीज, बाकी गल कंप्लीट करियो अरविंदर अंकल। ਬਸ ਉਹ ਕਹਿ ਰਹੇ ਕਿ ਹਿਸਟੋਰੀਕਲੀ ਸਾਡੇ ਵਾਸਤੇ ਕਿੰਨਾ ਇੰਪੋਰਟੈਂਟ ਹੈ ਕਿ ਇਹ ਜਾਣ ਲੈਣਾ ਕਿ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਨੇ ਉਹਨਾਂ ਦੀ ਗੱਲ ਨਹੀਂ ਸੀ ਮੰਨੀ। ਜੇ ਸਾਨੂੰ ਇਹ ਬਾਣੀ ਜੇ ਸਾਨੂੰ ਉਹਦੀ ਜਾਂਚ ਦਿੰਦੀ ਪਈ ਤੇ ਸਾਡੇ ਵਾਸਤੇ ਕਿੰਨੀ ਕੀਮਤੀ ਇਨਫੋਰਮੇਸ਼ਨ ਹੈ ਕਿ ਗੁਰੂ ਸਾਹਿਬ ਦੇ ਪੁੱਤਰਾਂ ਨੇ ਅਦਰਵਾਈਜ਼ ਅੱਜ ਵੀ ਇਹ ਇਨਫੋਰਮੇਸ਼ਨ ਹੋਣ ਦੇ ਬਾਵਜੂਦ ਵੀ ਜਿਹੜਾ ਨਾ ਵੀ ਜਿਹੜੇ ਬੰਦੇ ਜਿਹੜੇ ਨੇ ਬਾਬਾ ਸ਼੍ਰੀ ਚੰਦ ਜਿਹੜੇ ਅੱਗੇ ਜਿਹੜੀ ਵੰਸ਼ ਚੱਲੀ ਆਂਦੀ, ਜਿਹੜਾ ਬੇਦੀ ਵੰਸ਼ ਚੱਲੀ ਆਂਦਾ ਪਿਆ, ਉਹਨਾਂ ਨੂੰ ਐਸ ਗੁਰੂ ਪੂਜਦੇ ਪਏ ਨੇ। ਸਾਡੇ ਵਾਸਤੇ ਇਨਫੋਰਮੇਸ਼ਨ ਕਿੰਨੀ ਇੰਪੋਰਟੈਂਟ ਹੈ ਤੇ ਗੁਰੂ ਕੋਈ ਅਨਇੰਪੋਰਟੈਂਟ ਚੀਜ਼ ਨਹੀਂ ਦਿੰਦਾ। ਅਸੀਂ ਕਹਿੰਦੇ ਵੀ ਸਾਡੇ ਤੋਂ ਆ ਕੇ ਢੁਕਦੀ ਹੈ ਨਾ, ਕਿਉਂ ਨਹੀਂ ਢੁਕਦੀ? ਸਾਡੇ ਵਾਸਤੇ ਜੇ ਇਹ ਚੀਜ਼ ਨਾ ਮਿਲੇ ਸਾਨੂੰ, ਸਾਡੇ ਵਾਸਤੇ ਕਿੰਨਾ ਇੰਪੋਰਟੈਂਟ ਅਸੀਂ ਨੁਕਤਾ ਜਿਹੜਾ ਨਾ ਅਸੀਂ ਜਦੋਂ ਇੱਕ ਵਾਰ ਗੁਰਬਾਣੀ ਨੇ ਲਿਖ ਦਿੱਤਾ ਨਾ ਕਿ ਵੀ ਇਹ ਉਹਨਾਂ ਨੇ ਗੱਲ ਨਹੀਂ ਸੀ ਮੰਨੀ ਵੀ ਉਹ ਜਿਹੜਾ ਵੀ ਉਹ ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਮਦਾ। ਗੁਰੂ ਨੇ ਚੇਲੇ ਦੇ ਅੱਗੇ ਮੱਥਾ ਟੇਕਿਆ, ਆਪਣੇ ਜਿਉਂਦਿਆਂ ਜੀ ਮੱਥਾ ਟੇਕਿਆ। ਇਹ ਗੱਲ ਸਾਡੇ ਸਾਰੇ ਭਰਮ ਭੁਲੇਖੇ ਦੂਰ ਕਰ ਦਿੰਦੀ ਹੈ ਕਿ ਭਈ ਗੁਰੂ ਅੰਗਦ ਦੇਵ ਜੀ ਹੀ ਨੈਕਸਟ ਗੁਰੂ ਨੇ। ਇਟ ਇਜ਼ ਨਾਟ ਬਾਬਾ ਸ਼੍ਰੀ ਚੰਦ ਜਾਂ ਬਾਬਾ ਲక్ష్ਮੀ ਦਾ ਜਿਹੜੇ ਨਾ ਉਹਨਾਂ ਨਾਲ ਸਾਡਾ ਕੋਈ ਬਹੁਤ ਲੈਣਾ ਦੇਣਾ ਨਹੀਂ ਹੈ। ਹਾਂਜੀ ਵੀਰ ਜੀ ਇਸ ਸੰਬੰਧ ਮੈਂ ਇੱਕ ਥੋੜੀ ਜਿਹੀ ਗੱਲ ਕਰਨਾ ਚਾਹਾਂਗਾ। जी बापू ਵੀਰ ਜੀ ਸਾਡੀ ਇੱਕ ਬਦਕਿਸਮਤੀ ਹੈ, ਪਠਾਨਕੋਟ ਦੇ ਕੋਲ ਇੱਕ ਡੇਰਾ ਹੈ ਬਾਠ ਸਾਹਿਬ। ਤੁਸੀਂ ਬਿਲੀਵ ਕਰੋ ਮੱਸਿਆਂ ਤੇ ਪੁੰਨਿਆਂ ਤੇ ਜੰਮੂ ਦੇ ਵਿੱਚੋਂ ਮੇਰੇ ਖਿਆਲ 30 40 50 ਬੱਸਾਂ ਜਾਂਦੀਆਂ ਜੇ, ਉਹ ਸਾਰੇ ਸਿੱਖ ਜਾਂਦੇ ਜੇ, ਬਾਕੀ ਬਹੁਤ ਘੱਟ। ਔਰ ਉਹ ਹੈ ਬਾਬਾ ਸ਼੍ਰੀ ਚੰਦ ਦਾ। ਅਨਫੋਰਚੂਨੇਟ ਕਿ ਸਿੱਖੀ ਤੋਂ ਡਿਰੇਲ ਕਰਨ ਵਾਸਤੇ ਨਾ ਇਹ ਬਹੁਤ ਵੱਡੀ ਸਾਜ਼ਿਸ਼ ਜੇ, ਜਿਹੜੀ ਕਿ ਜੋ ਕੁਝ ਅਸੀਂ ਗੱਲ ਕਰਦੇ ਪਏ ਹਾਂ, ਇਹ ਉਹਨਾਂ ਦੇ ਦਿਮਾਗ 'ਚ ਕਦੋਂ ਬੈਠੇਗੀ? ਜਦੋਂ ਜੇ ਤੇ ਇੱਕ ਪਾਸਾ ਉਹਨੂੰ ਦੁਰੰਗੀ ਛੋੜ ਦੇ, ਯਕ ਰੰਗ ਹੋ ਜਾ, ਜਾਂ ਤੂੰ ਸਰਾਸਰ ਮੋਮ ਹੋ ਜਾ, ਜਾਂ ਫਿਰ ਸੰਗ ਹੋ ਜਾ, ਤੇ ਜਾਂ ਬਾਠ ਸਾਹਿਬ ਵਾਲੇ ਬਣ ਜਾਓ ਤੇ ਜਾਂ ਗੁਰੂ ਨਾਨਕ ਸਾਹਿਬ ਵਾਲੇ। ਇਸ ਵਾਸਤੇ ਸਾਨੂੰ ਜ਼ਰੂਰ ਵੀਰ ਜੀ ਹਰਵਿੰਦਰ ਜੀ ਦੀ ਗੱਲ ਕਹੇ ਵੀ ਇਹਦੇ ਬਾਰੇ ਸਾਨੂੰ ਜ਼ਰੂਰ ਗੱਲ ਕਰਨੀ ਚਾਹੀਦੀ, ਕਿਉਂਕਿ ਇਤਿਹਾਸਕ ਪੱਖ ਹੈ ਔਰ ਇਹ ਬਹੁਤ ਵੱਡੀ ਸਾਨੂੰ ਚੋਟ ਮਾਰਦਾ ਪਿਆ, ਬਹੁਤ ਵੱਡਾ ਨੁਕਸਾਨ ਕਰਦਾ ਪਿਆ, ਔਰ ਇਹਦੀ ਸਪਸ਼ਟਤਾ ਕਰਨੀ ਜਿਹੜੀ ਬੜੀ ਜ਼ਰੂਰੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਾਪੂ ਜੀ ਦੋਨੋਂ ਪੱਖਾਂ ਨੂੰ ਨਾਲ ਲੈ ਕੇ ਸੁਮੇਲ ਲੈ ਕੇ ਚੱਲੀਏ ਨਾ ਤੇ ਬਹੁਤ ਖੂਬਸੂਰਤ ਜਬ ਉਹ ਨਿਕਲ ਆਏਗਾ। ਅੰਦਰ ਦੀ ਸ੍ਰਿਸ਼ਟੀ ਨੂੰ ਵੀ ਸੁਧਾਰੀਏ ਤੇ ਬਾਹਰਲੇ ਪੱਖ ਨੂੰ ਵੀ ਨਾਲ ਲੈ ਕੇ ਚੱਲੀਏ, ਦੋਨੋਂ ਦਾ ਸੁਮੇਲ ਕਰਦੇ ਰਹੀਏ ਤੇ ਬਹੁਤ ਖੂਬਸੂਰਤ ਉਹ ਨਿਕਲ ਆਏਗਾ। ਜੀ ਤਜਿੰਦਰ ਵੀਰ ਜੀ ਬਿਲਕੁਲ ਦੋ ਇਕੱਠੇ ਚੱਲਣੇ ਚਾਹੀਦੇ ਵੀਰ ਜੀ, ਬਿਲਕੁਲ ਦਰੁਸਤ ਹੈ ਜੀ। हाँ वीर जी ਅੱਜ ਸਮਾਂ ਹੋ ਗਿਆ ਹੈ, ਮੈਂ ਇੱਥੇ ਰਿਕਾਰਡਿੰਗ ਰੋਕ ਕੇ ਦੁਬਾਰਾ ਸਟਾਰਟ ਕਰ ਲੈਣਾ, ਕਿਉਂਕਿ ਤੁਸੀਂ ਕਿਹਾ ਸੀਗਾ ਕਿ ਦੂਜੀ ਫਤਿਹ ਆਪਸ ਵਿੱਚ ਸਾਂਝ ਪਾਣੀ ਹੈ ਵੀਰ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਸੰਗਤ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਮੈਂ